हाँ जी। तो ਅੱਜ ਆਪਾਂ ਕੀ ਕਰਨਾ ਜੀ, ਜਿਵੇਂ ਆਪਾਂ ਡੇਲੀ ਬੇਸ ਤੇ ਚਲੋ ਰੀਡਿੰਗ ਤਾਂ ਆਪਾਂ ਕਰਦੇ ਹੀ ਆ, ਰੀਡਿੰਗ ਦੇ ਵੀ ਨਾਲ ਅੱਜ ਥੋੜੀ ਜਿਹੀ ਪ੍ਰੈਕਟਿਸ ਕਰਾਂਗੇ, ਬਟ ਉਹਦੇ ਨਾਲ ਅੱਜ ਆਪਾਂ ਇੱਕ ਚੀਜ਼ ਕਰਨੀ ਆ। ਉਹਦੇ ਨਾਲ ਮੈਂ ਤੁਹਾਨੂੰ ਅੱਜ ਦੱਸੂਗਾ ਵੀ ਇੱਕ ਤਾਂ ਹੁੰਦਾ ਵਾ, ਮੰਨ ਕੇ ਲਓ ਰੀਡਿੰਗ ਨੂੰ ਟਰਾਂਸਲੇਟ ਕਰਨਾ ਜੀ ਕੱਲਾ। ਇਹਦੇ ਨਾਲ ਕੀ ਹੁੰਦਾ, ਤੁਹਾਡੀ ਅੰਡਰਸਟੈਂਡਿੰਗ ਪਾਵਰ ਜਿਹੜੀ ਹੈਗੀ ਆ ਉਹ ਥੋੜੀ ਜਿਹੀ ਵੱਧਦੀ ਆ, ਉਹਦੇ ਵਿੱਚ ਵਾਧਾ ਹੁੰਦਾ ਹੈ। ਤੇ ਜਦੋਂ ਤੁਹਾਨੂੰ ਸਮਝ ਜ਼ਿਆਦਾ ਲੱਗ ਜਾਵੇ ਤਾਂ ਹੁਣੇ ਪੋਸੀਬਿਲਿਟੀ ਹੋ ਜਾਂਦੀ ਹੈ ਤੇ ਪੱਕਾ ਸ਼ੋਰਟੀ ਹੁੰਦੀ ਵੀ ਤੁਹਾਡਾ ਲੈਵਲ ਵੀ ਇੱਥੇ ਹੁਣ ਚੇਂਜ ਹੋਊਗਾ। ਇਹਦੇ ਨਾਲ ਮੈਂ ਤੁਹਾਨੂੰ ਅੱਜ ਥੋੜੀ ਜਿਹੀ ਇੱਕ ਸੌਖੀ ਚੀਜ਼ ਦੱਸਣ ਲੱਗਾ ਵਾਂ, ਉਹਨੂੰ ਥੋੜਾ ਸੌਖਾ ਬਣਾਵਾਂਗੇ ਆਪਾਂ। ਤੇ ਨਾਲ ਕੀ ਆਪਾਂ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਹੁੰਦੇ ਆ ਕਿ ਥੋੜਾ ਜਿਹਾ ਕੰਮ ਕਰਕੇ, ਜਿਵੇਂ ਕਮ ਸੇ ਕਮ 30% ਕੰਮ ਕਰਕੇ ਬੈਨੀਫਿਟ ਕਿੰਨਾ ਹੋ ਜਾਣਾ, ਹਾਂਜੀ 90%। ਹੁਣ ਮੰਨ ਕੇ ਚਲੋ ਤੁਸੀਂ ਕੰਮ 70% ਕਰਨ ਤੋਂ ਬਾਅਦ ਚੋਂ ਤੁਹਾਨੂੰ 90% ਰਿਜ਼ਲਟ ਮਿਲਦਾ। ਕਈ ਵਾਰੀ ਕੀ ਹੁੰਦਾ, ਜਿਹਨੂੰ ਆਪਾਂ ਸਮਾਰਟ ਵਰਕ ਕਹਿੰਦੇ ਆ, ਕਿ ਕੰਮ ਵੀ ਆਪਾਂ ਨੂੰ ਬਾਹਲਾ ਨਹੀਂ ਕਰਨਾ ਪਿਆ, ਜਸਟ ਆਪਾਂ 30% ਕੰਮ ਕੀਤਾ ਤੇ ਰਿਜ਼ਲਟ ਉਹਦੇ ਨਾਲ ਕੀ ਮਿਲਦਾ ਵਾ, ਰਿਜ਼ਲਟ ਉਹਦੇ ਨਾਲ ਮਿਲਦਾ ਕਮ ਸੇ ਕਮ 90%। ਸੋ ਤੇ ਆਪਾਂ ਥੋੜੀ ਜਿਹੀ ਚੇਂਜ ਲੈ ਕੇ ਆਵਾਂਗੇ ਆਪਾਂ ਸਟ੍ਰੈਟਜੀ ਦੇ ਵਿੱਚ, ਤੇ ਉਹ ਤੁਸੀਂ ਸਾਰਿਆਂ ਨੇ ਚੀਜ਼ ਨੂੰ ਟਰਾਈ ਕਰਨਾ ਸ਼ੁਰੂ ਕਰ ਦੇਣਾ। ਮੈਂ ਪਹਿਲਾਂ ਵੀ ਕਰੀ ਤੁਹਾਨੂੰ ਉਹ ਚੀਜ਼ ਦੱਸੀ ਹੈ ਸਾਰਿਆਂ ਨੂੰ। ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਰੀਡਿੰਗ ਦੇ ਵਿੱਚ ਕਿਹੜਾ ਪਰਸਨ ਕਾਮਯਾਬ ਹੁੰਦਾ ਵਾ, ਨੰਬਰ 1 ਤੇ ਜਿਹਨੂੰ ਟਰਾਂਸਲੇਟ ਕਰਨਾ ਹੁੰਦਾ ਵਾ ਜੀ। ਕਿਉਂਕਿ ਜੇ ਟਰਾਂਸਲੇਟ ਕਰੂਗਾ ਫੇਰ ਹੀ ਉਹਨੂੰ ਪਤਾ ਲੱਗੂਗਾ ਵੀ ਕੁਐਸਚਨ ਦਾ ਕੀ ਯਾਨੀ ਕਿ ਮਤਲਬ ਆ ਜੀ, ਤੇ ਰੀਡਿੰਗ ਦੇ ਵਿੱਚ ਜੋ ਲਾਈਨ ਆ, ਜੋ ਲੋਕੇਸ਼ਨ ਆਪਣੀ ਹੈਗੀ ਆ, ਤੇ ਉਹਦਾ ਕੀ ਮਤਲਬ ਆ, ਦੋਨਾਂ ਨੂੰ ਕੰਪੇਅਰ ਕਰਕੇ ਉਹਨੂੰ ਪਤਾ ਲੱਗੂਗਾ ਵੀ ਇਹ ਟਰੂ ਆ, ਫਾਲਸ ਆ ਜਾਂ ਨਾਟ ਗਿਵਨ ਆ ਜੀ। ਜਾਂ ਬਲੈਂਕ ਦੇ ਵਿੱਚ ਉਹਨੂੰ ਫੇਰ ਹੀ ਪਤਾ ਲੱਗੂਗਾ ਕਿਹੜਾ ਵਰਡ ਉਹਦੇ ਵਿੱਚ ਫਿੱਟ ਹੋ ਸਕਦਾ ਜੀ ਬਲੈਂਕ ਦੇ ਵਿੱਚ। ਤੇ ਇੱਥੇ ਹੁਣ ਕੀ ਹੁੰਦਾ ਜੀ, ਇੱਥੇ ਮੈਂ ਤੁਹਾਨੂੰ ਕਹਾਂ ਕਿ ਜੇ ਮੰਨ ਕੇ ਚੱਲੋ ਜਿਵੇਂ ਕਮ ਸੇ ਕਮ 90% ਸਟੂਡੈਂਟ ਹੈਗੇ ਆ ਜੀ, ਜਿਨ੍ਹਾਂ ਨੂੰ ਜੇ ਮੰਨ ਕੇ ਚੱਲੋ ਪੇਜ ਤੋਂ ਟਰਾਂਸਲੇਟ ਕਰਨ ਲੱਗ ਵੀ ਜਾਣ ਜੀ, ਮੰਨ ਕੇ ਚੱਲੋ ਟਰਾਂਸਲੇਟ ਕਰਨ ਵੀ ਲੱਗ ਗਏ, ਤਾਂ ਉਹਦੇ ਵਿੱਚ ਪਹਿਲੀ ਪ੍ਰੋਬਲਮ ਕੀ ਹੁੰਦੀ ਹੈ ਜੀ, ਉਹ ਕੱਲਾ ਕੱਲਾ ਵਰਡ ਟਰਾਂਸਲੇਟ ਕਰਦੇ ਆ, ਉਹਨਾਂ ਨੂੰ ਸਰਚ ਬਹੁਤ ਜ਼ਿਆਦਾ ਕਰਨਾ ਪੈਂਦਾ ਜੀ। ਜਿਵੇਂ 1 ਸੈਂਟੈਂਸ ਦੇ ਵਿੱਚੋਂ ਕਾਫੀ ਜ਼ਿਆਦਾ ਵਰਡ ਸਰਚ ਕਰਨੇ ਪੈ ਗਏ। ਹੁਣ ਜਦੋਂ ਸਰਚ ਕਰਦੇ ਆ, ਸਰਚ ਕਰਨ ਦੇ ਵਿੱਚ ਜਿਵੇਂ ਕਈ ਤਾਂ ਵਰਡ ਹੁੰਦੇ ਆ, ਜਿਵੇਂ ਵਰਬਸ ਹੁੰਦੀਆਂ ਵਾ, ਜਿਵੇਂ ਜਾਂ ਕਈ ਐਡਜੈਕਟਿਵ ਹੁੰਦੇ ਆ, ਉਹਨਾਂ ਦਾ ਮੀਨਿੰਗ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਡਾਇਰੈਕਟਲੀ ਕਿ ਮੀਨਿੰਗ ਕੀ ਹੈ ਜੀ ਇਹਦਾ। ਬਟ ਕਈ ਵਰਡ ਇਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਉਹਨਾਂ ਨੂੰ ਹਾਂਜੀ ਕਲੀਅਰਲੀ ਮੀਨਿੰਗ ਹੀ ਨਹੀਂ ਪਤਾ ਚੱਲ ਪਾਉਂਦਾ, ਤੇ ਉਹਦੇ ਚੱਕਰਾਂ ਦੇ ਵਿੱਚ ਫਿਰ ਉਹ ਥੋੜੀਆਂ ਜਿਹੀਆਂ ਲਾਈਨਾਂ ਟਰਾਂਸਲੇਟ ਕਰਨ ਤੋਂ ਬਾਅਦ ਚੋਂ ਬੋਰ ਵੀ ਹੋ ਜਾਂਦੇ ਆ, ਤੇ ਸਾਰੀ ਰੀਡਿੰਗ ਨੂੰ ਛੱਡ ਦਿੰਦੇ ਆ। ਤੇ ਟਰਾਂਸਲੇਟ ਵੀ ਉਹ ਡੇਲੀ ਬੇਸਿਸ ਤੇ ਨਹੀਂ ਕਰਦੇ, ਜਿੱਦੇ ਬਸ ਉਹਨਾਂ ਨੂੰ ਯਾਦ ਆਉਂਦਾ ਕਿ ਚਲੋ ਮੈਂ ਟਰਾਂਸਲੇਟ ਅੱਜ ਮਾੜੀ ਮੋਟੀ ਚੀਜ਼ ਕਰ ਲਵਾਂ। ਫਿਰ ਉਹ ਸੇਮ ਹੀ ਚੀਜ਼ ਥੋੜੀਆਂ ਜਿਹੀਆਂ ਲਾਈਨਾਂ ਟਰਾਂਸਲੇਟ ਕੀਤੀਆਂ, ਬਾਅਦ ਚੋਂ ਕੁਝ ਕੁ ਵਰਡ ਸੀਗੇ, ਮੰਨ ਕੇ ਲੋ ਕਿਸੇ ਨੇ ਸੈਡੀਮੈਂਟ ਹੀ ਸਰਚ ਮਾਰ ਲਿਆ ਜੀ, ਸੈਡੀਮੈਂਟ। ਹੁਣ ਉਹਨੇ ਸੈਡੀਮੈਂਟ ਨੂੰ ਸਮਝਣ ਲੱਗ ਗਿਆ ਨਾ ਕਿ ਸੈਡੀਮੈਂਟ ਕੀ ਹੁੰਦਾ, ਹੁਣ ਇਹਦੀਆਂ ਡੈਫੀਨੇਸ਼ਨਾਂ ਤੇ ਪਿਕਚਰਸ ਵਗੈਰਾ ਆਉਣਗੀਆਂ, ਉਹਨੂੰ ਕੁਝ ਨਹੀਂ ਸਮਝ ਆਉਣਾ। ਬੱਚਿਆਂ ਨੂੰ ਫੀਲਿੰਗ ਕੀ ਆਉਂਦੀ ਆ ਕਿ ਮੈਂ ਹੋਰ ਹੀ ਪਾਸੇ ਪੈ ਗਿਆ, ਬਈ ਇਦੋਂ ਤਾਂ ਬੈਟਰ ਸੀਗਾ ਬਈ ਮੈਂ ਟਾਈਮ ਲਾ ਕੇ ਆਪਣੀ ਰੀਡਿੰਗ ਹੀ ਕਰਨ ਲੱਗ ਜਾਵਾਂ, ਵੀ ਮੈਂ ਟਾਈਮ ਹੀ ਮੈਨੇਜ ਕਰ ਲਵਾਂ। ਕਿਉਂਕਿ ਜਿਹੜੀਆਂ ਚੀਜ਼ਾਂ ਬਾਰੇ ਮੈਂ ਸਰਚ ਕਰੀ ਹੈ ਨਾ ਹੀ ਤਾਂ ਮੈਨੂੰ ਇਹਨਾਂ ਦੀ ਡੈਫੀਨੇਸ਼ਨ ਸਮਝ ਆਉਂਦੀ ਹੈ ਜੀ, ਤੇ ਨਾ ਹੀ ਮੈਨੂੰ ਇਹਨਾਂ ਦਾ ਪਤਾ ਕਿ ਯੂਜ਼ ਹੁਣ ਕਿੱਥੇ ਕਰੂੰਗਾ ਕਿੱਥੇ ਨਹੀਂ। ਕਿਉਂਕਿ ਨੈਚੁਰਲ ਜੀ ਗੱਲ ਆ, ਸੈਡੀਮੈਂਟ ਨਾ ਹੀ ਤਾਂ ਤੁਸੀਂ ਟਾਸਕ 2 ਚ ਯੂਜ਼ ਕਰ ਸਕਦੇ ਜੀ ਕਿਤੇ, ਤੇ ਨਾ ਹੀ ਤੁਸੀਂ ਇਹਨੂੰ ਟਾਸਕ 1 ਦੇ ਵਿੱਚ, ਨਾ ਹੀ ਜੀ ਕਿਤੇ ਯਾਨੀ ਕਿ ਸਪੀਕਿੰਗ ਦੇ ਵਿੱਚ ਯੂਜ਼ ਕਰਨ ਵਾਲੀ ਚੀਜ਼ ਆ। ਸੋ ਯਾਨੀ ਕਿ ਟਰਾਂਸਲੇਟ ਜੋ ਚੀਜ਼ ਹੈ ਜੀ, ਟਰਾਂਸਲੇਟ ਯਾਨੀ ਕਿ ਡਿਪੈਂਡ ਕਰਦਾ ਵਾ ਕਿ ਜੇ ਤਾਂ ਤੁਹਾਡੇ ਪੈਰਾ ਯਾਨੀ ਕਿ ਵਧੀਆ ਨਿਕਲ ਗਿਆ, ਜੇ ਤਾਂ ਤੁਹਾਡਾ ਫੋਕਸ ਆ ਤੇ ਜਿੰਨੇ ਵਰਡ ਤੁਸੀਂ ਸਰਚ ਕਰੀ ਜਾਂਦੇ ਹੋ ਫਿਰ ਤਾਂ ਤੁਹਾਡਾ ਜੀ ਲੱਗਦਾ ਉਹਦੇ ਤੇ, ਫਿਰ ਤੁਹਾਨੂੰ ਏਦਾਂ ਹੁੰਦਾ ਵੀ ਚਲੋ ਮੈਨੂੰ ਸਮਝ ਆਈ ਜਾਂਦਾ, ਮੈਨੂੰ ਨਵੇਂ ਨਵੇਂ ਯਾਨੀ ਕਿ ਵਰਡ ਮਿਲੀ ਜਾਂਦੇ ਆ। ਮੰਨ ਕੇ ਚਲੋ ਉਹਨਾਂ ਨੇ ਤੁਸੀਂ ਕੋਈ ਵੀ ਚੀਜ਼ ਪੜ੍ਹੀ ਜੀ, ਤੁਸੀਂ ਮੰਨ ਕੇ ਲਓ ਇੱਕ ਵਰਡ ਪੜਿਆ, ਸੋਲਿਊਸ਼ਨ ਦੇ ਮੂਹਰੇ ਲਿਖਿਆ ਸੀਗਾ ਫਿਜ਼ੀਬਲ, ਤੁਸੀਂ ਫਿਜ਼ੀਬਲ ਨੂੰ ਸਰਚ ਕੀਤਾ, ਤੁਹਾਨੂੰ ਪਤਾ ਲੱਗ ਗਿਆ ਫਿਜ਼ੀਬਲ ਕਿਹੜਾ ਹੁੰਦਾ, ਜਿਹੜੀ ਚੀਜ਼ ਪ੍ਰੈਕਟੀਕਲੀ ਪੋਸੀਬਲ ਹੋਵੇ, ਜਿਹੜੀ ਚੀਜ਼ ਹੈਪਨ ਹੋ ਸਕਦੀ ਹੋਵੇ, ਤਾਂ ਤੁਹਾਨੂੰ ਪਤਾ ਲੱਗਿਆ ਕਿ ਜੀ ਫਿਜ਼ੀਬਲ ਸੋਲਿਊਸ਼ਨ। ਨਾਲੇ ਤੁਸੀਂ ਇਹ ਕੋਲੋਕੇਸ਼ਨ ਚੱਕ ਲਈ, ਤੁਸੀਂ ਇਹਨੂੰ ਟਾਸਕ 2 ਚ ਵਰਤ ਸਕਦੇ ਹੋ ਕਿ ਜੀ ਕੁਝ ਕੁ ਫਿਜ਼ੀਬਲ ਸੋਲਿਊਸ਼ਨਸ ਹੈਗੇ ਆ। ਫਿਜ਼ੀਬਲ ਦਾ ਮਤਲਬ ਜਿਹੜੇ ਪ੍ਰੈਕਟੀਕਲੀ ਵੀ ਪੋਸੀਬਲ, ਜੋ ਕੀਤੇ ਜਾ ਸਕਦੇ ਆ। ਹੁਣ ਇੱਕ ਤਾਂ ਹੁੰਦਾ ਵੀ ਤੁਹਾਨੂੰ ਰੀਡਿੰਗ ਦੇ ਵਿੱਚੋਂ ਵਧੀਆ ਵਧੀਆ ਕੋਲੋਕੇਸ਼ਨ ਮਿਲ ਰਹੀਆਂ ਵਾ ਤੇ ਤੁਹਾਡਾ ਉੱਤੇ ਜੀ ਲੱਗਾ, ਤੁਸੀਂ ਉੱਤੇ ਪੜ੍ਹੀ ਜਾਂਦੇ ਹੋ, ਬਟ ਜਦੋਂ ਹੀ ਹੋਰ ਹੀ ਤਰ੍ਹਾਂ ਦੇ ਵਰਡ ਆਉਣੇ ਸਟਾਰਟ ਹੋ ਗਏ ਜੀ, ਮੰਨ ਕੇ ਚਲੋ ਉਹਨਾਂ ਨੇ ਤੁਹਾਨੂੰ ਇੱਥੇ ਵਰਡ ਪਾਤਾ ਰੈਵੋਲੂਸ਼ਨ, ਤੁਹਾਨੂੰ ਦੇਖੋ ਜਦੋਂ ਰੈਵੋਲੂਸ਼ਨ ਨੂੰ ਸਰਚ ਕਰਨ ਜਾਓਗੇ ਗੂਗਲ ਤੇ, ਇਹ ਇੱਕ ਹੋਰ ਹੀ ਤਰ੍ਹਾਂ ਦੀ ਡੈਫੀਨੇਸ਼ਨ ਦੱਸੂਗਾ ਜੀ, ਤੁਸੀਂ ਇਹਦੇ ਵਿੱਚ ਹੁਣ ਟਰੈਪ ਹੋ ਜਾਣਾ, ਤੁਹਾਨੂੰ ਰੈਵੋਲੂਸ਼ਨ ਦਾ ਮਤਲਬ ਨਹੀਂ ਪਤਾ, ਤੁਸੀਂ ਇੱਥੇ ਕਾਫੀ ਜ਼ਿਆਦਾ ਮਿੰਟ ਲੱਗ ਗਏ ਨੇ ਜੀ ਤੁਹਾਡੇ ਇੱਥੇ, ਤਾਂ ਇੱਥੇ ਹੁਣ ਤੁਹਾਨੂੰ ਕੀ ਲੱਗੂਗਾ ਕਿ ਰੈਵੋਲੂਸ਼ਨ ਹੁਣ ਯੂਜ਼ ਕਿੱਥੇ ਹੋਣਾ ਵਾ, ਨਾ
ਤੁਹਾਨੂੰ ਇਹਦੀ ਡੈਫੀਨੇਸ਼ਨ ਪਤਾ ਲੱਗੀ, ਨਾ ਇਹਦਾ ਯੂਜ਼ਸ ਪਤਾ ਲੱਗਿਆ, ਨਾ ਹੀ ਤੁਹਾਨੂੰ ਸੈਂਟੈਂਸ ਸਮਝ ਆਇਆ, ਨਾ ਤੁਸੀਂ ਹੁਣ ਇੱਥੇ ਤੁਹਾਡਾ ਫਲੋ ਟੁੱਟ ਗਿਆ। ਇਸ ਤੋਂ ਪਹਿਲਾਂ ਤੁਸੀਂ ਟਰਾਂਸਲੇਟ ਵਧੀਆ ਤਰੀਕੇ ਨਾਲ ਕਰੀ ਜਾਂਦੇ ਸੀਗੇ, ਹੁਣ ਤੁਹਾਡੇ ਇੱਥੇ ਫਲੋ ਟੁੱਟ ਗਿਆ ਜੀ। ਹੁਣ ਇੱਕ ਅੱਧਾ ਮੰਨ ਕੇ ਚਲੋ ਜਾਣੀ ਕਿ ਹੋਰ ਵਰਡ ਪਾਤਾ ਜੀ ਉਹਨਾਂ ਨੇ। ਜਿਵੇਂ ਕਈ ਬੱਚੇ ਇਦਾਂ ਦੇ ਹੁੰਦੇ ਆ, ਮੰਨ ਕੇ ਚਲੋ ਟੀ ਦੀ ਗੱਲ ਹੋਈ ਜਾਂਦੀ ਹੈ ਜੀ, ਮੰਨ ਕੇ ਚਲੋ ਪੈਰਾਗ੍ਰਾਫ ਟੀ ਦੇ ਉੱਪਰ ਆ, ਤਾਂ ਟੀ ਦੇ ਵਿੱਚ ਉਹਨਾਂ ਨੇ ਮੰਨ ਕੇ ਚਲੋ ਇੱਕ ਸਬਸਟੈਂਸ ਦਾ ਨਾਮ ਲਿਖਤਾ ਕਿ ਜੀ ਜਿਹੜੇ ਜੋ ਟਰੀ ਜੋ ਲੀਵ ਹੁੰਦੇ ਆ ਜੀ ਟੀਜ਼ ਦੇ, ਉਹਨਾਂ ਦੇ ਵਿੱਚ ਹੋਰ ਹੀ ਕੁਝ ਉਹਨਾਂ ਨੇ ਇੱਥੇ ਨਾਮ ਲਿਖਤਾ ਜੀ। ਉਹ ਐਕਚੁਅਲ ਦੇ ਵਿੱਚ ਉਹ ਚੀਜ਼ ਪੱਤਿਆਂ ਦੇ ਵਿੱਚ ਹੁੰਦੀ ਆ। ਹੁਣ ਬੱਚਾ ਇਹਨੂੰ ਸਰਚ ਮਾਰ ਜਾਂਦਾ, ਕਿਉਂਕਿ ਬੱਚੇ ਦੀ ਹੈਬਿਟ ਕੀ ਬਣੀ ਆ ਵੀ ਮੈਂ ਵਰਡ ਸਰਚ ਕਰੀ ਜਾਂਦਾ, ਮੈਨੂੰ ਮੀਨਿੰਗ ਨਹੀਂ ਪਤਾ। ਹੁਣ ਜਦੋਂ ਨੇ ਜਿਹੜਾ ਇਹ ਵਰਡ ਸਰਚ ਕੀਤਾ, ਹੁਣ ਜੇ ਆਪਾਂ ਦੇਖੀਏ ਤਾਂ ਜਿਹੜੀ ਇਹ ਚੀਜ਼ ਹੈ ਟੀ ਲੀਵਸ ਦੇ ਵਿੱਚ ਪਾਈ ਜਾਂਦੀ ਹੈ। ਹੁਣ ਆਪਾਂ ਨੂੰ ਇਹ ਚੀਜ਼ ਦੇ ਬਾਰੇ ਜਾਣਨ ਦੀ ਲੋੜ ਨਹੀਂ ਜੀ, ਆਪਾਂ ਇਹਨੂੰ ਵੈਸੇ ਹੀ ਪੜ੍ਹ ਜਾਈਏ, ਕਿਉਂਕਿ ਕੋਈ ਚੀਜ਼ ਪੱਤੇ ਦੇ ਵਿੱਚ ਪਾਈ ਜਾਂਦੀ ਹੈ, ਟੀ ਲੀਵ ਦੇ ਵਿੱਚ ਪਾਈ ਜਾਂਦੀ, ਮੈਂ ਉਹਦਾ ਮੀਨਿੰਗ ਜਾਣ ਕੇ ਕੀ ਲੈਣਾ? ਉਹ ਤਾਂ ਇੱਕ ਚੀਜ਼ ਆ ਬਸ। ਜਿਵੇਂ ਮੈਂ ਤੁਹਾਨੂੰ ਕਹਿ ਦਵਾਂ ਕਿ ਜਾਣੀ ਕਿ ਪੱਤਿਆਂ ਦੇ ਵਿੱਚ ਆ ਡੈਸ਼ ਨਾਮ ਦਾ ਸਬਸਟੈਂਸ ਹੁੰਦਾ ਵਾ, ਉਹਦਾ ਆਪਾਂ ਮੀਨਿੰਗ ਜਾਣ ਕੇ ਕੀ ਲੈਣਾ? ਕੁਝ ਨਹੀਂ ਲੈਣਾ ਆਪਾਂ ਜੀ, ਉਹਨੂੰ ਆਪਾਂ ਵੈਸੇ ਹੀ ਪੜ੍ਹ ਜਾਣਾ ਹੁੰਦਾ ਵਾ। ਤਾਂ ਇਹਦੇ ਵਿੱਚ ਹੁਣ ਕੀ ਹੁੰਦਾ, ਬੱਚਾ ਉਹਨੂੰ ਸਰਚ ਕਰਨ ਲੱਗ ਜਾਂਦਾ, ਕਿਉਂਕਿ ਬੱਚੇ ਨੂੰ ਏਦਾਂ ਹੁੰਦਾ ਵੀ ਸ਼ਾਇਦ ਇਹਦਾ ਕੋਈ ਪਾਰਟੀਕੂਲਰ ਮੀਨਿੰਗ ਨਾ ਨਿਕਲਦਾ ਹੋਵੇ, ਮੇਰੇ ਤੋਂ ਟਰਾਂਸਲੇਟ ਨਹੀਂ ਹੋ ਪਾ ਰਿਹਾ। ਤਾਂ ਕੀ ਹੁੰਦਾ ਜੀ, ਪੈਰੇ ਦੇ ਵਿੱਚ ਕੁਝ ਕੁ ਵਰਡ ਏਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਮੀਨਿੰਗ ਆਪਾਂ ਸਰਚ ਹੀ ਨਹੀਂ ਕਰਨਾ ਹੁੰਦਾ। ਜਿਵੇਂ ਕਈ ਤਰ੍ਹਾਂ ਦੇ ਸਬਸਟੈਂਸ ਹੋ ਗਏ, ਜਿਵੇਂ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਨਾਮ ਹੋ ਗਿਆ, ਉਹ ਆਪਾਂ ਸਰਚ ਨਹੀਂ ਕਰਨੇ ਹੁੰਦੇ, ਬੱਚਾ ਉਹ ਚੀਜ਼ਾਂ ਨੂੰ ਵੀ ਸਰਚ ਕਰਨ ਲੱਗ ਜਾਂਦਾ ਜੀ। ਇਹਦੇ ਨਾਲ ਕੀ ਹੁੰਦਾ, ਕਿਤੇ ਨਾ ਕਿਤੇ ਹੁੰਦਾ ਟਰਾਂਸਲੇਸ਼ਨ ਚੋਂ ਫਲੋ ਟੁੱਟ ਜਾਂਦਾ ਵਾ, ਤੈਨੂੰ ਟਰਾਂਸਲੇਸ਼ਨ ਇੱਥੇ ਜਾਣੀ ਕਿ ਬੋਰਿੰਗ ਲੱਗਣ ਲੱਗ ਜਾਂਦੀ। ਤਾਂ ਨੈਚੁਰਲ ਜੀ ਗੱਲ ਆ, ਉਹ ਬੱਚਾ ਸਿਰਫ 2 ਤੋਂ 3 ਦਿਨ ਟਰਾਂਸਲੇਟ ਕਰੂਗਾ, ਚੌਥੇ ਦਿਨ ਉਹਨੇ ਜਮਾਂ ਬੁੱਕ ਨਹੀਂ ਚੱਕਣੀ ਟਰਾਂਸਲੇਟ ਕਰਨ ਲਈ। ਉਹ ਫਿਰ ਕੀ ਬਿਹਤਰ ਸਮਝਦਾ ਵਾ ਕਿ ਇਦੋਂ ਤਾਂ ਚੰਗਾ ਮੈਂ ਬਸ ਇੱਕ ਪੈਰਾ ਚੱਕਾਂ, ਟਾਈਮ ਲਾਵਾਂ ਤੇ ਆਪਣੀ ਜੋ ਰੀਡਿੰਗ ਆ ਬਸ ਉਹ ਸੋਲਵ ਕਰਨ ਬਹਿ ਜਾ। ਸੋ ਅੱਜ ਆਪਾਂ ਕਿਹੜੀ ਚੀਜ਼ ਕਰਨੀ ਹੈ ਜੀ, ਅੱਜ ਆਪਾਂ ਟਰਾਂਸਲੇਟ, ਜੋ ਤੁਸੀਂ ਟਰਾਂਸਲੇਟ ਕਰਦੇ ਹੋ ਉਹਦਾ ਥੋੜਾ ਵੇ ਚੇਂਜ ਕਰਨਾ ਆਪਾਂ ਜੀ, ਜਿਹੜਾ ਨਿਊ ਵੇ ਹੋਊਗਾ। ਹੁਣ ਕੀ ਹੋਊਗਾ, ਪਹਿਲਾਂ ਕੀ ਹੁੰਦਾ ਜੀ, ਤੁਸੀਂ ਸਾਰਾ ਪੈਰਾ ਟਰਾਂਸਲੇਟ ਕਰਦੇ ਹੁੰਦੇ ਸੀਗੇ ਜੀ, ਵਨ ਵਰਡ, ਤੇ ਨੈਚੁਰਲ ਜੀ ਗੱਲ ਆ, ਸਾਰੇ ਨਹੀਂ ਆਏ ਬੱਚੇ ਕਰਦੇ ਸੀ ਜੀ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਮਿਹਨਤ ਬਹੁਤ ਆ, ਇਹਦੇ ਵਿੱਚ ਹਾਰਡ ਵਰਕ ਜਾਣੀ ਕਿ ਬਹੁਤ ਜ਼ਿਆਦਾ ਵਾ, ਟਾਈਮ ਵੀ ਕਿਤੇ ਨਾ ਕਿਤੇ ਜ਼ਿਆਦਾ ਲੱਗ ਜਾਂਦਾ, ਤੇ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵੀ ਕਿਹੜੇ ਵਰਡ ਸਰਚ ਕਰਨੇ ਚਾਹੀਦੇ ਆ ਕਿਹੜੇ ਨਹੀਂ। ਹੁਣ ਆਪਾਂ ਕੀ ਕਰਨਾ ਵਾ, ਜਿਵੇਂ ਪਹਿਲਾਂ ਤੁਸੀਂ 90% ਵਰਕ ਕਰਦੇ ਹੁੰਦੇ ਸੀ, ਫਿਰ ਜਾ ਕੇ 90% ਰਿਜ਼ਲਟ ਮਿਲਦਾ ਹੁੰਦਾ ਸੀਗਾ। ਹੁਣ ਤੋਂ ਵਰਕ ਸਿਰਫ 30% ਕਰਨਾ ਜੀ, 30 ਜਾਂ 40%, ਤੇ ਰਿਜ਼ਲਟ ਜਿਹੜਾ ਮਿਲੂਗਾ ਉਹ ਸੇਮ ਹੀ ਮਿਲੂਗਾ, ਉਹ ਹੁਣ ਵੀ 90% ਵਾਲਾ ਰਿਜ਼ਲਟ ਮਿਲੂਗਾ। ਕੀ ਕਰਨਾ, ਧਿਆਨ ਨਾਲ ਦੇਖਿਓ ਜੀ। ਤੁਸੀਂ ਜਿਹੜੀ ਮੇਨ ਚੀਜ਼ ਡਿਵੈਲਪ ਕਰਨੀ, ਇਹਦੇ ਨਾਲ ਤੁਹਾਡੇ ਜਾਣੀ ਕਿ 2 ਟਾਰਗੇਟਡ ਹੋਣੀਆਂ ਜੀ। ਨੰਬਰ 1 ਤੇ ਤੁਹਾਡੀ ਅੰਡਰਸਟੈਂਡਿੰਗ ਜਿਹੜੀ ਹੈਗੀ ਆ ਉਹ ਵੱਧ ਜੂਗੀ ਬਹੁਤ ਜ਼ਿਆਦਾ। ਜਿਵੇਂ ਤੁਸੀਂ ਪਹਿਲਾਂ ਟਰਾਂਸਲੇਟ ਕਰਦੇ ਹੋ ਤੇ ਹੁਣ ਹਿਸਾਬ ਨਾਲ ਜਿਹੜੇ ਕਰੋਗੇ, ਦੋਨਾਂ ਵਾਲੇ ਪਾਸੇ ਅੰਡਰਸਟੈਂਡਿੰਗ ਜਿਹੜੀ ਵਧਣੀ ਆ ਉਹ ਸੇਮ ਹੀ ਵਧੂਗੀ, ਥੋੜੀ ਯਾਨੀ ਕਿ ਜ਼ਿਆਦਾ ਭਾਵੇਂ ਵੱਧ ਜਾਵੇ। ਤੇ ਨਾਲ ਤੁਹਾਨੂੰ ਇੱਕ ਇਹਦਾ ਫਾਇਦਾ ਕੀ ਹੋਊਗਾ, ਵੋਕੈਬ ਤੁਹਾਡੀ ਬਹੁਤ ਜ਼ਿਆਦਾ ਰਿਚ ਹੋ ਜਾਣੀ, ਤੇ ਉਹ ਵੋਕੈਬ ਜਿਹੜੀ ਤੁਹਾਡੀ ਵਧੀਆ ਬਣਨੀ ਆ ਉਹ ਸਿਰਫ ਕੰਮ ਦੀ ਬਣੂਗੀ, ਉਹ ਜਸਟ ਕੰਮ ਦੀ ਵੋਕੈਬ ਹੋਊਗੀ ਜਿਨ੍ਹਾਂ ਦੀ ਤੁਹਾਨੂੰ ਲੋੜ ਆ, ਜੋ ਵਰਡ ਜਾਨੀ ਕਿ ਨੈਸੈਸਰੀ ਹੁੰਦੇ ਆ, ਯਾਨੀ ਕਿ ਹਰ ਇੱਕ ਵਰਡ ਨੂੰ ਸਰਚ ਕਰਨ ਦੀ ਲੋੜ ਨਹੀਂ ਪੈਣੀ। ਹੁਣ ਵਰਡ ਕਿਹੜੇ ਸਰਚ ਹੋਣਗੇ, ਜਿਨ੍ਹਾਂ ਦੀ ਮੰਨ ਕੇ ਲਓ ਆਪਾਂ ਨੂੰ ਲੋੜ ਹੈਗੀ ਹੈ ਜੀ ਬਸ। ਤੇ ਨਾਲ ਇੱਕ ਜਿਹੜੀ ਹੋਰ ਚੀਜ਼ ਇਹਦੇ ਵਧੀਆ ਹੋਊਗੀ ਉਹ ਹੈਗੀ ਹੈ ਯਾਨੀ ਕਿ ਪੈਰਾਫਰੇਜ਼ਿੰਗ ਸਕਿੱਲ ਤੁਹਾਡੀ ਬਹੁਤ ਵਧੀਆ ਹੋ ਜਾਣੀ, ਪੈਰਾਫਰੇਜ਼ਿੰਗ ਸਕਿੱਲ। ਤੇ ਤੁਸੀਂ ਹੁਣ ਕੀ ਕਰਨਾ, ਇਹਦੇ ਵਿੱਚ ਆਪਾਂ ਇਹਨੂੰ ਯਾਨੀ ਕਿ ਪ੍ਰੈਕਟੀਕਲੀ ਵੀ ਦੇਖਾਂਗੇ ਵੀ ਕਿੱਦਾਂ ਇਹ ਚੀਜ਼ਾਂ ਸਾਰੀਆਂ ਹੋਣਗੀਆਂ ਜੀ। ਤਾਂ ਦੇਖੋ ਇਹਦੇ ਵਿੱਚ ਤੁਸੀਂ ਕੀ ਕਰਨਾ ਜੀ, ਤੁਸੀਂ ਪਹਿਲਾਂ ਸਾਰੇ ਪੈਰੇ ਨੂੰ ਟਰਾਂਸਲੇਟ ਕਰਦੇ ਸੀ, ਹੁਣ ਤੁਸੀਂ ਕੀ ਕਰਨਾ, ਤੁਸੀਂ ਇੱਕ ਸਿੰਗਲ ਪੈਰਾ ਲੈਣਾ ਵਾ ਜੀ। ਮੰਨ ਕੇ ਚਲੋ ਤੁਸੀਂ ਇਹ ਸਿੰਗਲ ਪੈਰਾ ਚੱਕ ਲਿਆ, ਜਿਹਦੇ ਵਿੱਚ 13 ਕੁਐਸਚਨ ਆ ਤੁਹਾਡੀ ਹੈਗੀ ਰੀਡਿੰਗ, ਤੇ ਆ ਨੀਚੇ ਤੁਹਾਡਾ ਜੋ ਪੇਜ ਹੈਗਾ ਇਹਦੇ ਉੱਪਰ ਤੁਹਾਡੇ ਆ 13 ਕੁਐਸਚਨ ਮੰਨ ਕੇ ਚਲੋ ਹੈਗੇ ਆ ਜੀ, ਆ ਡਿਜ਼ਾਈਨਿੰਗ ਕੀਤੀ ਪਈ ਹੈ। ਅੱਛਾ, ਤੁਸੀਂ ਕੀ ਕਰਨਾ ਹੁੰਦਾ ਜੀ, ਤੁਸੀਂ ਮੰਨ ਕੇ ਲਓ ਤੁਹਾਡੇ ਯਾਨੀ ਕਿ ਪਹਿਲੇ ਜੋ 6 ਆ ਉਹ ਟਰੂ ਫਾਲਸ ਨਾਟ ਗਿਵਨ, ਪਹਿਲੇ 6 ਜੋ ਮੰਨ ਕੇ ਚਲੋ ਤੁਹਾਡੇ ਟਰੂ ਫਾਲਸ ਨਾਟ ਗਿਵਨ। ਅੱਛਾ, ਤੁਸੀਂ ਪਹਿਲਾਂ ਇਹਦੇ ਵਿੱਚੋਂ ਟਰੂ ਫਾਲਸ ਚੱਕਣਾ ਜੀ, ਉਹ ਪਹਿਲਾ ਟਰੂ ਫਾਲਸ ਜਿਹੜਾ ਹੈਗਾ ਤੁਸੀਂ ਉਹ ਕੁਐਸਚਨ ਨੂੰ ਧਿਆਨ ਨਾਲ ਸਮਝ ਲੈਣਾ ਵੀ ਉਹਦਾ ਮਤਲਬ ਕੀ ਹੈ ਜੀ। ਉਹ ਜੋ ਤੁਸੀਂ ਪਹਿਲਾਂ ਕੁਐਸਚਨ ਪੜ੍ਹ ਲਿਆ, ਹੁਣ ਤੁਸੀਂ ਪੈਰੇ ਵਿੱਚ ਜਾ ਕੇ ਦੇਖਣਾ ਕਿ ਲੋਕੇਸ਼ਨ ਇਹਦੀ ਕਿੱਥੇ ਹੈ ਜੀ। ਜੋ ਚੀਜ਼ਾਂ ਸਿਸਟਮੈਟਿਕਲੀ ਕਿਵੇਂ ਕਰਨੀਆਂ ਮੈਂ ਤੁਹਾਨੂੰ ਦੱਸਦਾ, ਇਹਦੇ ਨਾਲ ਤੁਹਾਡੀ ਜੋ ਜਾਣੀ ਕਿ ਸਾਰੀ ਪਰਫਾਰਮੈਂਸ ਹੀ ਤੇਜ਼ ਹੋਊਗੀ ਜੀ। ਕਿੱਦਾਂ ਜੀ,
ਸਭ ਤੋਂ ਪਹਿਲਾਂ ਕੋਈ ਵੀ ਇੱਕ ਸਿੰਗਲ ਪੈਰਾ ਚੱਕੋ ਜਿਹਦੇ ਵਿੱਚ 13 ਦੇ 13 ਕੁਐਸਚਨ ਨੂੰ ਪਹਿਲਾਂ ਜਿਵੇਂ ਆਪਾਂ ਕੀਵਰਡ ਨੂੰ ਰਾਉਂਡ ਕਰਦੇ ਹੁੰਨੇ ਆ ਉਹ ਮਿੰਟੋ ਮਿੰਟ ਹੀ ਰਾਉਂਡ ਕਰੋ, ਫਿਰ ਜਾ ਕੇ ਦੇਖੋ ਕਿ ਕਿੱਥੇ ਕਿੱਥੇ ਕਿਹੜਾ ਕੁਐਸਚਨ ਹੋ ਸਕਦਾ। ਜਿੰਨੇ ਵੀ ਤੁਹਾਨੂੰ ਲੱਭਦੇ ਆ ਇਹਦੇ ਵਿੱਚੋਂ ਜੀ ਉਹਨਾਂ ਨੂੰ ਸਰਕਲ ਕਰ ਲਓ ਤੇ ਸਪੀਡ ਤੁਹਾਡੀ ਡੇਲੀ ਬੇਸਿਸ ਤੇ ਤੇਜ਼ ਹੋ ਜੂ। ਹੁਣ ਤੁਹਾਡੀ ਇੱਥੇ ਮੈਪ ਰੀਡਿੰਗ ਫਿਨਿਸ਼ ਹੋ ਗਈ। ਮੈਪ ਰੀਡਿੰਗ ਦਾ ਮਤਲਬ ਕਿ ਤੁਹਾਨੂੰ ਲੋਕੇਸ਼ਨਾਂ ਪਤਾ ਲੱਗ ਗਈਆਂ ਕਿਹੜੇ ਕੁਐਸਚਨ ਦੀਆਂ ਕਿੱਥੇ ਹੈ, ਕਿਹਦੀ ਕਿੱਥੇ ਹੈ। ਹੁਣ ਤੁਸੀਂ ਪਹਿਲਾਂ ਮੰਨ ਕੇ ਲਓ ਪਹਿਲੇ 6 ਟਰੂ ਫਾਲਸ ਚੱਕੇ ਜੀ। ਦੇਖੋ ਪਹਿਲੇ 6 ਟਰੂ ਫਾਲ ਦੇ ਵਿੱਚੋਂ ਪਹਿਲਾ ਕੁਐਸਚਨ ਜਿਹੜਾ ਤੁਸੀਂ ਉਹ ਧਿਆਨ ਨਾਲ ਪੜ੍ਹਨਾ ਜੀ। ਉਹ ਧਿਆਨ ਨਾਲ ਪੜ੍ਹਨ ਤੋਂ ਬਾਅਦ ਚੋਂ ਤੁਸੀਂ ਦੇਖਣਾ ਕਿ ਰੀਡਿੰਗ ਦੇ ਵਿੱਚ ਜਾ ਕੇ ਲੋਕੇਸ਼ਨ ਕਿੱਥੇ ਆ ਉਹਦੀ। ਤਾਂ ਜਦੋਂ ਹੀ ਤੁਹਾਨੂੰ ਲੋਕੇਸ਼ਨ ਪਤਾ ਲੱਗੀ ਵੀ ਇਹਦੀ ਜਾਣੀ ਕਿ ਇਹ ਲੋਕੇਸ਼ਨ ਹੈ ਜੀ, ਫਿਰ ਤੁਸੀਂ ਉਹ ਲੋਕੇਸ਼ਨ ਜਿਹੜੀ ਹੈਗੀ ਆ ਉਹਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਜੀ। ਜਿੰਨੀਆਂ ਵੀ ਤੁਹਾਡੇ 2 ਤੋਂ 3 ਲਾਈਨਾਂ ਹੈਗੀਆਂ ਤੇ ਫਿਰ ਤੁਸੀਂ ਦੇਖਣਾ ਵੀ ਕੁਐਸਚਨ ਦੇ ਵਿੱਚ ਕਿਹੜੇ ਵਰਡ ਨੂੰ ਕਿਵੇਂ ਬਦਲ ਕੇ ਲਿਖਿਆ ਗਿਆ। ਬਸ ਜਸਟ ਯਾਨੀ ਕਿ ਟਰਾਂਸਲੇਟ ਪਹਿਲਾਂ ਤੁਸੀਂ ਸਾਰਾ ਪੈਰਾ ਕਰਦੇ ਹੁੰਦੇ ਸੀਗੇ, ਹੁਣ ਤੁਸੀਂ ਟਰਾਂਸਲੇਟ ਕਿਹੜੀ ਚੀਜ਼ ਨੂੰ ਕਰਦੇ ਹੋ, ਜਿਹੜੀ ਲੋਕੇਸ਼ਨ ਮਿਲਦੀ ਬਸ ਤੁਹਾਨੂੰ ਸਿਰਫ। ਤਾਂ ਤੁਹਾਨੂੰ ਇੱਥੇ ਡੇ ਬਾਈ ਡੇ ਪਤਾ ਲੱਗੂਗਾ ਕਿ ਜੇ ਉਹਨਾਂ ਨੇ ਕੁਐਸਚਨ ਦੇ ਵਿੱਚ ਮੰਨ ਕੇ ਚੱਲੋ ਟੈਂਪਰੇਰੀ ਲਿਖਿਆ ਪਿਆ ਵਾ, ਤੁਹਾਨੂੰ ਇੱਥੇ ਪਤਾ ਲੱਗਣ ਲੱਗੂ ਵੀ ਕੁਐਸਚਨ ਦੇ ਵਿੱਚ ਟੈਂਪਰੇਰੀ ਵਰਡ ਜਾਨੀ ਕਿ ਲਿਖਿਆ ਪਿਆ ਵਾ। ਰੀਡਿੰਗ ਟੈਂਪਰੇਰੀ ਨੂੰ ਕੀ ਲਿਖਦੀ ਹੈ ਜੀ, ਸ਼ਾਰਟ ਟਰਮ। ਸ਼ਾਰਟ ਟਰਮ ਤਾਂ ਤੁਹਾਨੂੰ ਪਤਾ ਲੱਗਿਆ ਵੀ ਟੈਂਪਰੇਰੀ ਵਰਡ ਨੂੰ ਡੈਸ਼ ਲਿਖਿਆ ਗਿਆ ਜੀ। ਫਿਰ ਕੁਐਸਚਨ ਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਪਿਆਊਗਾ ਫਾਈਂਡ ਆਊਟ। ਫਾਈਂਡ ਆਊਟ ਨੂੰ ਉਹ ਜਿਹੜੀਆਂ 2-4 ਲਾਈਨਾਂ ਉਹਦੇ ਵਿੱਚ ਕੀ ਉਹ ਕਹਿੰਦੇ ਕਿ ਬਦਲ ਕੇ ਲਿਖਿਆ ਗਿਆ। ਫਿਰ ਤੁਹਾਨੂੰ ਗਾਂ ਲੈ ਕੇ ਹੋਰ ਚੀਜ਼ ਪਤਾ ਲੱਗੂ ਵੀ ਜਿਹੜਾ ਤੀਸਰਾ ਵਰਡ ਆ, ਹੁਣ ਤੀਸਰੇ ਵਰਡ ਨੂੰ ਬਦਲ ਕੇ ਕੀ ਲਿਖਿਆ ਪਿਆ ਜੀ। ਹੁਣ ਇਹਦੇ ਨਾਲ ਕੀ ਹੋ ਰਿਹਾ ਵਾ ਜੀ, ਕੁਐਸਚਨ ਦੇ ਵਿੱਚ ਜਿਹੜੇ ਜਿਹੜੇ ਵੀ ਵਰਡ ਹੈਗੇ ਆ ਉਹਨਾਂ ਨੂੰ ਰੀਡਿੰਗ ਕਿੱਦਾਂ ਕਿੱਦਾਂ ਬਦਲ ਕੇ ਲਿਖ ਦਿੰਦੀ ਆ। ਇਹ ਤੁਹਾਡੀ ਸਕਿੱਲ ਤੇਜ਼ ਹੋਣ ਲੱਗ ਜਾਣੀ ਹੈ ਜੀ। ਤੁਹਾਨੂੰ ਪਤਾ ਲੱਗੂਗਾ ਕਿ ਜੇ ਕੁਐਸਚਨ ਦੇ ਵਿੱਚ ਮਾਡਰਨ ਲਿਖਿਆ ਵਾ ਤਾਂ ਰੀਡਿੰਗ ਮਾਡਰਨ ਨੂੰ ਕਿਵੇਂ ਬਦਲ ਕੇ ਲਿਖ ਦਿੰਦੀ ਹੈ। ਤੁਹਾਨੂੰ ਕੁਐਸਚਨ 'ਚ ਪਤਾ ਲੱਗੂ ਕਿ ਜਿਹੜਾ ਜਾਣੀ ਕਿ ਪੁਰਾਣਾ ਇੱਥੇ ਲਿਖਿਆ ਪਿਆ ਜਿਹੜਾ ਵਰਡ, ਤੁਹਾਨੂੰ ਰੀਡਿੰਗ 'ਚ ਜਾ ਕੇ ਪਤਾ ਲੱਗੂ ਇਹਦਾ ਸਿਨੋਨਿਮ ਕੀ ਪਾਇਆ ਉਹਨਾਂ ਨੇ। ਇਹਦੇ ਨਾਲ ਤੁਹਾਡੇ ਸਿਨੋਨਿਮ ਜਿਹੜੇ ਹੈਗੇ ਆ ਉਹ ਕਮ ਸੇ ਕਮ 10 ਡੇਜ਼ ਦੇ ਵਿੱਚ ਹੀ ਬਹੁਤ ਜ਼ਿਆਦਾ ਵਧੀਆ ਲੈਵਲ ਦੇ ਬਣ ਜਾਣੀ ਹੈ। ਤੇ ਇੱਕ ਤੁਹਾਡੀ ਇੱਕ ਜਾਣੀ ਕਿ ਨਿਊ ਚੀਜ਼ ਇਹਦੇ ਨਾਲ ਹੋਰ ਬਾਹਰ ਨਿਕਲੂਗੀ। ਜਦੋਂ ਹੀ ਤੁਸੀਂ ਰੀਡਿੰਗ ਦੇ ਵਿੱਚ ਬਾਅਦ ਚੋਂ ਕੁਐਸਚਨ ਪੜ੍ਹਿਆ ਕਰੋਗੇ ਕੋਈ ਨਿਊ ਰੀਡਿੰਗ ਦੇ ਵਿੱਚ, ਤਾਂ ਤੁਹਾਨੂੰ ਹੁਣੇ ਜਾਣੀ ਕਿ ਪੋਸੀਬਿਲਿਟੀਜ਼ ਪਤਾ ਜਾਣੀ ਕਿ ਲੱਗਣ ਲੱਗ ਜਾਣਗੀਆਂ ਕਿ ਆਹ ਜਿਹੜੇ ਵਰਡ ਹੈਗੇ ਆ ਇਹਨਾਂ ਨੂੰ ਬਦਲ ਬਦਲ ਕੇ ਕੀ ਕੀ ਲਿਖਿਆ ਜਾ ਸਕਦਾ। ਕਿਉਂਕਿ ਤੁਸੀਂ ਪਿਛਲੇ 10 ਦਿਨਾਂ ਤੋਂ ਪੜ੍ਹ ਰਹੇ ਹੋਵੋਗੇ ਫਾਈਂਡ ਆਊਟ, ਡਿਸਕਵਰ, ਟਾਰਗੇਟ, ਸ਼ਾਰਟ ਟਰਮ, ਲੌਂਗ ਟਰਮ, ਆ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਵਾ ਤੁਸੀਂ ਉਹ 10 ਦਿਨ ਪੜ੍ਹੋਗੇ ਤੁਹਾਨੂੰ ਪਤਾ ਲੱਗਣ ਲੱਗ ਜਾਊਗਾ ਰੀਡਿੰਗ ਦੇ ਵਿੱਚ ਸਿਨੋਨਿਮ ਕਿਵੇਂ ਕੰਮ ਕਰਦੇ ਆ। ਤੁਹਾਨੂੰ ਉੱਧਰ ਜਾ ਕੇ ਪਤਾ ਲੱਗ ਜੇ ਕੁਐਸਚਨ ਦੇ ਵਿੱਚ ਕਾਪੀ ਲਿਖਿਆ ਪਿਆ ਵਾ ਤਾਂ ਕਾਪੀ ਨੂੰ ਰੀਡਿੰਗ ਦੇ ਵਿੱਚ ਬਦਲ ਕੇ ਕੀ ਲਿਖਿਆ ਗਿਆ। ਸਾਰੀ ਰੀਡਿੰਗ ਨਹੀਂ ਪੜ੍ਹਨੀ ਬਲਕਿ ਕੁਐਸਚਨ ਦੀ ਜਿੱਥੇ ਲੋਕੇਸ਼ਨ ਤੁਹਾਨੂੰ ਲੱਭੇਗੀ ਉਹ 2 ਤੋਂ 3 ਲਾਈਨਾਂ ਦੇ ਵਿੱਚ ਤੁਸੀਂ ਨੋਟ ਕਰਨਾ ਕਿ ਰੀਡਿੰਗ ਪੈਰਾਫਰੇਜ਼ਿੰਗ ਕਿਵੇਂ ਕਰੀ ਜਾਂਦੀ। ਤੇ ਜੇ ਤੁਹਾਨੂੰ ਵਧੀਆ ਲੈਵਲ ਦੇ ਵਰਡ ਪਤਾ ਲੱਗਣ ਤਾਂ ਤੁਸੀਂ ਉਹਨਾਂ ਨੂੰ ਕਾਪੀ ਤੇ ਨੋਟ ਕਰ ਲਿਆ ਕਰਨ। ਹੁਣ ਨੋਟ ਕਿਵੇਂ ਕਰਨਾ ਵਾ, ਮੰਨ ਕੇ ਚਲੋ ਉਹਨਾਂ ਨੇ ਤੁਹਾਨੂੰ ਕੁਐਸਚਨ ਦੇ ਵਿੱਚ ਕਿਹਾ ਕਿ ਟੈਂਪਰੇਰੀ ਸੋਲੂਸ਼ਨ, ਟੈਂਪਰੇਰੀ ਸੋਲੂਸ਼ਨ ਆ ਕੁਐਸਚਨ ਦੇ ਵਿੱਚ ਵਰਡ ਲਿਖਿਆ ਪਿਆ ਸੀਗਾ। ਕੁਐਸਚਨ ਦੇ ਵਿੱਚ ਤੁਸੀਂ ਰੀਡਿੰਗ ਦੇ ਉੱਪਰ ਗਏ, ਰੀਡਿੰਗ ਦੇ ਵਿੱਚ ਉਹਨਾਂ ਨੇ ਟੈਂਪਰੇਰੀ ਨੂੰ ਕੀ ਲਿਖਤਾ, ਟੈਂਪਰੇਰੀ ਨੂੰ ਲਿਖਤਾ ਜੀ ਸ਼ਾਰਟ ਟਰਮ, ਤੇ ਸੋਲੂਸ਼ਨ ਨੂੰ ਲਿਖਤਾ ਜਾਨੀ ਕਿ ਮੈਜ਼ਰਮੈਂਟ। ਤਾਂ ਤੁਹਾਨੂੰ ਹੁਣ ਹੌਲੀ ਹੌਲੀ ਤੁਹਾਡੇ ਬ੍ਰੇਨ ਨੂੰ ਪਤਾ ਲੱਗਣ ਲੱਗੂਗਾ ਕਿ ਲੈਂਗੁਏਜ ਕੰਮ ਕਿਵੇਂ ਕਰਦੀ ਹੈ। ਯਾਨੀ ਕਿ ਟੈਂਪਰੇਰੀ ਸੋਲੂਸ਼ਨ ਨੂੰ ਸ਼ਾਰਟ ਟਰਮ ਜਾਨੀ ਕਿ ਮੈਜ਼ਰਮੈਂਟ ਲਿਖਿਆ ਪਿਆ। ਇਹਦੇ ਨਾਲ ਤੁਸੀਂ ਜਦੋਂ ਸਕੈਨਿੰਗ ਵੀ ਕਰੋਗੇ ਤਾਂ ਤੁਸੀਂ ਉੱਤੇ ਰੁਕ ਜਾ ਕਰੋਗੇ ਲੋਕੇਸ਼ਨ ਤੇ ਜਾ ਕੇ। ਹੁਣ ਕਈ ਬੱਚੇ ਕੀ ਕਰਦੇ ਆ, ਸ਼ਾਰਟ ਟਰਮ ਕੀਵਰਡ ਚੱਕਦੇ ਆ ਜੀ, ਮੰਨ ਕੇ ਲਓ ਉਹਨਾਂ ਨੇ ਟੈਂਪਰੇਰੀ ਸੋਲੂਸ਼ਨ ਹੀ ਵਰਡ ਚੱਕ ਲੈਣਾ, ਹਾਲਾਂਕਿ ਪਤਾ ਕਿ ਰੀਡਿੰਗ ਦੇ ਵਿੱਚ ਟੈਂਪਰੇਰੀ ਨੂੰ ਵੀ ਚੇਂਜ ਕਰਕੇ ਲਿਖਿਆ ਪਿਆ ਹੋਣਾ ਤੇ ਸੋਲੂਸ਼ਨ ਨੂੰ ਵੀ ਚੇਂਜ ਕਰਕੇ ਲਿਖਿਆ ਪਿਆ ਹੋਣਾ। ਬੱਚਾ ਕੀ ਕਰਦਾ ਵਾ, ਉਹ ਸਕੈਨਿੰਗ ਕਰਦਾ ਕਰਦਾ ਉਹਦੇ ਮਾਈਂਡ ਦੇ ਵਿੱਚ ਟੈਂਪਰੇਰੀ ਵਰਡ ਚੱਲੀ ਜਾਂਦਾ ਹੁੰਦਾ ਤੇ ਸੋਲੂਸ਼ਨ ਚੱਲੀ ਜਾਂਦਾ ਹੁੰਦਾ। ਉਹ ਨੇ ਸ਼ਾਰਟ ਟਰਮ ਮੈਜ਼ਰਮੈਂਟ ਵਰਡ ਦੇ ਕੋਲ ਦੀ ਲੰਘ ਜਾਣਾ, ਬਟ ਉਹਨੂੰ ਪਤਾ ਹੀ ਨਹੀਂ ਲੱਗਣਾ ਕਿ ਮੇਰੀ ਇਹ ਲੋਕੇਸ਼ਨ ਐਕਚੁਅਲ ਦੇ ਵਿੱਚ ਬਦਲ ਕੇ ਲਿਖਿਆ ਗਿਆ। ਰੀਡਿੰਗ ਪੈਰਾਫਰੇਜ਼ਿੰਗ ਸਕਿੱਲ ਤੇ ਕੰਮ ਕਰਦੀ ਹੈ। ਯਾਨੀ ਕਿ ਜੋ ਤੁਹਾਡਾ ਕੁਐਸਚਨ ਹੁੰਦਾ ਵਾ ਤੁਹਾਨੂੰ ਇਹ ਚੀਜ਼ ਪਤਾ, ਯਾਨੀ ਕਿ ਕੁਐਸਚਨ ਦੇ ਵਿਚਲਾ ਜਿਹੜਾ ਕੰਟੈਂਟ ਹੁੰਦਾ ਵਾ ਉਹ 90% ਰੀਡਿੰਗ ਪੈਰੇ ਤੇ ਲਿਜਾ ਕੇ ਚੇਂਜ ਕਰ ਦਿੰਦੀ। ਕੋਈ ਟਾਵਾਂ ਟੱਲਾ ਵਰਡ ਜ਼ਰੂਰ ਹੁੰਦਾ ਵਾ ਜਿਹੜੇ ਪ੍ਰੋਪਰ ਨਾਉਨ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਬਦਲਿਆ ਜਾ ਸਕਦਾ, ਉਹ 10% ਹੁੰਦੇ ਆ। ਉਹ ਪ੍ਰੋਪਰ ਨਾਉਨ ਸਿੱਧੇ ਲਿਖੇ ਪਏ ਹੁੰਦੇ ਆ, ਬਟ ਵਿੱਚ ਜਿਹੜਾ 90% ਚੀਜ਼ਾਂ ਹੁੰਦੀਆਂ ਉਹ ਸਾਰੀਆਂ ਬਦਲ ਕੇ ਲਿਖ ਦਿੰਦੇ ਆ। ਜੇ ਲੋਟ ਆਫ ਲਿਖਿਆ ਪਿਆ ਹੋਵੇ ਤਾਂ ਰੀਡਿੰਗ ਨੇ
ਇਹ ਸਾਰੀਆਂ ਚੀਜ਼ਾਂ ਨੂੰ ਬਦਲ ਦੇਣਾ ਜੀ। ਸੋਲਿਊਸ਼ਨ ਨੂੰ ਬਦਲ ਦੇਣਾ ਵਾ, ਸ਼ਾਰਟ ਟਰਮ, ਟੈਂਪਰੇਰੀ, ਪਰਮਾਨੈਂਟ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਹੈਗੀਆਂ ਸਾਰੀਆਂ ਬਦਲ ਦੇਣੀਆਂ ਜੀ। ਵਰਬ ਨੂੰ ਤਾਂ ਉਹ ਖਾਸ ਕਰਕੇ ਹੀ ਬਦਲ ਦਿੰਦੇ ਆ। ਤਾਂ ਤੁਸੀਂ ਨੋਟ ਕਰਨਾ ਕਿ ਡਿਕਲਾਈਨ ਨੂੰ ਕੀ ਲਿਖਿਆ ਗਿਆ। ਤੁਸੀਂ ਹੁਣ ਤੱਕ ਆਪਾਂ ਤੁਸੀਂ ਵਰਡ ਕੀ ਸਿੱਖੇ ਆ? ਡਿਕਲਾਈਨ, ਮੰਨ ਕੇ ਲਓ ਤੁਸੀਂ ਡਿਕਰੀਜ਼ ਕਹਿਤਾ ਜੀ, ਇੱਥੇ ਤੁਸੀਂ ਇੱਥੇ ਡਿਕਲਾਈਨ ਕਹਿਤਾ, ਤਾਂ ਤੁਹਾਨੂੰ ਜਾ ਕੇ ਉੱਥੇ ਪਤਾ ਲੱਗਿਆ ਕਿ ਰੀਡਿੰਗ ਦੇ ਵਿੱਚ ਇੱਕ ਨਵਾਂ ਵਰਡ ਲਿਖਿਆ ਪਿਆ, ਡਿਕਰੀਜ਼ ਨੂੰ ਸ਼ਰਿੰਕ ਲਿਖਿਆ ਪਿਆ ਉਹਨਾਂ ਨੇ। ਤਾਂ ਸ਼ਰਿੰਕ ਦਾ ਮਤਲਬ ਵੀ ਕੀ ਹੋ ਗਿਆ? ਅੱਗੇ ਨਾਲੋਂ ਘਟ ਜਾਣਾ, ਮੰਨ ਕੇ ਚੱਲੋ ਜੀ। ਤਾਂ ਤੁਸੀਂ ਇਹ ਜਸਟ ਨੋਟ ਕਰਨੀਆਂ ਚੀਜ਼ਾਂ ਕਿ ਕੁਐਸਚਨ ਦੇ ਵਿਚਲੀ ਲੈਂਗੁਏਜ ਨੂੰ ਰੀਡਿੰਗ ਪੈਰਾਫਰੇਜ਼ ਕਿਵੇਂ ਕਰਕੇ ਲਿਖਦੀ ਹੈ। ਹੁਣ ਤੁਹਾਨੂੰ ਸਾਰੀ ਟ੍ਰਾਂਸਲੇਟ ਕਰਨ ਦੀ ਲੋੜ ਨਹੀਂ ਪਿਆ ਕਰਨੀ। ਇਹਦੇ ਨਾਲ ਹੁਣ ਕਿਹੜੀਆਂ ਜੋ ਤੁਹਾਡੀ ਜਾਨੀ ਕਿ ਜੋ ਹਾਂਜੀ ਚੀਜ਼ਾਂ ਤੇਜ਼ ਹੋਣਗੀਆਂ। ਪਹਿਲੇ ਨੰਬਰ ਤੇ ਮੈਪ ਰੀਡਿੰਗ, ਤੁਹਾਨੂੰ ਪਤਾ ਲੱਗ ਜਾਇਆ ਕਰੂ ਕਿ ਲੋਕੇਸ਼ਨ ਕਿੱਥੇ ਆ, ਰੋਜ਼ ਪ੍ਰੈਕਟਿਸ ਹੋ ਜਾਇਆ ਕਰੂ। ਨੰਬਰ 2 ਤੇ ਹੁਣ ਤੁਹਾਨੂੰ ਸਾਰੀ ਜੋ ਰੀਡਿੰਗ ਨਹੀਂ ਟ੍ਰਾਂਸਲੇਟ ਕਰਨੀ ਪੈਣੀ, ਹਾਂਜੀ, ਜੋ ਬਲਕਿ ਸਿਲੈਕਟਡ ਪੋਰਸ਼ਨ ਜਿਹੜਾ ਹੈਗਾ, ਜਸਟ ਜਿੱਥੇ ਤੁਹਾਡੀ ਲੋਕੇਸ਼ਨ ਆ, ਸਿਲੈਕਟਡ ਪੋਰਸ਼ਨ। ਤਾਂ ਤੀਸਰੇ ਨੰਬਰ ਤੇ ਤੁਹਾਨੂੰ ਇਹਦੇ ਵਿੱਚ ਸਿਨੋਨਿਮ ਪਤਾ ਲੱਗਿਆ ਕਰਨਗੇ ਕਿ ਕਿੱਦਾਂ ਕੁਐਸਚਨ ਨੂੰ ਰੀਡਿੰਗ ਦੇ ਵਿੱਚ ਆ ਕੇ ਬਦਲ ਕੇ ਲਿਖਦੇ ਆ ਜੀ। ਤੇ ਇਹਦੇ ਨਾਲ ਤੁਹਾਡੀ ਜਿਹੜੀ ਪੈਰਾਫਰੇਜ਼ਿੰਗ ਸਕਿੱਲ ਹੈਗੀ ਆ ਉਹ ਕਾਫੀ ਜ਼ਿਆਦਾ ਤੁਹਾਡੀ ਕੀ ਹੋਊਗੀ ਜੀ, ਸ਼ਾਰਪ ਹੋ ਜਾਣੀ ਹੈ ਜੀ। ਤੁਸੀਂ ਜਸਟ ਇੱਕ ਸਿੰਗਲ ਪੈਰਾ ਹੀ ਕਰਿਆ ਕਰਨਾ, ਨਾਲ ਦੀ ਨਾਲ ਉਹਨੂੰ ਤੁਸੀਂ ਸੋਲਵ ਵੀ ਕਰ ਸਕਦੇ ਹੋ ਤੇ ਨਾਲ ਤੁਸੀਂ ਆਪਣੀ ਕਾਪੀ ਤੇ ਲਿਖਣਾ ਵੀ ਆ ਵੀ ਕਿਹੜੇ ਵਰਡ ਨੂੰ ਕਿੱਦਾਂ ਜਾਣੀ ਕਿ ਬਦਲ ਕੇ ਲਿਖਿਆ। ਜੇ ਲਿਖਣਾ ਨਹੀਂ ਤਾਂ ਤੁਹਾਡੇ ਮਾਈਂਡ ਤੇ ਡਿਪੈਂਡ ਕਰਦਾ, ਤੁਸੀਂ ਉਹਨਾਂ ਨੂੰ ਯਾਨੀ ਕਿ ਯਾਦ ਵੀ ਰੱਖ ਸਕਦੇ ਹੋ, ਰਿਮੈਂਬਰ ਵੀ ਕਰ ਸਕਦੇ ਹੋ। ਕਈ ਬੱਚਿਆਂ ਨੂੰ ਲਿਖਣ ਦੀ ਹੈਬਿਟ ਨਹੀਂ ਹੁੰਦੀ। ਆਪਾਂ ਰੀਡਿੰਗ ਤੇ ਜਾ ਕੇ ਦੇਖਦੇ ਹਾਂ ਇਹਦੇ ਨਾਲ ਤੁਹਾਨੂੰ ਕਿਹੜੀਆਂ ਚੀਜ਼ਾਂ ਪਤਾ ਲੱਗਣਗੀਆਂ। ਮੰਨ ਕੇ ਚਲੋ ਤੁਹਾਡੀ ਜੀ ਆ ਰੀਡਿੰਗ ਆ, ਮੰਨ ਕੇ ਚਲੋ ਤੁਹਾਡੇ ਸਾਹਮਣੇ ਆ ਪੈਰਾਗ੍ਰਾਫ ਆ ਜਿਹਦਾ ਨਾਮ ਆ ਡੋਮੈਸਟਿਕ ਰੋਬੋਟਸ। ਡੋਮੈਸਟਿਕ ਰੋਬੋਟਸ ਜੇ ਆਪਾਂ ਇਹਨੂੰ ਹੁਣ ਦੇਖੀਏ ਤਾਂ ਮੇਨ ਆਪਾਂ ਚੀਜ਼ ਦੇਖਣੀ ਹੈ ਕਿ ਤੁਸੀਂ ਘਰੇ ਪੜ੍ਹਿਆ ਕਿਵੇਂ ਕਰਨਾ। ਆਪਾਂ ਮੇਨ ਇਹਨੂੰ ਸੋਲਵ ਨਹੀਂ ਕਰਨਾ ਐਕਚੁਅਲ ਦੇ ਵਿੱਚ, ਸੋਲਵ ਚਲੋ ਨਾਲ ਕਰ ਵੀ ਲਵਾਂਗੇ, ਬਟ ਮੇਨ ਚੀਜ਼ ਦੇਖਦੇ ਆਪਾਂ ਜੀ। ਤਾਂ ਇਹਨਾਂ ਨੇ ਆਪਾਂ ਨੂੰ ਇੱਥੇ ਕੀ ਕਿਹਾ ਜੀ, ਆਪਣਾ ਇੱਥੋਂ ਪਹਿਲਾ ਕੁਐਸਚਨ ਆ ਇਹਦੇ ਵਿੱਚ ਜੇ ਆਪਾਂ ਦੇਖੀਏ ਕਿ ਕੀਵਰਡ ਕਿਹੜੇ ਕੰਮ ਕਰ ਰਹੇ ਆ ਜੀ, ਤਾਂ ਇਹਦੇ ਵਿੱਚ ਆਪਣਾ ਸਟਾਰਟਿੰਗ ਤੋਂ ਹੀ ਸਟਾਰਟ ਹੋਊਗਾ ਤੇ ਰੋਂਬਾ ਆਪਣੇ ਕੋਲ ਲਿਖਿਆ ਗਿਆ ਜੀ, ਇੱਥੇ ਵਰਡ ਰੋਂਬਾ। ਤੇ ਰੋਂਬਾ ਦੇ ਵਿੱਚ ਕਿਹੜੀ ਗੱਲ ਦੇ ਹੋਈ ਹੈ ਜੀ, ਇੰਪਰੂਵਮੈਂਟਸ ਦੀ ਗੱਲ ਹੋਈ ਹੈ ਇੱਥੇ ਜੀ। ਹਾਲਾਂਕਿ ਇਹ ਵਰਡ ਬਦਲੇ ਜਾ ਸਕਦੇ ਆ, ਮੇਡ ਵਰਡ ਨੂੰ ਬਦਲਿਆ ਜਾ ਸਕਦਾ ਜੀ, ਠੀਕ ਹੈ। ਅੱਗੇ ਆਪਾਂ ਨੈਕਸਟ ਜਾ ਕੇ ਦੇਖੀਏ ਤਾਂ ਜੀ ਉਹ ਕਹਿੰਦੇ ਕਿ ਰੋਂਬਾ ਦੇ ਪਾਥ ਦੀ ਗੱਲ ਹੋਈ ਆ, ਜਿਹੜਾ ਰੋਂਬਾ ਦਾ ਰਸਤਾ ਹੈਗਾ ਵਾ ਉਹਦੇ ਵਿੱਚ ਜਿਹੜੀ ਕਹਿੰਦੇ ਆਬਸਟੈਕਲਸ ਹੁੰਦੀਆਂ ਵਾ, ਹੈਵ ਟੂ ਬੀ ਰਿਮੂਵਡ, ਉਹ ਰਿਮੂਵਡ ਕਰਨੀਆਂ ਪੈਂਦੀਆਂ ਜੀ। ਥਰਡ ਦੇ ਵਿੱਚ ਜਾ ਕੇ ਦੇਖੀਏ ਤਾਂ ਰੋਂਬਾ ਕਹਿੰਦੇ ਕੀਪਸ ਕਲੀਨਿੰਗ, ਕਹਿੰਦੇ ਜੀ ਉਹ ਸਫਾਈ ਰੱਖਦਾ ਵਾ। ਇੱਥੇ ਕਲੀਨਿੰਗ ਦੀ ਗੱਲ ਕਿਤੇ ਨਾ ਕਿਤੇ ਗੱਲ ਕੀਤੀ ਗਈ ਹੋਊਗੀ ਜੀ ਰੀਡਿੰਗ ਦੇ ਵਿੱਚ, ਕੋਈ ਸਿਨੋਨਿਮ ਆਪਾਂ ਨੂੰ ਜਾ ਕੇ ਉਧਰ ਪਤਾ ਲੱਗੂਗਾ ਜੀ। ਤੇ ਡਰਟ ਫ੍ਰੀ ਏਦਾਂ ਦੀ ਕੋਈ ਗੱਲ, ਹਾਲਾਂਕਿ ਇਹ ਸਾਰੇ ਵਰਡ ਬਦਲੇ ਜਾ ਸਕਦੇ ਆ ਜੀ। ਅੱਗੇ ਜਾ ਕੇ ਵੇਖੀਏ ਤਾਂ ਕਹਿੰਦੇ ਪੀਪਲ ਵਨਸ ਫਾਊਂਡ ਵਾਸ਼ਿੰਗ ਮਸ਼ੀਨ, ਤਾਂ ਫੋਰਥ ਵਿੱਚ ਆਪਾਂ ਨੂੰ ਜਿਹੜਾ ਵਰਡ ਬਦਲਿਆ ਵਾ ਜੋ ਆਪਾਂ ਨੂੰ ਲੱਭਿਆ ਵਾ ਉਹ ਸਿੱਧਾ ਹੀ ਲਿਖਿਆ ਪਿਆ ਹੋ ਸਕਦਾ ਜੀ, ਕਿਉਂਕਿ ਵਾਸ਼ਿੰਗ ਮਸ਼ੀਨ ਦਾ ਕੋਈ ਸਿਨੋਨਿਮ ਨਹੀਂ ਛੇਤੀ ਹੋ ਸਕਦਾ ਜੀ, ਵਾਸ਼ਿੰਗ ਮਸ਼ੀਨ। ਤੇ ਜੇ ਤੁਸੀਂ ਫਿਫਥ ਦੇ ਵਿੱਚ ਦੇਖੋ ਤਾਂ ਕੰਪੈਰੀਟਿਵ ਸਟੱਡੀਜ਼, ਦੇਖੋ ਕੰਪੈਰੀਟਿਵ ਵਰਡ ਕੀ ਤੋਂ ਪਿਆ ਜੀ, ਇਹ ਜਾਨੀ ਕਿ ਪਿਆ ਕੰਪੇਅਰ ਤੋਂ। ਕੰਪੇਅਰ ਮੰਨ ਲਓ ਜਾਂ ਤੁਸੀਂ ਕੰਪੈਰੀਜ਼ਨ, ਹਾਂਜੀ ਮੰਨ ਲਓ ਜੀ ਇਹਨੂੰ ਕੰਪੈਰੀਜ਼ਨ। ਤਾਂ ਕੰਪੈਰੀਟਿਵ ਸਟੱਡੀਜ਼ ਕਿਹੜੀਆਂ ਹੁੰਦੀਆਂ, ਹਾਂਜੀ ਕੰਪੈਰੀਟਿਵ ਵਰਡ ਪਿਆ ਕੰਪੇਅਰ ਤੋਂ। ਕੰਪੇਅਰ ਦਾ ਮਤਲਬ ਤੁਲਨਾ ਕਰਨ ਵਾਲੀਆਂ, ਯਾਨੀ ਕਿਸੇ ਹੋਰ ਦੇ ਨਾਲ ਕਿਸੇ ਦੀ ਤੁਲਨਾ ਕਰਨੀ। ਕਹਿੰਦੇ ਜੀ ਕੰਪੈਰੀਟਿਵ ਸਟੱਡੀਜ਼ ਹੈਗੀਆਂ, ਕਿਹੜੀਆਂ ਸਟੱਡੀਜ਼, ਜਿਹੜੀਆਂ ਦੂਸਰਿਆਂ ਦੇ ਨਾਲ ਕੰਪੇਅਰ ਕਰਦੀਆਂ, ਉਹ ਕਹਿੰਦੇ ਜੀ ਹੈਗੀਆਂ ਵਾ। ਅੱਗੇ ਜਾ ਕੇ ਕੀਵਰਡ ਕਿਹੜਾ ਸੀਗਾ, ਡੋਮੈਸਟਿਕ ਰੋਬੋਟ ਦੀ ਗੱਲ ਹੋਈ ਜੀ, ਡੋਮੈਸਟਿਕ ਰੋਬੋਟ। ਤੇ ਜੇ ਆਪਾਂ ਲਾਸਟ ਵਾਲਾ ਦੇਖੀਏ ਤਾਂ ਕਹਿੰਦੇ ਜਿਹੜਾ ਰੋਂਬਾ ਹੈਗਾ ਵਾ ਜੀ, ਉਹ ਕਹਿਣਗੇ ਟਾਈਡ ਸੱਪ। ਦੇਖੋ ਟਾਈਡ ਸੱਪ ਦਾ ਮੀਨਿੰਗ ਇਹ ਕੀ ਤੋਂ ਪਿਆ, ਟਾਈਡੀ ਤੋਂ ਪਿਆ, ਹਾਂਜੀ ਟਾਈਡੀ ਅਪ, ਤੇ ਇਕੱਲਾ ਟਾਈਡੀ ਆਪਾਂ ਜਿਹਨੂੰ ਕਹਿ ਦਿੰਦੇ ਆ। ਤੁਹਾਡੀ ਸਪੀਕਿੰਗ ਦੇ ਵਿੱਚ ਵੀ ਇੱਕ ਹਾਂਜੀ ਕੁਐਸਚਨ ਸੀਗਾ ਵੀ ਕਹਿੰਦੇ ਕੀ ਤੁਸੀਂ ਟਾਈਡੀ ਪਰਸਨ ਹੈਗੇ ਹੋ, ਸੋ ਤੁਹਾਨੂੰ ਇਹਦਾ ਮੀਨਿੰਗ ਪਤਾ ਹੋਣਾ ਹਾਂਜੀ ਚਾਹੀਦਾ ਸਾਨੂੰ ਕਿ ਟਾਈਡੀ ਮੀਨਸ ਕੀ ਹੁੰਦਾ। ਰੋਂਬਾ ਕਹਿੰਦੇ ਜੋ ਹੈਗਾ ਵਾ, ਕਹਿੰਦੇ ਟਾਈਡ ਸੱਪ ਏ ਰੂਮ, ਰੂਮ ਨੂੰ ਜੀ ਕਹਿੰਦੇ ਟਾਈਡ ਸੱਪ ਕਰਦਾ ਵਾ, ਤੇ ਨਾਲ ਹੋਰ ਕਿਹੜੀ ਚੀਜ਼ ਕਰਦਾ ਜੀ, ਕਹਿੰਦੇ ਕਲੀਨਿੰਗ ਵੀ ਕਰਦਾ ਵਾ। ਹੁਣ ਤੁਹਾਨੂੰ ਇੰਨੀ ਕੁ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਇੱਕ ਤਾਂ ਵਰਡ ਜੀ ਟਾਈਡੀ ਹੋ ਗਿਆ ਤੇ ਦੂਸਰਾ ਵਰਡ ਹੋ ਗਿਆ ਜੀ ਕਲੀਨਿੰਗ। ਇਹਦਾ ਮਤਲਬ ਇਹ ਸਿਮਿਲਰ ਨਹੀਂ ਹੋ ਸਕਦੇ, ਕਿਉਂਕਿ ਜੇ ਇਹ ਇਹਨਾਂ ਦੇ ਸਿਨੋਨਿਮ ਹੀ ਹੋਣ ਤਾਂ ਕੁਐਸਚਨ ਦੇ ਵਿੱਚ ਇਕੱਠੇ ਤਾਂ ਫਿਰ ਲਿਖਣੇ ਹੀ ਨਹੀਂ ਸੀਗੇ ਜੀ।
ਯਾਨੀ ਕਿ ਟਾਈਡੀ ਅਪ ਕਰਨਾ ਹੋਰ ਚੀਜ਼ ਹੁੰਦੀ ਹੈ, ਜੇ ਤੁਸੀਂ ਰੂਮ ਨੂੰ ਟਾਈਡੀ ਅਪ ਕਰ ਰਹੇ ਹੋ ਤਾਂ ਉਹ ਹੋਰ ਚੀਜ਼ ਆ, ਤੇ ਕਲੀਨਿੰਗ ਕਰਨੀ ਇੱਕ ਹੋਰ ਚੀਜ਼ ਆ। ਤੁਹਾਡੇ ਵਿੱਚ ਥੋੜੀ ਜਿਹੀ ਕਿਉਰਿਓਸਿਟੀ ਤਾਂ ਹੋਣੀ ਚਾਹੀਦੀ ਹੈ ਕਿ ਤੁਸੀਂ ਜਾਣਨ ਦੀ ਕੋਸ਼ਿਸ਼ ਕਰੋ ਕਿ ਟਾਈਡੀ ਅਪ ਮਤਲਬ ਕੀ ਹੁੰਦਾ ਵਾ ਤੇ ਕਲੀਨਿੰਗ ਦਾ ਮਤਲਬ ਕੀ ਹੁੰਦਾ ਵਾ। ਓਕੇ ਜੀ, ਤਾਂ ਆਪਾਂ ਨੂੰ ਇੱਥੇ ਪਤਾ ਲੱਗ ਗਈਆਂ ਨਿੱਕੀਆਂ ਮੋਟੀਆਂ ਚੀਜ਼ਾਂ ਜੋ ਵੀ ਇੱਧਰ ਹੈਗੀਆਂ ਵਾ। ਤਾਂ ਪਹਿਲਾਂ ਆਪਾਂ ਪਹਿਲਾ ਕੁਐਸਚਨ ਦੇਖਦੇ ਹਾਂ ਜੀ, ਨਾਲ ਦੀ ਨਾਲ ਤੁਹਾਡੇ ਤੋਂ ਮੈਂ ਪੁੱਛੂੰਗਾ ਜੀ, ਕੀ ਕਹਿੰਦੇ ਜੀ ਇਹ, ਕਹਿੰਦੇ ਜੀ ਇੰਪਰੂਵਮੈਂਟਸ ਹੈਵ ਬੀਨ ਮੇਡ। ਜਦੋਂ ਤੁਸੀਂ ਯਾਨੀ ਕਿ ਜੇ ਤੁਸੀਂ ਸਿੰਗਲ ਪੈਸੇਜ ਕਰਨ ਲੱਗੇ ਹੋ, ਇੱਕ ਤਾਂ ਹੁੰਦਾ ਸਾਰੀ ਰੀਡਿੰਗ ਨੂੰ ਕਰਨਾ ਟਾਈਮ ਲਗਾ ਕੇ, ਉਹ ਤੁਹਾਡੀ ਟਾਈਮ ਮੈਨੇਜਮੈਂਟ ਹੁੰਦੀ ਆ, ਉਹ ਤੁਸੀਂ ਫਾਈਨਲ ਦੇ ਲਈ ਖੁਦ ਨੂੰ ਪ੍ਰਪੇਅਰ ਕਰਦੇ ਹੋ। ਇੱਕ ਹੁੰਦਾ ਵਾ ਇੱਕ ਸਿੰਗਲ ਪੈਸੇਜ ਨੂੰ ਕਰਨਾ ਜਾਂ ਇੱਕ ਸਿੰਗਲ ਟਾਈਪ ਕਰਨੀ, ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਸਿੰਗਲ ਪੈਸੇਜ ਕਰਨਾ ਕਿ ਸਿੰਗਲ ਟਾਈਪ। ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਸਿੰਗਲ ਟਾਈਪ ਕਰਿਆ ਕਰੋ, ਜਿਵੇਂ ਮੈਂ ਵੀਡੀਓਜ਼ ਦੇ ਵਿੱਚ ਵੀ ਆਪਣੀ ਚ ਰੀਸੈਂਟਲੀ ਦੱਸਿਆ ਸੀਗਾ। ਤੁਸੀਂ ਕੀ ਕਰਨਾ ਵਾ, ਜਿਵੇਂ ਤੁਹਾਡੇ ਸਾਹਮਣੇ ਇੱਕ ਸਿੰਗਲ ਪੈਰਾ ਤੁਹਾਨੂੰ ਦਿਖ ਰਿਹਾ ਵਾ ਜਿਹਦਾ ਨਾਮ ਹੈਗਾ ਵਾ, ਉਹ ਕਹਿੰਦੇ ਡੋਮੈਸਟਿਕ ਰੋਬੋਟ, ਜਿਹੜੀ ਇਹ ਵੈਬਸਾਈਟ ਹੈਗੀ ਆ ਵੈਬਸਾਈਟ ਦਾ ਨਾਮ ਲਿਖਿਆ ਪਿਆ ਇੱਥੇ, ਯਾਨੀ ਕਿ ਮਿਨੀ ਆਇਲਸ। ਇਹਦੇ ਤੋਂ ਤੁਸੀਂ ਗਿਣਤੀ ਦੇ 10 ਪੈਸੇਜ ਵੀ ਟਰਾਂਸਲੇਟ ਕਰਾ ਲਓ ਨਾ ਜੀ, ਗਿਣਤੀ ਦੇ ਸਿਰਫ 10 ਪੈਸੇਜ। ਉਹ 10 ਪੈਸੇਜ ਦੇ ਵਿੱਚੋਂ ਤੁਸੀਂ ਕੀ ਕਰਨਾ, ਤੁਸੀਂ ਮੰਡੇ ਨੂੰ ਉਹਨਾਂ ਵਿੱਚੋਂ 3 ਪੈਸੇਜ ਚੱਕਣੇ ਆ, ਸਿੰਗਲ ਪੈਸੇਜ, ਤੇ ਤੁਸੀਂ ਦੇਖਣਾ ਕਿ ਪਹਿਲੇ ਪੈਸੇਜ ਦੇ ਵਿੱਚ ਕਿੰਨੇ ਟਰੂ ਫਾਲਸ ਆ, 6 ਤੋਂ 7, ਦੂਸਰੇ ਵਿੱਚ ਵੀ 6 ਤੋਂ 7 ਹੋਣਗੇ, ਤੇ ਇੱਕ ਤੁਸੀਂ ਹੋਰ ਪੈਸੇਜ ਨੂੰ ਲੱਭੋ ਜਿਹਦੇ ਵਿੱਚ 6 ਤੋਂ 7 ਹੈਗੇ ਆ। ਤਾਂ ਟੋਟਲ ਤੁਹਾਡੇ 3 ਪੈਸੇਜ ਦੇ ਵਿੱਚ ਕਿੰਨੇ ਟਰੂ ਫਾਲਸ ਹੋ ਗਏ, 21 ਟਰੂ ਫਾਲਸ ਹੋ ਗਏ। ਤੇ ਤੁਸੀਂ ਜਸਟ ਹੋਰ ਕੁਝ ਨਹੀਂ ਕਰਨਾ, ਰਿਲੈਕਸ ਹੋ ਕੇ ਕੰਫਰਟੇਬਲ ਹੋ ਕੇ, ਕੋਈ ਟਾਈਮ ਨਹੀਂ ਲੱਗਾ ਹੋਣਾ ਚਾਹੀਦਾ, ਕੋਈ ਮਾਈਂਡ ਤੇ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਜੀ, ਨਾ ਤੁਸੀਂ ਟਾਈਮ ਪੀਸ ਦੇਖਣਾ, ਕੁਝ ਨਹੀਂ ਕਰਨਾ, ਬਸ ਤੁਸੀਂ ਜਸਟ 21 ਟਰੂ ਫਾਲਸ ਨੂੰ ਸੋਲਵ ਕਰਨਾ ਵਾ। ਤੇ ਸੋਲਵ ਵੀ ਕਿਹੜੇ ਤਰੀਕੇ ਨਾਲ ਕਰਨਾ ਵਾ, ਨਾਲ ਸਟ੍ਰੈਟਜੀਜ਼ ਨੂੰ ਯਾਦ ਰੱਖਣਾ ਵਾ ਆਪਣੀ, ਕਿ ਜਿਹੜਾ ਹੁਣੀ ਮੈਂ ਕੁਐਸਚਨ ਪੜ੍ਹੀ ਜਾਂਦਾ ਵਾ ਇਹਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਕਿਸੇ ਨਾਲ ਕੰਪੇਅਰ ਕੀਤਾ, ਜਿਹੜਾ ਮੈਂ ਹੁਣ ਕੁਐਸਚਨ ਪੜ੍ਹੀ ਜਾਂਦਾ ਉਹਦੇ ਵਿੱਚ ਇਦਾਂ ਨੇ ਮੈਨੂੰ ਕਿਹਾ ਵਾ ਕਿ ਕੋਈ ਕੰਮ ਹੈਪਨ ਹੋ ਚੁੱਕਾ ਵਾ। ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਥੋੜਾ ਡੂੰਘਾਈ ਵਿੱਚ ਜਾ ਕੇ ਸੋਚਣ ਲੱਗਦੇ ਹੋ ਤਾਂ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਕੁਐਸਚਨਸ ਨੂੰ ਕਰਨਾ ਕਿਵੇਂ ਆ ਤੇ ਰੀਡਿੰਗ ਇਹਨੂੰ ਮੈਨੂਪੂਲੇਟ ਕਿਵੇਂ ਕਰੂਗੀ। ਜੇ ਤੁਸੀਂ ਜਸਟ ਵੈਸੇ ਹੀ ਇੱਕ ਪੈਸੇਜ ਚੱਕਦੇ ਹੋ, ਮਿੰਟੋ ਮਿੰਟ ਉਹਨੂੰ ਕਰਦੇ ਹੋ, ਟਾਈਮਲੀ ਦੇਖੀ ਜਾਂਦੇ ਹੋ, ਤਾਂ ਤੁਸੀਂ ਦਿਨ ਦੇ ਵਿੱਚ ਜਿੰਨੀਆਂ ਮਰਜ਼ੀ ਰੀਡਿੰਗਸ ਕਰ ਲਓ, ਉਹਦਾ ਕੋਈ ਫਾਇਦਾ ਨਹੀਂ ਹੈ। ਬਲਕਿ ਮੈਂ ਤਾਂ ਤੁਹਾਨੂੰ ਰეკਮੈਂਡ ਕਹੂੰਗਾ ਫਿਰ ਤਾਂ ਕਰਨ ਦਾ ਹੀ ਕੋਈ ਫਾਇਦਾ ਨਹੀਂ, ਫਿਰ ਤਾਂ ਇੱਕ ਦਿਨ ਦੇ ਵਿੱਚ ਜਸਟ ਇੱਕ ਸਿੰਗਲ ਰੀਡਿੰਗ ਹੀ ਕਰ ਲਿਆ ਕਰੋ, ਬਹੁਤ ਆਓ। ਕਿਉਂਕਿ ਜਿਹੜਾ ਤੁਸੀਂ ਬਾਕੀ ਫੇਰ ਉਹਨਾਂ ਨੂੰ ਟਾਈਮ ਲਾ ਕੇ ਕਰੀ ਜਾਂਦੇ ਹੋ ਦਿਨ ਦੇ ਦੌਰਾਨ ਸਾਰੀਆਂ ਚੀਜ਼ਾਂ, ਉਹ ਸਾਰੀਆਂ ਵੇਸਟ ਆਫ ਟਾਈਮ ਆ। ਉਹਦੀ ਜਗ੍ਹਾ ਤਾਂ ਉਹ ਚੰਗਾ ਤੁਸੀਂ ਸੌਂਗ ਵਗੈਰਾ ਸੁਣ ਲਓ ਜਾਂ ਮੂਵੀ ਸੁਣ ਲਓ, ਕਿਉਂਕਿ ਤੁਹਾਨੂੰ ਉਹਦੇ ਵਿੱਚੋਂ ਚਲ ਕੁਛ ਸਿੱਖਣ ਨੂੰ ਤਾਂ ਮਿਲੂਗਾ ਨਾ। ਤਾਂ ਇੱਥੇ ਜੇ ਹੁਣ ਮੈਂ ਪਹਿਲਾ ਕੁਐਸਚਨ ਘਰੇ ਡੀਟੇਲ ਨਾਲ ਕਰਨਾ ਹੋਵੇ, ਜਦੋਂ ਮੈਂ ਸਟੂਡੈਂਟ ਸੀ ਮੈਂ ਕਿਵੇਂ ਪੜ੍ਹਦਾ ਹੁੰਦਾ ਸੀ, ਟਾਈਮ ਟੂ ਸਾਰਾ ਸਾਈਡ ਤੇ ਪਿਆ ਹੁੰਦਾ ਸੀ ਜੀ। ਉਹ ਕਦੋਂ ਲੱਗਦਾ ਹੁੰਦਾ ਸੀ, ਜਦੋਂ ਮੈਂ ਇੱਕ ਸਿੰਗਲ ਰੀਡਿੰਗ ਕਰਨੀ ਆ ਸੁਬਾਹ ਬਸ। ਬਾਅਦ ਚੋਂ ਮੈਂ ਕੀ ਕਰਦਾ ਹੁੰਦਾ ਸੀ, ਬਾਅਦ ਚੋਂ ਮੈਂ ਹਰ ਇੱਕ ਕੁਐਸਚਨ ਦੇ ਵਿੱਚ ਦੇਖਦਾ ਹੁੰਦਾ ਸੀ ਰੂਲ ਕਿਹੜਾ ਲਾਇਆ ਵਾ ਤੇ ਗੱਲ ਕਿਵੇਂ ਕੀਤੀ ਹੈ ਤੇ ਕਿਹੜੀ ਕੀਤੀ ਹੈ। ਤਾਂ ਮੈਨੂੰ ਪਹਿਲੇ ਕੁਐਸਚਨ ਤੋਂ ਪਤਾ ਲੱਗਿਆ ਕਿ ਉਹ ਕਹਿੰਦੇ ਇੰਪਰੂਵਮੈਂਟਸ ਹੋ ਚੁੱਕੀਆਂ ਜੀ, ਕਹਿੰਦੇ ਹਾਂਜੀ ਕਿਹਦੇ ਵਿੱਚ ਹੋ ਚੁੱਕੀਆਂ, ਯਾਨੀ ਕਿ ਰੋਂਬਾ ਦੇ ਵਿੱਚ, ਰੋਂਬਾ ਨੂੰ ਜਿਹੜੀਆਂ ਇੰਪਰੂਵਮੈਂਟਸ ਆ ਉਹ ਹੋ ਚੁੱਕੀਆਂ ਜੀ ਟਾਈਮ ਦੇ ਦੌਰਾਨ। ਵੀ ਜਿਵੇਂ ਜਿਵੇਂ ਟਾਈਮ ਲੰਘਦਾ ਜੀ, ਉਹ ਕਹਿੰਦੇ ਜਿਵੇਂ ਜਿਵੇਂ ਟਾਈਮ ਲੰਘਿਆ। ਚਲੋ ਜੀ ਜਾ ਕੇ ਦੇਖਦੇ ਹਾਂ, ਪਹਿਲਾ ਕੁਐਸਚਨ ਜੋ ਮੇਰਾ ਹੈ ਉਹ ਆਪਾਂ ਜਾ ਕੇ ਦੇਖਦੇ ਹਾਂ ਜੀ। ਰੋਂਬਾ ਦੇ ਪਾਥ ਦੀ ਗੱਲ ਨੈਕਸਟ ਵਿੱਚ ਹੋਈ ਹੈ ਜੀ, ਤੇ ਕਲੀਨਿੰਗ, ਆ 3 ਵਰਡ ਮੇਰੇ ਮਾਈਂਡ ਦੇ ਵਿੱਚ ਆ, ਕਿਉਂਕਿ ਜੇ ਮੈਂ ਬਾਏ ਚਾਂਸ ਸਕੈਨਿੰਗ ਕਰਦਾ ਕਰਦਾ ਗਾਂਹ ਜਾ ਵੜਿਆ ਤਾਂ ਮੈਨੂੰ ਕਲੀਨਿੰਗ ਜਾਂ ਪਾਥੋ 2 ਵਰਡ ਆ ਜਿਹੜੇ ਉਹ ਰੋਕ ਲੈਣਗੇ। ਤੇ ਜੇ ਇੱਥੇ ਆਪਾਂ ਧਿਆਨ ਨਾਲ ਦੇਖੀਏ ਜੀ, ਜੇ ਆਪਾਂ ਨੂੰ ਧਿਆਨ ਨਾਲ ਦੇਖੀਏ ਤਾਂ ਮੈਨੂੰ ਇਹਦੀ ਲੋਕੇਸ਼ਨ ਪੜ੍ਹ ਕੇ ਤੁਸੀਂ ਦੱਸਣੀ ਆ ਕਿ ਇਹਦਾ ਆਨਸਰ ਕੀ ਹੋ ਸਕਦਾ। ਨੈਚੁਰਲ ਜੀ ਗੱਲ ਆ, ਇੱਥੇ ਮੈਨੂੰ ਕਲੀਨ ਵਰਡ ਦਿਖ ਗਿਆ ਜੀ, ਇਹਦਾ ਮਤਲਬ ਮੈਨੂੰ ਕਿੱਥੇ ਕਿੱਥੇ 'ਚ ਰਹਿਣਾ ਚਾਹੀਦਾ, ਮੈਨੂੰ ਆ ਤਾਂ ਵਾਲੀ ਜਗ੍ਹਾ ਜੀ ਤੇ ਰਹਿਣਾ ਚਾਹੀਦਾ ਜੀ, ਇੱਥੇ ਇੱਥੇ 'ਚ ਮੈਨੂੰ ਲੱਭਣਾ ਚਾਹੀਦਾ ਜੀ ਆਨਸਰ। ਇੱਥੇ obstacles ਦੀ ਗੱਲ ਹੋਈ ਵੀ ਆ, ਇੱਥੇ ਮੈਨੂੰ ਕਨਫਰਮ ਹੋ ਗਿਆ ਪੂਰਾ ਕਿ ਮੇਰਾ ਆਨਸਰ ਇਹਦੇ ਵਿੱਚ ਕਿਤੇ ਪਿਆ ਜੀ। ਤਾਂ ਹੁਣ ਮੈਂ ਇੱਥੇ ਆਪਾਂ ਧਿਆਨ ਨਾਲ ਪੜਾਂਗੇ ਜੀ, ਇੱਥੇ ਤਾਂ ਜਸਟ ਹਾਂਜੀ ਫਲੋਰ ਕਲੀਨਿੰਗ ਮਸ਼ੀਨਸ ਦੇ ਬਾਰੇ ਦੱਸਿਆ ਹੋਇਆ, ਮੈਨੂੰ ਸਬਜੈਕਟ ਤੋਂ ਹੀ ਪਤਾ ਲੱਗ ਗਿਆ ਗੱਲਾਂ ਕਿਹਦੀਆਂ ਹੋਈਆਂ ਵਾ, ਫਲੋਰ ਕਲੀਨਿੰਗ ਮਸ਼ੀਨ ਦੀ। ਮੈਂ ਇੱਥੇ ਕੀ ਲੱਭਣ ਆਇਆ ਵਾ, ਮੈਂ ਇੱਥੇ ਲੱਭਣ ਆਇਆ ਕਿ ਜੋ ਰੋਂਬਾ ਵਾ, ਰੋਂਬਾ ਦੇ ਵਿੱਚ ਇੰਪਰੂਵਮੈਂਟਸ ਹੋ ਚੁੱਕੀਆਂ ਕਿ ਨਹੀਂ। ਰੋਂਬਾ ਇੱਥੋਂ ਸਟਾਰਟ ਹੁੰਦਾ ਜੀ, ਪਹਿਲੀ ਲਾਈਨ ਤੋਂ ਮੈਨੂੰ ਕੋਈ ਲੈਣਾ ਦੇਣਾ ਨਹੀਂਗਾ।
ਰੂੰਬਾ ਕਿਹਦੇ ਦੁਆਰਾ ਬਣਾਇਆ ਗਿਆ? ਇੱਥੇ ਮੈਨੂੰ ਪਤਾ ਲੱਗਿਆ ਜੀ ਆਹ ਕੰਪਨੀ ਜਿਹਨੇ ਬਣਾਇਆ, ਸਾਰੀਆਂ ਚੀਜ਼ਾਂ ਹਾਲੇ ਤੱਕ ਕੋਈ ਵੀ ਗੱਲ ਸਟਾਰਟ ਨਹੀਂ ਹੋਈ। ਅੱਗੇ ਜਾ ਕੇ ਲਿਖਿਆ ਪਿਆ ਕਿ ਇਹਦਾ ਸਾਈਜ਼ ਕਿੱਡਾ ਕਾ ਜੀ, ਕਹਿੰਦੇ ਨੇ ਕਿ ਫ੍ਰਿਸਬੀ ਸਾਈਜ਼ ਦਾ ਰੋਬੋਟ ਹੈ। ਹਾਲੇ ਤੱਕ ਜਸਟ ਦੱਸਿਆ ਹੋਇਆ ਰੂੰਬਾ ਨੂੰ ਕਿਹਨੇ ਬਣਾਇਆ, ਕਿਹੜੀ ਕੰਪਨੀ ਨੇ ਬਣਾਇਆ। ਮੈਂ ਕੀ ਲੱਭਣ ਆਇਆ ਕਿ ਸਮੇਂ ਦੇ ਦੌਰਾਨ ਰੂੰਬਾ ਦੇ ਵਿੱਚ ਇੰਪਰੂਵਮੈਂਟਸ ਹੋ ਚੁੱਕੀਆਂ ਵਾ ਜੀ। ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ ਕਿ ਇਹਦਾ ਜਿਹੜਾ ਸਹੀ ਆਨਸਰ ਆ ਉਹ ਕੀ ਆਊਗਾ। ਮੈਂ ਤੁਹਾਨੂੰ ਫਿਰ ਮਿਊਟ ਤੋਂ ਖੋਲ ਦਾਂ ਜੀ। ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸਿਓ ਕਿ ਇਹਦਾ ਸਹੀ ਆਨਸਰ ਜੋ ਹੈ ਉਹ ਕੀ ਹੋ ਸਕਦਾ ਹੈ। ਹਾਂਜੀ ਹਾਂਜੀ, ਸਹੀ ਆਨਸਰ ਕੀ ਜੀ ਇਹਦਾ? ट्रू सर, ट्रू ਜੀ। ਹਾਂਜੀ, ਸਾਰਿਆਂ ਨੇ ਟਰੂ ਕਹਿ ਰਹੇ ਆ ਜੀ। ਹਾਂਜੀ ਸਰ। ਬਿਲਕੁਲ। ਤਾਂ ਜਿਹੜਾ ਇਹਦਾ ਸਹੀ ਆਨਸਰ ਆ ਜੀ ਉਹ ਕੀ ਹੈ ਜੀ? ਉਹ ਟਰੂ ਆ। ਤਾਂ ਦੇਖੋ ਇਹਦੇ ਵਿੱਚ ਕੀ ਆ, ਆਪਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਇਹਦੇ ਵਿੱਚ ਇੰਪਰੂਵਮੈਂਟਸ ਹੋ ਚੁੱਕੀਆਂ ਵਾ, ਤੇ ਇਹਨਾਂ ਨੇ ਆਪਾਂ ਨੂੰ ਕੀ ਕਿਹਾ, ਕਹਿੰਦੇ ਜੋ ਯਾਨੀ ਕਿ ਲੇਟੈਸਟ ਮਾਡਲ ਆ। ਪਹਿਲੀ ਗੱਲ ਤਾਂ ਮੈਨੂੰ ਆ ਜਿਹੜਾ ਵਰਡ ਪੜ੍ਹ ਕੇ ਪਤਾ ਲੱਗ ਗਿਆ ਕਿ ਜਿਹੜਾ ਹੁਣ ਲੇਟੈਸਟ ਮਾਡਲ ਆ, ਇਹਦਾ ਮਤਲਬ ਇਹਦੇ ਮਾਡਲ ਪਹਿਲਾਂ ਵੀ ਕਾਫੀ ਜ਼ਿਆਦਾ ਲਾਂਚ ਹੋ ਚੁੱਕੇ ਆ, ਕਿਉਂਕਿ ਤਾਂ ਹੀ ਤਾਂ ਲੇਟੈਸਟ ਵਰਡ ਯੂਜ਼ ਕੀਤਾ ਜੀ ਇਹਨਾਂ ਨੇ। ਜਿਹੜਾ ਕਹਿੰਦੇ ਲੇਟੈਸਟ ਆ ਉਹ ਹੈ ਵੀ 5th ਵਰਜਨ। ਇਹਦਾ ਮੀਨਿੰਗ ਕੀ ਨਿਕਲਿਆ ਕਿ ਪਹਿਲਾਂ ਇਹਦੇ 4 ਵਰਜਨ ਹੋਰ ਲਾਂਚ ਹੋ ਚੁੱਕੇ ਆ। ਦੇਖੋ ਹੁਣ ਤੁਸੀਂ ਇੱਥੇ ਆਪਣੀ ਕਨੈਕਟੀਵਿਟੀ ਪਾਵਰ ਦਾ ਯੂਜ਼ ਕਰ ਰਹੇ ਹੋ ਜੀ। ਜਦੋਂ ਤੁਹਾਨੂੰ ਰੀਡਿੰਗ ਹੀ ਕਹੀ ਜਾਂਦੀ ਹੈ ਕਿ ਇਹਦਾ 5th ਵਰਜਨ ਆ, ਇਹਦਾ ਮਤਲਬ ਕੋਈ ਵੀ ਕੰਪਨੀ ਪਹਿਲਾਂ ਜੇ 4 ਵਰਜਨ ਆਪਣੇ ਲਾਂਚ ਕਰੂਗੀ ਫੇਰ ਹੀ ਤਾਂ 5ਵਾਂ ਵਰਜਨ ਲਾਂਚ ਕਰੂਗੀ ਜੀ। ਸਿੱਧਾ ਹੀ 5ਵਾਂ ਵਰਜਨ ਲਾਂਚ ਕਿਵੇਂ ਹੋ ਜਾਊਗਾ? ਉਹਦੇ ਵਿੱਚ ਕੀ ਹੈ ਜੀ, ਮੋਰ ਦਾ ਮਤਲਬ ਕੀ ਹੁੰਦਾ? ਹੁਣ ਆ ਜਾਨੀ ਕਿ ਵਰਡ ਤੋਂ ਮੈਨੂੰ ਪਤਾ ਲੱਗਿਆ ਕਿ ਪਿੱਛੇ ਵਾਲਿਆਂ ਦੇ ਵਿੱਚ ਚੀਜ਼ਾਂ ਘੱਟ ਸੀਗੀਆਂ, ਉਹਨਾਂ ਵਿੱਚ ਲੈਸ ਸੀਗੀਆਂ, ਇਹਦੇ ਵਿੱਚ ਮੋਰ ਆ। ਤੇ ਜਦੋਂ ਕੋਈ ਚੀਜ਼ ਘੱਟ ਤੋਂ ਵੱਧ ਵਾਲੇ ਪਾਸੇ ਜਾਵੇ ਤਾਂ ਉਹਨੂੰ ਆਪਾਂ ਕੀ ਕਹਿੰਦੇ ਹੁੰਦੇ ਆ? ਉਹੀ ਤਾਂ ਐਕਚੁਅਲ ਦੇ ਵਿੱਚ ਇੰਪਰੂਵਮੈਂਟਸ ਹੁੰਦੀਆਂ ਜੀ। ਇਹ ਵਰਡ ਦਾ ਮੀਨਿੰਗ ਕੀ ਹੁੰਦਾ ਵਾ? ਜਦੋਂ ਵਾਧਾ ਹੋਵੇ ਕਿਸੇ ਚੀਜ਼ ਦੇ ਵਿੱਚ। ਤੇ ਕਿੰਨਾ ਵਿੱਚ ਹੋਇਆ ਜੀ? ਸੈਂਸਰ ਹੁਣ ਵੱਧ ਹੈ ਜੀ ਇਹਦੇ ਚ, ਸੌਫਟਵੇਅਰ ਇਹਦੇ ਵਿੱਚ ਕਲੈਵਰ ਆ ਹੁਣ ਉਦੋਂ ਵੀ ਜ਼ਿਆਦਾ। ਇਹਦਾ ਮਤਲਬ ਮੈਨੂੰ ਆਹ ਲਾਈਨਾਂ ਪੜ੍ਹ ਕੇ ਪਤਾ ਲੱਗ ਗਿਆ ਸੀ ਕਿੰਨਾਂ ਦੇ ਨਾਲੋਂ। ਇਹਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਜਿਹੜੇ ਪਹਿਲਾਂ ਵਾਲੇ ਸੀਗੇ। ਇੱਥੋਂ ਇੱਕ ਧਿਆਨ ਨਾਲ ਵਰਡ ਯਾਦ ਰੱਖਿਓ, ਜਦੋਂ ਵੀ ਕਿਸੇ ਵਰਡ ਦੇ ਮੂਹਰੇ ਯਾਨੀ ਕਿ ਪ੍ਰੀ ਵਰਡ ਤੁਸੀਂ ਲਿਖਿਆ ਹੋਇਆ ਦੇਖ ਲਓ, ਪ੍ਰੀ ਦਾ ਮੀਨਿੰਗ ਹੀ ਹੁੰਦਾ ਪਹਿਲਾਂ ਵਾਲਾ। ਦੇਖੋ ਪ੍ਰੀ ਬੋਰਡ ਤੁਸੀਂ ਕਹਿੰਦੇ ਹੁੰਦੇ ਸੀ ਕਿ ਮੇਰੇ ਐਗਜ਼ਾਮ ਆ ਪ੍ਰੀ ਬੋਰਡ ਦੇ। ਪ੍ਰੀ ਦਾ ਮਤਲਬ ਕੀ ਹੁੰਦਾ ਸੀ? ਬੋਰਡ ਤੋਂ ਪਹਿਲਾਂ ਵਾਲੇ ਐਗਜ਼ਾਮ। ਸੋ ਕਹਿੰਦੇ ਜੀ ਪਹਿਲਾਂ ਵਾਲਿਆਂ ਦੇ ਨਾਲੋਂ ਇਹਦੇ ਵਿੱਚ ਸੈਂਸਰ ਵੀ ਹੁਣ ਜ਼ਿਆਦਾ ਵਾ ਤੇ ਕਲੈਵਰ ਸੌਫਟਵੇਅਰ ਵੀ। ਇਹਦਾ ਮੀਨਿੰਗ ਕੀ ਨਿਕਲਿਆ? ਹੁਣ ਦੇਖੋ ਇੱਥੇ ਜੋ ਸਟ੍ਰੈਟਜੀ ਕੰਮ ਕਰ ਰਹੀ ਆ, ਮੈਂ ਤੁਹਾਨੂੰ ਹਮੇਸ਼ਾ ਤੇ ਕਹਿੰਦਾ ਹੁੰਦਾ ਕਿ ਇੱਥੇ ਤੁਹਾਡੀਆਂ ਇੰਪਰੂਵਮੈਂਟ ਜੋ ਵਰਡ ਲਿਖਿਆ ਵਾ, ਰੀਡਿੰਗ ਨੇ ਵਰਡ ਨਹੀਂ ਲਿਖਣਾ, ਰੀਡਿੰਗ ਨੇ ਤੁਹਾਨੂੰ ਲਿਸਟ ਬਣਾ ਕੇ ਦੱਸਣਾ ਵਾ ਕਿ ਇੰਪਰੂਵਮੈਂਟ ਕਿਹੜੀਆਂ ਹੋਈਆਂ ਵਾ ਜੀ। ਸੋ ਇਹ ਆਪਣਾ ਕੀ ਆ ਗਿਆ? ਇਹ ਆਪਣਾ ਟਰੂ ਆ ਗਿਆ ਜੀ। ਨੈਕਸਟ ਦੇਖਦੇ ਹਾਂ ਜੀ, ਧਿਆਨ ਨਾਲ ਦੇਖਿਓ ਨੈਕਸਟ ਕੁਐਸਚਨ ਜੀ। ਹਾਂਜੀ, ਤਾਂ ਇੱਥੇ ਇਹਨਾਂ ਨੇ ਆਪਾਂ ਨੂੰ ਕਿਹਾ ਜੀ, ਇੱਥੇ ਇਹਨਾਂ ਨੂੰ ਆਪਾਂ ਨੂੰ ਕਿਹਾ ਕਿ obstacles ਜਿਹੜੀਆਂ ਹੁੰਦੀਆਂ ਵਾ have to be removed। ਅੱਛਾ ਤੁਸੀਂ ਇੱਥੇ ਤੱਕ ਦੀ ਜੋ ਸਟਰਕਚਰ ਸਿੱਖੀ ਸੀ, ਦੇਖੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਦੋਂ ਤੁਸੀਂ ਪ੍ਰੋਡਕਟਿਵ ਹੋ ਕੇ ਪੜ੍ਹਦੇ ਹੋ ਨਾ, ਤੁਸੀਂ ਉਦੋਂ ਬਹੁਤ ਕੁਝ ਸਿੱਖਦੇ ਹੋ। ਤੇ ਜੇ ਤੁਸੀਂ ਵੈਸੇ ਹੀ ਆਪਾਂ ਕਹਿ ਦਈਏ ਕਿ ਬਸ ਕੋਈ ਚੀਜ਼ ਤੁਸੀਂ ਬਸ ਸੋਚ ਰਹੇ ਹੋ ਕਿ ਬਸ ਇਹਨੂੰ ਮੈਂ ਕਿ ਨਗਾਉਣਾ ਵਾ, ਜਾਂ ਬਸ ਮੈਂ ਖੁਦ ਦੇ ਵੱਲੋਂ ਪੜ੍ਹਨਾ ਵਾ। ਇੱਕ ਹੁੰਦੀ ਆ ਫਾਰਮੈਲਿਟੀ, ਬਸ ਖੁਦ ਪੜ੍ਹਨ ਬਹਿਣਾ। ਤੇ ਜੇ ਕੋਈ ਪੁੱਛੇ ਤਾਂ ਕਹਿ ਦੇਣਾ ਕਿ ਜੀ ਮੈਂ ਪੜ੍ਹਦਾ ਹੁੰਨਾ 2 ਤੋਂ 3 ਘੰਟੇ, ਫਿਰ ਵੀ ਯਾਨੀ ਕਿ ਮੇਰਾ ਕੁਝ ਬਣਦਾ ਨਹੀਂ। ਇੱਕ ਹੁੰਦਾ ਕਿ ਬਹੁਤ ਜ਼ਿਆਦਾ ਪ੍ਰੋਡਕਟਿਵ ਹੋ ਕੇ ਪੜ੍ਹਨਾ ਜੀ। ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਮੈਂ ਕੁਐਸਚਨ ਭਾਵੇਂ ਦਿਨ ਦੇ ਵਿੱਚ 6 ਹੀ ਕਰਦਾ ਹੁੰਦਾ ਸੀਗਾ, ਬਟ ਉਹ 6 ਕੁਐਸਚਨ ਕਰਨ ਤੋਂ ਬਾਅਦ ਚੋਂ ਮੈਨੂੰ ਲੱਗਦਾ ਕੀ ਹੁੰਦਾ ਸੀਗਾ, ਮੈਂ ਕਮ ਸੇ ਕਮ 50 ਕੁਐਸਚਨ ਕਰ ਲਏ। ਕਿਉਂਕਿ ਮੈਂ ਇਦਾਂ ਕਿਉਂ ਕਹਿ ਰਿਹਾ? ਕਿਉਂਕਿ 6 ਤਾਂ ਮੈਂ ਕੀਤੇ ਹੁੰਦੇ ਸੀਗੇ ਟਰੂ ਫਾਲਸ ਨੋਟ ਗਿਵਨ। ਸਟ੍ਰੈਟਜੀਜ਼ ਵੀ ਮੈਂ ਵਿੱਚ ਹੀ ਸਿੱਖ ਲਈਆਂ ਹੁੰਦੀਆਂ ਸੀਗੀਆਂ ਕਿ ਕਿਹੜੀਆਂ ਸਟ੍ਰੈਟਜੀਜ਼ ਦੀ ਪੋਸੀਬਿਲਿਟੀ ਆ, ਕਿਵੇਂ ਫਾਈਨਲ ਦੇ ਵਿੱਚ ਮੈਨੂਪੂਲੇਟ ਕਰ ਸਕਦੇ ਆ। ਮੰਨ ਕੇ ਲਓ ਇੱਥੇ ਇਹਨਾਂ ਨੇ ਆਪਾਂ ਨੂੰ ਕਿਹਾ ਕਿ ਜੀ ਉਹਦੇ ਵਿੱਚ ਇੰਪਰੂਵਮੈਂਟਸ
ਹੋ ਚੁੱਕੀਆਂ ਸੀਗੀਆਂ। ਤਾਂ ਮੈਂ ਉਦੋਂ ਕਨੈਕਟੀਵਿਟੀ ਬਣਾਉਂਦਾ ਹੁੰਦਾ ਸੀਗਾ ਕਿ ਬਿਲਕੁਲ ਜੇ ਪੈਰਾ ਕੋਈ ਹੋਰ ਵੀ ਹੋਵੇ ਤਾਂ ਉਹਦੇ ਵਿੱਚ ਵੀ ਇਹਨਾਂ ਨੇ ਇੰਪਰੂਵਮੈਂਟ ਵਰਡ ਜਦੋਂ ਲਿਖਤਾ ਤਾਂ ਰੀਡਿੰਗ ਦੇ ਵਿੱਚ ਲਿਸਟ ਬਣਾ ਕੇ ਦੱਸ ਦੇਣਗੇ ਜੀ ਕਿ ਉਹ ਕਿਹੜੀਆਂ ਹੈਗੀਆਂ। ਮੈਂ ਜਸਟ ਵਰਡ ਤੇ ਨਹੀਂ ਧਿਆਨ ਰੱਖਣਾ, ਮੈਂ ਦੇਖਣਾ ਕਿ ਇੰਪਰੂਵਮੈਂਟ ਲਿਖੀ ਪਈ ਹੈ ਕੋਈ ਰੀਡਿੰਗ ਦੇ ਵਿੱਚ। ਤੇ ਹੈਵ ਬੀਨ ਮੇਡ ਤੋਂ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਸੀਗਾ ਕਿ ਇਹ ਪ੍ਰੈਜ਼ੈਂਟ ਪਰਫੈਕਟ ਦੀ ਵੌਇਸ ਫਾਰਮੇਸ਼ਨ ਆ। ਨਾਲ ਨਾਲ ਮੇਰਾ ਰਾਈਟਿੰਗ ਦਾ ਕੰਮ ਵੀ ਚੱਲੀ ਜਾਂਦਾ ਹੁੰਦਾ ਸੀ। ਮੈਨੂੰ ਪਤਾ ਹੁੰਦਾ ਸੀ ਕਿ ਮੈਂ ਰੂਲ ਸਿੱਖਿਆ ਕਿ ਹੈਜ਼ ਤੇ ਹੈਵ ਤੋਂ ਬਾਅਦ ਚੋਂ ਥਰਡ ਫਾਰਮ ਲਾਉਣੀ ਹੈ ਜੀ। ਹੁਣ ਇੱਥੇ ਮੈਂ ਕੀ ਸਮਝਦਾ ਹੁੰਦਾ ਸੀਗਾ ਕਿ ਇੰਪਰੂਵਮੈਂਟ ਹੋ ਚੁੱਕੀਆਂ ਵਾ ਤੇ ਕੀਤੀਆਂ ਕਿਹਨੇ ਆ ਜੀ, ਉਹ ਇਹਨਾਂ ਨੇ ਦੱਸਿਆ ਹੀ ਨਹੀਂ। ਇੰਪਰੂਵਮੈਂਟ ਕਿਹਨੇ ਕੀਤੀਆਂ ਦੱਸਿਆ ਹੀ ਨਹੀਂ, ਇਹਦਾ ਮਤਲਬ ਹੈ ਵੌਇਸ। ਤੇ ਮੈਂ ਆਪਣੇ ਮਾਈਂਡ ਦੇ ਵਿੱਚ ਇਹਨੂੰ ਕਨਵਰਟ ਵੀ ਕਰਕੇ ਦੇਖ ਲੈਂਦਾ ਹੁੰਦਾ ਸੀ ਕਿ ਜੇ ਮੈਂ ਇਹਦੀ ਟੈਂਸ ਫਾਰਮੇਸ਼ਨ ਬਣਾਉਣੀ ਹੋਵੇ ਤਾਂ ਕਿਵੇਂ ਬਣੂਗੀ ਜੀ। ਮੈਨੂੰ ਇੱਥੋਂ ਬੀਨ ਕੱਟਣਾ ਪੈਣਾ ਵਾ ਜੀ, ਇੱਥੋਂ ਆ ਮੂਰਲਾ ਵਰਡ ਕੱਟਣਾ ਪੈਣਾ ਜੀ, ਤੇ ਮੈਨੂੰ ਇਹਦੇ ਮੂਰੇ ਡੂਅਰ ਰੱਖਣਾ ਪੈਣਾ। ਜੇ ਮੈਂ ਰੱਖਦਾ ਵਾਂ ਕਿ ਜੌਨ ਐਂਡ ਹੈਕ ਹੈਵ ਮੇਡ, ਤੇ ਇੰਪਰੂਵਮੈਂਟ ਵਰਡ ਮੈਨੂੰ ਇੱਥੇ ਚੱਕ ਕੇ ਲਾਉਣਾ ਪੈਣਾ ਜੀ। ਹੁਣ ਇਹ ਕੀ ਬਣ ਗਿਆ, ਹੁਣ ਇਹ ਟੈਂਸ ਫਾਰਮੇਸ਼ਨ ਬਣ ਗਈ ਜੀ। ਤੇ ਵੌਇਸ ਫਾਰਮੇਸ਼ਨ ਕਿਵੇਂ ਬਣ ਜਾਂਦੀ ਹੈ ਜੇ ਮੈਂ ਇਹਨਾਂ ਚੀਜ਼ਾਂ ਨੂੰ ਕੱਢਦਾ। ਇਹ ਚੀਜ਼ਾਂ ਜਦੋਂ ਤੁਸੀਂ ਡੇਲੀ ਲਾਈਫ ਦੇ ਵਿੱਚ ਦੇਖਣ ਲੱਗ ਜਾਓਗੇ ਤੁਹਾਨੂੰ ਇਹ ਬੱਚਿਆਂ ਵਾਲੀਆਂ ਲੱਗਣ ਲੱਗ ਜਾਣਗੀਆਂ। ਹੁਣ ਤੁਸੀਂ ਹੁਣ ਤੱਕ ਸਟਰਕਚਰ ਕਿਹੜੀ ਪੜ੍ਹੀ ਆ, ਤੁਸੀਂ ਹੁਣ ਤੱਕ ਸਟਰਕਚਰ ਪੜ੍ਹੀ ਆ ਕਿ ਹੈਵ ਟੂ ਦੇ ਨਾਲ ਫਸਟ ਫਾਰਮ ਲੱਗੀ ਹੋਈ ਦੇਖੀ ਆ ਤੁਸੀਂ, ਹੈਵ ਟੂ ਦੇ ਨਾਲ ਫਸਟ ਫਾਰਮ। ਤੁਸੀਂ ਸੈਂਟੈਂਸ ਕਿੱਦਾਂ ਦੇ ਪੜ੍ਹੇ ਆ ਜਾਂ ਬਣਾਏ ਕਿੱਦਾਂ ਦੇ, ਮੰਨ ਕੇ ਤੁਸੀਂ ਹੈਵ ਟੂ ਦੇ ਨਾਲ ਫਸਟ ਫਾਰਮ। ਅੱਛਾ ਕਿੱਥੇ ਲੱਗਦੀ ਹੁੰਦੀ ਚੀਜ਼, ਇਹ ਰੂਲ ਉੱਥੇ ਯੂਜ਼ ਹੁੰਦਾ ਵਾ ਜੀ ਜਿੱਥੇ ਕੋਈ ਤਾਂ ਕੰਮ ਬਹੁਤ ਜ਼ਿਆਦਾ ਜਾਨੀ ਕਿ ਜ਼ਰੂਰੀ ਹੋਵੇ, ਜਾਨੀ ਕਿ ਨੈਸੈਸਰੀ ਹੋਵੇ, ਜਾਂ ਜੀ ਉਹ ਕੰਮ ਫੋਰਸਫੁਲੀ ਕਰਨਾ ਪੈ ਰਿਹਾ ਹੋਵੇ, ਜਾਂ ਤਾਂ ਜ਼ਰੂਰੀ ਹੋਵੇ ਜਾਂ ਫਿਰ ਫੋਰਸਫੁਲੀ। ਜੀ ਮੰਨ ਕੇ ਲਓ ਤੁਸੀਂ ਇੱਥੇ ਕਹਿ ਰਹੇ ਹੋ ਆਰਾਮ ਹੈਜ਼ ਟੂ ਗੈਟ ਅਪ ਅਰਲੀ, ਆਰਾਮ ਹੈਜ਼ ਟੂ ਗੈਟ ਅਪ ਅਰਲੀ। ਇਹਦਾ ਮੀਨਿੰਗ ਕੀ ਹੈ ਜੀ, ਜਾਂ ਤਾਂ ਜ਼ਰੂਰੀ ਹੈ ਆਰਾਮ ਤਾਂ ਉੱਠਦਾ, ਵੀ ਰਾਮ ਨੂੰ ਜਲਦੀ ਉੱਠਣਾ ਪੈਂਦਾ ਵਾ, ਜਾਂ ਤਾਂ ਜ਼ਰੂਰਤ ਹੋ ਸਕਦੀ ਹੈ ਜੀ ਕਿਉਂਕਿ ਹੋ ਸਕਦਾ ਰਾਮ ਕਿਸੇ ਜਾਨੀ ਕਿ ਐਗਜ਼ਾਮ ਦੀ ਜਾਨੀ ਕਿ ਪ੍ਰੈਪਰੇਸ਼ਨ ਕਰਦਾ ਹੋਵੇ, ਜਾਂ ਫਿਰ ਉਹ ਫੋਰਸਫੁਲੀ ਵੀ ਹੋ ਸਕਦਾ ਜੀ ਕਿ ਉਹਨੂੰ ਕੋਈ ਠਾਉਂਦਾ ਵਾ ਸੁਭਾ ਜੀ। ਤਾਂ ਹੈਜ਼ ਟੂ ਜਾਂ ਹੈਵ ਟੂ ਦਾ ਯੂਜ਼ ਕਿੱਥੇ ਹੁੰਦਾ ਜਦੋਂ ਜਾਂ ਤਾਂ ਕੋਈ ਕੰਮ ਜ਼ਰੂਰੀ ਹੋਵੇ ਜੀ ਤੇ ਜਾਂ ਕੋਈ ਚੀਜ਼ ਕੀ ਹੋਵੇ ਫੋਰਸਫੁਲੀ ਕੀਤੀ ਜਾ ਰਹੀ ਹੋਵੇ। ਹੁਣ ਤੁਸੀਂ ਹੁਣ ਤੱਕ ਜਦੋਂ ਇਹ ਰੂਲ ਪੜ੍ਹਿਆ ਵਾ ਕਿਤੇ ਵੀ ਤਾਂ ਤੁਸੀਂ ਮੂਰੇ ਡੂਅਰ ਲੱਗਾ ਹੀ ਦੇਖਿਆ ਹੋਊਗਾ ਜੀ। ਆਰਾਮ ਹੈਵ ਟੂ ਜਾਂ ਪੀਪਲ ਹੈਵ ਟੂ, ਤੁਸੀਂ ਇੱਥੇ ਤੱਕ ਤੁਸੀਂ ਸੈਂਟੈਂਸ ਬਣਾਏ ਹੋਣਗੇ। ਸਟੂਡੈਂਟਸ ਹੈਵ ਟੂ ਡੂ ਵਰਕ ਵਿਦ ਸਟੱਡੀ ਇਨ ਫੋਰਨ ਕੰਟਰੀਜ਼। ਤੁਸੀਂ ਇਹ ਸੈਂਟੈਂਸ ਬਣਾਤਾ ਜੀ। ਤੁਸੀਂ ਅੱਜ ਤੱਕ ਜਿੰਨੇ ਵੀ ਸੈਂਟੈਂਸ ਬਣਾਏ ਆ ਤੁਸੀਂ ਹਮੇਸ਼ਾ ਮੂਰੇ ਡੂਅਰ ਰੱਖਿਆ, ਤਾਂ ਤੁਹਾਡੇ ਬ੍ਰੇਨ ਦੇ ਵਿੱਚ ਜਿਹੜੀ ਯਾਨੀ ਕਿ ਪ੍ਰੋਗਰਾਮਿੰਗ ਹੋਈ ਆ ਉਹ ਮੂਰੇ ਡੂਅਰ ਰੱਖ ਕੇ ਹੀ ਪੋਸੀਬਲ ਆ। ਹੋਰ ਕੋਈ ਇਹਦੀ ਸਟਰਕਚਰ ਪੋਸੀਬਲ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਜਿਹੜੀ ਚੀਜ਼ ਬ੍ਰੇਨ ਸਿੱਖਦਾ ਵਾ ਤੇ ਉਹ ਚੀਜ਼ ਹੀ ਇਹਦੇ ਬਸ ਪੈਟਰਨ ਫਿੱਟ ਹੋ ਜਾਂਦਾ ਜੀ। ਹੋਰ ਕੋਈ ਨਵੀਂ ਚੀਜ਼ ਨਹੀਂ, ਇਹ ਖੁਦ ਕੋਲ ਕੋਈ ਚੀਜ਼ ਨਹੀਂ ਬਣਾ ਸਕਦਾ ਜਿੰਨਾ ਚਿਰ ਇਹ ਉਹ ਚੀਜ਼ ਨੂੰ ਦੇਖ ਨਾ ਲਵੇ। ਖਾਸ ਕਰਕੇ ਲੈਂਗੁਏਜ ਦੀ ਗੱਲ ਕਰ ਰਹੇ ਹਾਂ, ਹੋਰ ਕਿਸੇ ਚੀਜ਼ ਦੀ ਨਹੀਂ। ਪੂਰਾ ਮੈਂ ਚਲੋ ਇਹ ਪੋਸੀਬਲ ਹੈ ਚੀਜ਼। ਤਾਂ ਤੁਸੀਂ ਹੁਣ ਇਹਦੇ ਵਿੱਚ ਕੀ ਕਰੋਗੇ ਜੀ, ਤੁਹਾਨੂੰ ਇਹਦੀ ਵੌਇਸ ਫਾਰਮੇਸ਼ਨ ਪਤਾ ਹੀ ਨਹੀਂ ਲੱਗਣੀ। ਤੁਹਾਨੂੰ ਇਹ ਚੀਜ਼ ਪਤਾ ਹੀ ਨਹੀਂ ਸੀਗੀ, ਜਾਣੀ ਕਿ ਕਈ ਸਟੂਡੈਂਟਾਂ ਨੂੰ, ਕਈਆਂ ਨੂੰ ਪਤਾ ਸੀ ਕਿ ਹੈਵ ਟੂ ਤੋਂ ਬਾਅਦ ਚੋਂ ਜੇ ਆਪਾਂ ਫਸਟ ਫਾਰਮ ਲਾ ਦਈਏ ਤਾਂ ਮੂਰੇ ਡੂਅਰ ਰੱਖਣਾ ਪੈਂਦਾ ਹੁੰਦਾ ਹਮੇਸ਼ਾ, ਤੇ ਇਹਦੀ ਟੈਂਸ ਫਾਰਮੇਸ਼ਨ ਹੈ, ਐਕਟਿਵ ਫਾਰਮੇਸ਼ਨ ਹੈ ਇਹਦੀ। ਤੇ ਜੇ ਇਹਦੀ ਆਪਾਂ ਜਾਣੀ ਕਿ ਪੈਸਿਵ ਫਾਰਮੇਸ਼ਨ ਬਣਾਉਣੀ ਹੋਵੇ ਜੀ ਤਾਂ ਪੈਸਿਵ ਫਾਰਮੇਸ਼ਨ ਇਹਦੀ ਹੁੰਦੀ ਆ ਹੈਜ਼ ਜਾਂ ਹੈਵ ਟੂ ਤੋਂ ਬਾਅਦ ਚੋਂ ਬੀ ਲਾਉਣਾ ਪੈਂਦਾ ਵਾ, ਬਾਅਦ ਚੋਂ ਜੀ ਥਰਡ ਫਾਰਮ ਲਾਉਣੀ ਪੈਂਦੀ ਹੈ ਜੀ। ਇਹ ਚੀਜ਼ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਮੰਨ ਕੇ ਚੱਲੋ ਮੈਂ ਤੁਹਾਨੂੰ ਕਹਾਂ ਜੀ ਕਿ ਰਾਮ ਹੈਜ਼ ਟੂ ਕਲੀਨ ਦਿਸ ਰੂਮ, ਕਿ ਰਾਮ ਨੂੰ ਜੀ ਇਹ ਰੂਮ ਕਲੀਨ ਕਰਨਾ ਪੈਂਦਾ ਵਾ। ਤੇ ਜੇ ਮੈਂ ਸਿਰਫ ਕਿਸੇ ਡੂਅਰ ਦਾ ਨਾਮ ਨਾ ਮੈਂਸ਼ਨ ਕਰਾਂ, ਬਲਕਿ ਮੈਂ ਸਿਰਫ ਇੰਨਾ ਕਹਿਣਾ ਹੋਵੇ ਕਿ ਜੀ ਜਿਹੜਾ ਕੰਮ ਆ ਜਾਣੀ ਕਿ ਜੋ ਇਹ ਕੰਮ ਆ ਇਹਨੂੰ ਹੋਣਾ ਪੈਂਦਾ ਡੇਲੀ। ਜਿਵੇਂ ਮੈਂ ਕਹਦਾ ਵਾਂ the room has to be cleaned, ਇਹਦਾ ਮੀਨਿੰਗ ਕੀ ਨਿਕਲਿਆ ਜੀ ਕਿ ਰੂਮ ਨੂੰ ਡੇਲੀ ਸਾਫ਼ ਕਰਨਾ ਪੈਂਦਾ ਵਾ। ਮੰਨ ਕੇ ਲਓ ਮੈਂ ਡੇਲੀ ਲਾ ਦੇਵਾਂ ਪਿੱਛੇ ਰੂਮ ਹੈਜ਼ ਟੂ ਬੀ ਕਲੀਨਡ ਡੇਲੀ, ਇਹਦਾ ਮਤਲਬ ਕੀ ਆ ਰੂਮ ਨੂੰ ਡੇਲੀ ਸਾਫ਼ ਹੋਣਾ ਪੈਂਦਾ ਵਾ। ਹੁਣ ਇੱਥੇ ਸਾਫ਼ ਕਰਦਾ ਕੌਣ ਆ, ਮੈਂ ਡੂਅਰ ਨਹੀਂ ਮੈਂਸ਼ਨ ਕਰ ਰਿਹਾ ਜੀ।
ਤੇ ਸੇਮ ਹੀ ਤੁਹਾਡਾ ਕੁਐਸਚਨ ਸੀਗਾ, ਜੇ ਤੁਸੀਂ ਜਾ ਕੇ ਰੂਲ ਦੇਖੋ, ਰੂਲ ਦੇ ਵਿੱਚ ਕੀ ਲਿਖਿਆ, ਕਹਿੰਦੇ ਜਿਹੜੇ ਡਿੱਕੇ ਆ, ਜਿਹੜੀਆਂ ਰੁਕਾਵਟਾਂ ਵਾ, ਜਿਹੜੀਆਂ obstacles ਆ, have to be removed, ਉਹ ਹਟਾਉਣੀਆਂ ਪੈਂਦੀਆਂ ਵਾ ਜੀ। ਕਹਿੰਦੇ ਜਿਹੜੀਆਂ ਰੁਕਾਵਟਾਂ ਹੈਗੀਆਂ ਵਾ ਜੀ, ਉਹ ਹਟਾਉਣੀਆਂ ਪੈਂਦੀਆਂ ਵਾ, ਜਾਂ ਤਾਂ ਜ਼ਰੂਰੀ ਹੋਊਗਾ ਜੀ ਕੰਮ। ਫਰੋਮ ਰੋਮਬਾਜ਼ ਪਾਥ, ਰੋਮਬਾਜ਼ ਪਾਥ ਦਾ ਮਤਲਬ ਰੋਮਬਾ ਦਾ ਜਿਹੜਾ ਰਾਸਤਾ ਵਾ। ਹੁਣ ਆਪਾਂ ਨੂੰ ਪਤਾ ਰੋਮਬਾ ਇੱਥੇ ਕੌਣ ਆ, ਰੋਮਬਾ ਇੱਕ ਰੋਬੋਟ ਹੈ ਜੀ। ਇਹਦਾ ਮੀਨਿੰਗ ਕੀ ਨਿਕਲਿਆ, ਕਹਿੰਦੇ ਜੀ ਜਿਹੜਾ ਰੋਮਬਾ ਹੈਗਾ ਵਾ, ਮੰਨ ਕੇ ਚੱਲੋ ਆਹ ਰੋਬੋਟ ਹੈ ਜੀ, ਆਹ ਵਾਲਾ ਰੋਬੋਟ ਹੈ ਜੀ, ਉਹ ਵਾਲਾ ਜਿਹਦਾ ਨਾਮ ਰੋਮਬਾ ਵਾ। ਰੋਮਬਾ ਦਾ ਆਹ ਪਾਥ ਆ, ਮੰਨ ਕੇ ਚੱਲੋ ਰੋਮਬਾ ਨੇ ਸਟਰੇਟ ਜਾਣਾ ਵਾ ਜੀ। ਕੁਐਸਚਨ ਤੁਹਾਨੂੰ ਕੀ ਕਹਿ ਰਿਹਾ ਵਾ, ਕੁਐਸਚਨ ਕਹਿੰਦਾ ਜੀ ਜਿਹੜੀਆਂ ਇਹਦੇ ਰਾਸਤੇ ਦੇ ਵਿੱਚ ਰੁਕਾਵਟਾਂ ਹੁੰਦੀਆਂ, ਮੰਨ ਕੇ ਚੱਲੋ ਮੂਹਰੇ ਬੁੱਕ ਪਈ ਆ ਇਹਦੇ ਰੋਮਬਾ ਦੇ, ਰੋਮਬਾ ਡਾਇਰੈਕਸ਼ਨ ਦੇ ਵਿੱਚ ਇਹਨੇ ਜਾਣਾ ਵਾ, ਤੇ ਰੋਮਬਾ ਦੇ ਮੂਹਰੇ ਬੁੱਕ ਪਈ ਆ ਜੀ। ਕੁਐਸਚਨ ਕਹਿੰਦਾ ਵੀ ਇਹ ਰੁਕਾਵਟਾਂ ਨੂੰ ਕਹਿੰਦੇ ਹਟਾਉਣਾ ਪੈਂਦਾ ਵਾ, ਬਈ ਜਾਣੀ ਕਿ ਬੁੱਕ ਨੂੰ ਚੱਕਣਾ ਪੈਂਦਾ ਵਾ, ਫੇਰ ਰੋਮਬਾ ਲੰਘੂਗਾ ਜੀ। ਜਾਣੀ ਕਿ ਰੋਮਬਾ ਦੇ ਰਾਸਤੇ ਦੇ ਵਿੱਚ ਜਿਹੜੀਆਂ ਰੁਕਾਵਟਾਂ, ਜਿਹੜੀਆਂ ਚੀਜ਼ਾਂ ਵਾ, ਉਹ ਚੱਕਣੀਆਂ ਪੈਂਦੀਆਂ ਵਾ। ਹੁਣ ਇਹ ਚੱਕਣ ਵਾਲਾ ਕੰਮ ਕਿਹਨੇ ਕਰਨਾ ਵਾ, ਨੈਚੁਰਲ ਜੀ ਗੱਲ ਆ, ਜਾਂ ਹਿਊਮਨ ਨੇ ਕਰਨਾ ਹੋਊਗਾ। ਬਾਕੀ ਆਪਾਂ ਨੂੰ ਰੀਡਿੰਗ ਤੋਂ ਜਾ ਕੇ ਪਤਾ ਲੱਗੂਗਾ ਕਿ ਰਾਸਤੇ ਵਿੱਚ ਜਿਹੜੀਆਂ ਰੁਕਾਵਟਾਂ ਵਾ, ਕੀ ਉਹ ਚੱਕਣੀਆਂ ਪੈਂਦੀਆਂ ਵਾ। ਜਾ ਕੇ ਦੇਖਦੇ ਹਾਂ ਜੀ। ਤੁਹਾਡਾ ਕੁਐਸਚਨ ਕਹਿ ਰਿਹਾ ਜੀ ਇਹ ਕੰਮ ਜ਼ਰੂਰੀ ਆ। ਮੈਂ ਤੁਹਾਨੂੰ ਇਹ ਰੂਲ ਦੇ ਬਾਰੇ ਕੀ ਦੱਸਿਆ ਸੀ ਉਹਨੇ, ਕਿ ਇਹ ਕਦੋਂ ਲੱਗਦਾ ਹੁੰਦਾ, ਜਾਂ ਤਾਂ ਜ਼ਰੂਰਤ ਹੋਵੇ, ਜਾਂ ਕੰਪਲਸ਼ਨ ਹੋਵੇ, ਜਾਂ ਫੋਰਸਫੁਲੀ ਹੋਵੇ। ਹੁਣ ਇੱਥੇ ਜ਼ਰੂਰੀ ਹੈ ਜੀ ਕੰਮ। ਰੋਮਬਾ ਦੇ ਰਾਸਤੇ ਵਿੱਚ ਜੇ ਕੋਈ ਚੀਜ਼ ਹੋਵੇ ਤਾਂ ਉਹ ਚੱਕਣੀ ਪੈਂਦੀ ਹੈ। ਜਾ ਕੇ ਹੁਣ ਆਪਾਂ ਵੈਰੀਫਾਈ ਕਰਾਂਗੇ ਜੀ ਵੀ ਕੀ ਏਦਾਂ ਹੁੰਦਾ ਜੀ। ਆਹ ਤੁਹਾਡੇ ਸਾਹਮਣੇ ਦੀ ਲੋਕੇਸ਼ਨ ਹੈ ਜੀ, ਆਹ ਤੁਹਾਡੇ ਸਾਹਮਣੇ ਦੀ ਲੋਕੇਸ਼ਨ ਹੈ ਜੀ। ਹਾਂਜੀ, ਧਿਆਨ ਨਾਲ ਦੇਖਿਓ ਜੀ ਕੀ ਕਿਹਾ ਇਹਨਾਂ ਨੇ। ਇੱਥੇ ਤੁਹਾਨੂੰ ਜੋ ਲੋਕੇਸ਼ਨ ਆ ਜੀ, ਉਹ ਇੱਕ ਵਾਰੀ ਦੇਖਣੀ ਪੈਣੀ ਕਿੱਥੇ ਆ। ਜੇ ਉੱਥੇ ਤੁਹਾਡੀ ਲੋਕੇਸ਼ਨ ਹੋਈ ਤਾਂ ਉੱਥੇ ਹੀ ਹੋ ਸਕਦਾ ਜੀ। ਪਾਥ ਦਾ ਸਿਨੋਨਿਮ ਦੇਖਿਓ। ਮੈਂ ਤੁਹਾਨੂੰ ਹੁਣੀ ਇੱਕ ਗੱਲ ਕਹੀ ਆ, ਜਦੋਂ ਤੁਸੀਂ ਸਿਰਫ ਕੁਐਸਚਨ ਦੀ ਲੋਕੇਸ਼ਨ ਨੂੰ ਜਾ ਕੇ ਟਾਰਗੇਟ ਕਰੋਗੇ, ਤੁਹਾਨੂੰ ਉਦੋਂ ਤੁਹਾਡੀ ਜੋ ਯਾਨੀ ਕਿ ਵੋਕੈਬ ਵੀ ਤੇਜ਼ ਹੋਊਗੀ। ਤੇ ਇੱਥੇ ਉਹਨੇ ਕੀ ਕਹਿੰਦੇ ਜੀ, ਕਹਿੰਦੇ ਬਟ ਵਾਚਿੰਗ ਹਾਊ ਦਾ ਰੋਮਬਾ ਡੀਲਸ ਵਿਦ obstacles, ਬਟ ਕਹਿੰਦੇ ਜੀ ਇਹ ਦੇਖਣਾ ਕਿ ਰੋਮਬਾ ਡੀਲ ਕਿਵੇਂ ਕਰਦਾ ਵਾ ਜਾਨੀ ਕਿ ਡਿੱਕਿਆਂ ਦੇ ਨਾਲ, ਇਹ ਸਟ੍ਰੇਂਜਲੀ ਕੰਪੈਲਿੰਗ ਹੈ ਜੀ। ਇਹ ਦੇਖਣ ਆਹ ਹੁਣ ਕਿਹਦੇ ਲਈ ਲਾਇਆ ਜੀ, ਇਹ ਲਾਇਆ ਵਾ ਰੋਮਬਾ ਦੇ ਲਈ ਜੀ। ਕਹਿੰਦੇ ਜੀ ਇਹ ਕੈਪੇਬਲ ਆ, ਕੈਪੇਬਲ ਦਾ ਮਤਲਬ ਇਹ ਯੋਗ ਹੈ ਜੀ। ਇਹ ਕਹਿੰਦੇ ਕੈਪੇਬਲ ਆ, ਕੈਪੇਬਲ ਆਫ ਕਿਹਦੇ, ਸੈਂਸਿੰਗ, ਜਾਨੀ ਕਿ ਇਹ ਸੈਂਸ ਕਰ ਸਕਦਾ ਕੀ ਜੀ, ਇਹ ਆਪਣੀ ਸਰਾਊਂਡਿੰਗ ਨੂੰ ਸੈਂਸ ਕਰ ਸਕਦਾ ਜੀ। does not simply try, ਤੇ ਕਹਿੰਦੇ ਜੀ ਇਹ ਟਰਾਈ ਨਹੀਂ ਕਰਦਾ, ਕੀ ਨਹੀਂ ਕਰਦਾ ਜੀ, dare to a pre-planned route, ਜਿਹੜਾ pre-planned route ਹੁੰਦਾ। ਹੁਣ ਰੂਟ ਇਹ ਕਹਿ ਰਹੇ ਆ ਜੀ ਪਾਥ ਨੂੰ, ਤੁਹਾਡੇ ਮਾਈਂਡ ਨੂੰ ਪਤਾ ਲੱਗਾ ਕਿ ਪਾਥ ਨੂੰ ਰੂਟ ਕਿਹਾ ਗਿਆ ਜੀ। ਤੇ ਉਹ ਕਹਿੰਦੇ ਕਿ ਪਲੈਨਡ ਦਾ ਮਤਲਬ ਕੀ ਹੁੰਦਾ, ਜਦੋਂ ਕੋਈ ਚੀਜ਼ ਦੀ ਆਪਾਂ ਪਲੈਨਿੰਗ ਕਰੀਏ, ਤੇ ਪ੍ਰੀ ਦਾ ਮਤਲਬ ਹੁੰਦਾ ਪਹਿਲਾਂ ਹੀ। ਹੁਣ ਇਹਦਾ ਮੀਨਿੰਗ ਕੀ ਹੈ ਜੀ, ਹੁਣ ਤੁਸੀਂ ਇਹਨੂੰ ਜਦੋਂ ਸਰਚ ਮਾਰੋਗੇ ਵਰਡ ਨੂੰ ਗੂਗਲ ਦੇ ਉੱਪਰ, ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਸਿਨੋਨਿਮ ਕੀ ਹੁੰਦਾ ਜੀ, ਇਹ ਸਿਨੋਨਿਮ ਹੈਗਾ ਜੀ ਇਹਦਾ। ਇਹਦਾ ਹੁਣ ਤੁਸੀਂ ਨਿੱਕੇ ਹੁੰਦਿਆਂ ਨੇ ਮੀਨਿੰਗ ਦੇਖਿਆ ਕਿ ਪਾਲਣਾ ਕਰਨਾ। ਇਹਦਾ ਮਤਲਬ ਕੀ ਨਿਕਲਿਆ ਹੁਣ, ਕਹਿੰਦੇ ਜੀ ਜਿਹੜਾ ਇਹ ਉਹ ਕਹਿੰਦੇ ਕਿ ਰੋਮਬਾ ਹੈਗਾ ਵਾ, does not simply try, ਇਹ ਟਰਾਈ ਨਹੀਂ ਕਰਦਾ। ਕਾਹਦੇ ਲਈ ਟਰਾਈ ਨਹੀਂ ਕਰਦਾ, ਯਾਨੀ ਕਿ ਪਾਲਣਾ ਕਰਨ ਦੀ। ਇਹਦਾ ਮੀਨਿੰਗ ਕੀ ਨਿਕਲਿਆ ਕਿ ਰੋਮਬਾ ਕਦੇ ਵੀ ਪਾਲਣਾ ਨਹੀਂ ਕਰਦਾ। ਕਹਿੰਦੇ ਜੀ ਕਾਹਦੀ ਨਹੀਂ ਪਾਲਣਾ ਕਰਦਾ, ਪ੍ਰੀ ਪਲੈਨਡ ਰੂਟ, ਜਿਹੜਾ ਰੂਟ ਪਹਿਲਾਂ ਹੀ ਪਲੈਨਡ ਕੀਤਾ ਗਿਆ ਹੋਵੇ, ਕਹਿੰਦੇ ਜੀ ਇਹ ਉਹਨੂੰ ਯਾਨੀ ਕਿ ਪਾਲਣਾ ਨਹੀਂ ਕਰਦਾ। ਸੋ ਇਟ ਇਜ਼ ਨੋਟ ਅਪਸੈਟ, ਸੋ ਕਹਿੰਦੇ ਨੇ ਕਿ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂਗੀ। ਜੇ ਕਹਿੰਦੇ ਹਾਂਜੀ ਫਰਨੀਚਰ ਇਜ਼ ਮੂਵਡ, ਜੇ ਫਰਨੀਚਰ ਕਹਿੰਦੇ ਮੂਵ ਹੋ ਗਿਆ ਤਾਂ, ਜੇ ਕਹਿੰਦੇ ਨੇ ਕਿ ਪਿਕਡ ਅਪ ਹੋ ਗਿਆ ਜਾਂ ਟੇਕਨ ਟੂ, ਜੇ ਆਪਾਂ ਹੋਰ ਰੂਮ ਵਿੱਚ ਲੈ ਗਏ ਉਹਨੂੰ, ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਆਹ ਚੀਜ਼ ਫਿਰ ਰੂਮ ਬਦਲੇ ਲਾਏ, ਕਹਿੰਦੇ ਇਹਦੀਆਂ ਜਿਹੜੀਆਂ ਇਨਫਰਾਰੈਡ ਸੈਂਸਰ ਆ, ਉਹ ਕਹਿੰਦੇ ਯੋਗ ਬਣਾ ਦਿੰਦੇ ਆ ਜੀ ਇਹਨੂੰ। ਹਾਂਜੀ ਕਾਹਦੇ ਯੋਗ ਬਣਾ ਦਿੰਦੇ ਆ, ਟੂ ਸਲੋ ਡਾਊਨ, ਇਹ ਸਲੋ ਡਾਊਨ ਹੋ ਜਾਂਦਾ। ਰੋਮਬਾ ਦੇ ਵਿੱਚ ਆਹ ਸੈਂਸਰ ਲੱਗੇ ਹੋਏ ਆ ਜੀ, ਜਿਹੜੇ ਇਹਨੂੰ ਯੋਗ ਬਣਾ ਦਿੰਦੇ। ਕਾਹਦੇ ਯੋਗ, ਇਹ ਸਲੋ ਡਾਊਨ ਹੋ ਜਾਂਦਾ।
before reaching an obstacle, ਹਾਂਜੀ such as ਹਾਂਜੀ dozy cat, changing direction, ਕਹਿੰਦੇ ਜੀ ਜਦੋਂ ਕੋਈ ਡਿੱਕਾ ਆਉਂਦਾ ਵਾ ਡਿੱਕੇ ਤੋਂ ਪਹਿਲਾਂ ਹੀ ਇਹਦੇ ਵਿੱਚ ਸੈਂਸਰ ਲੱਗੇ ਆ ਜਿਹੜੇ ਇਹਨੂੰ ਸਲੋ ਕਰ ਦਿੰਦੇ ਆ ਤੇ ਸਲੋ ਕਰਕੇ ਇਹ ਆਪਣੀ ਡਾਇਰੈਕਸ਼ਨ ਨੂੰ ਚੇਂਜ ਕਰ ਦਿੰਦਾ ਵਾ ਜੀ। ਯਾਨੀ ਕਿ ਜੇ ਰੋਂਬਾ ਦੇ ਰਾਸਤੇ ਦੇ ਮੂਹਰੇ ਕੋਈ ਡਿੱਕਾ ਹੋਵੇ ਤਾਂ ਰੋਂਬਾ ਕੀ ਕਰੂਗਾ, ਰੋਂਬਾ ਦੇ ਵਿੱਚ ਖੁਦ ਹੀ ਸੈਂਸਰ ਲੱਗੇ ਹੋਏ ਆ ਜਿਹੜੇ ਇਹਨੂੰ ਦੱਸ ਦੇਣਗੇ ਕਿ ਜੀ ਮੂਹਰੇ ਕੋਈ ਨਾ ਕੋਈ ਚੀਜ਼ ਪਈ ਆ ਤੇ ਇਹ ਸਲੋ ਹੋ ਕੇ ਆਪਣੀ ਡਾਇਰੈਕਸ਼ਨ ਚੇਂਜ ਕਰ ਦੂਗਾ ਜੀ। ਕੁਐਸਚਨ ਤੁਹਾਡਾ ਕਹਿ ਰਿਹਾ ਕਿ ਜੀ ਰੋਂਬਾ ਦੇ ਰਾਸਤੇ ਦੇ ਵਿੱਚੋਂ ਡਿੱਕੇ ਚੱਕਣੇ ਪੈਂਦੇ ਆ, ਹੁਣ ਤੁਸੀਂ ਮੈਨੂੰ ਦੱਸੋ ਕਿ ਚੱਕਣੇ ਪੈਂਦੇ ਆ, ਲੋੜ ਹੈਗੀ ਆ ਉਹ ਚੱਕਣ ਦੀ ਕਿ ਰੋਂਬਾ ਨੂੰ ਖੁਦ ਹੀ ਡਿਜ਼ਾਈਨ ਕੀਤਾ ਗਿਆ ਕਿ ਆਪੇ ਸੌਰਟ ਆਊਟ ਕਰ ਲੈਂਦਾ ਉਹ ਚੀਜ਼? ਅੱਗੇ ਪਤਾ ਬਿਲਕੁਲ ਦੇਖੋ ਇਹਦੇ ਹਾਂਜੀ ਬਿਲਕੁਲ ਫਾਲਸ ਆ ਜੀ, ਇਹਦਾ ਸਹੀ ਆਨਸਰ, ਸਹੀ ਹੋ ਤੁਸੀਂ। ਤਾਂ ਇਹਦੇ ਵਿੱਚ ਹੁਣ ਦੇਖੋ ਕੀ ਹੁੰਦਾ, ਇਹਦੇ ਨਾਲ ਤੁਹਾਨੂੰ ਜਦੋਂ ਤੁਸੀਂ ਇਕੱਲੇ ਹੋ, ਜਦੋਂ ਤੁਸੀਂ ਜਸਟ ਲੋਕੇਸ਼ਨ ਨੂੰ ਜਾ ਕੇ ਟਰੈਕ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਵਰਡਸ ਦੇ ਸਿਨੋਨਿਮ ਕੀ ਹੋ ਸਕਦੇ ਆ। ਪਹਿਲਾਂ ਤੁਸੀਂ ਕੱਲੀ ਟਰਾਂਸਲੇਟ ਕਰਦੇ ਸੀਗੇ, ਅੱਛਾ ਕੱਲੀ ਟਰਾਂਸਲੇਟ ਕਰਨ ਦੇ ਨਾਲ ਕੀ ਹੁੰਦਾ, ਤੁਸੀਂ ਕੱਲੀ ਟਰਾਂਸਲੇਟ ਕਰਦੇ ਸੀਗੇ, ਤੁਹਾਨੂੰ ਨਹੀਂ ਪਤਾ ਕਿ ਕੁਐਸਚਨ ਦੇ ਵਿੱਚ ਕਿਹੜੀ ਲੈਂਗੁਏਜ ਕੰਮ ਕਰੀ ਜਾਂਦੀ ਹੈ, ਇਹ ਇੱਕ ਥੋੜੀ ਜਿਹੀ ਡਰਾਬੈਕ ਸੀਗੀ ਉਹਦੇ ਨਾਲ। ਹੁਣ ਤੁਹਾਨੂੰ ਕੀ ਹੈ ਜੀ, ਹੁਣ ਤੁਹਾਨੂੰ ਕੁਐਸਚਨ ਦੇ ਵਿੱਚ ਵਰਡ ਕਿਹੜੇ ਲਿਖੇ ਹੋਏ ਆ ਉਹ ਪਤਾ ਵਾ, ਤੁਸੀਂ ਹੁਣ ਫਿਊਚਰ ਦੇ ਲਈ ਪ੍ਰਪੇਅਰਡ ਹੋ। ਹੁਣ ਤੁਹਾਡੇ ਮਾਈਂਡ ਨੂੰ ਪਤਾ ਕਿ ਪਾਥ ਜਿਹੜਾ ਹੁੰਦਾ ਵਾ ਜੀ, ਪਾਥ ਨੂੰ ਬਦਲ ਕੇ ਲਿਖਿਆ ਜਾ ਸਕਦਾ, ਰੂਟ ਵੀ ਲਿਖਿਆ ਹੋ ਸਕਦਾ ਰੀਡਿੰਗ ਦੇ ਵਿੱਚ। ਕਿਉਂ? ਕਿਉਂਕਿ ਜਦੋਂ ਤੁਹਾਨੂੰ 10 ਦਿਨ ਲਗਾਤਾਰ ਇਹ ਸਟ੍ਰੈਟਜੀ ਫੋਲੋ ਕਰਦੇ ਨੂੰ ਹੋ ਗਏ ਹੋਣਗੇ, ਤੁਹਾਡੇ ਮਾਈਂਡ ਦੇ ਵਿੱਚ ਬਹੁਤ ਸਿਨੋਨਿਮ ਪਾਇਲ ਅਪ ਹੋਣੇ ਸ਼ੁਰੂ ਹੋ ਜਾਣੇ ਆ ਜੀ, ਤੇ ਤੁਹਾਡੇ ਬ੍ਰੇਨ ਨੇ ਤੁਹਾਨੂੰ ਖੁਦ ਹੀ ਕਮਾਂਡ ਦੇ ਦਿਆ ਕਰਨੀ ਆ ਕਿ ਪਿਛਲੇ 10 ਦਿਨਾਂ ਤੋਂ ਮੈਂ ਨੋਟਿਸ ਕਰ ਰਿਹਾ ਵਾਂ ਕਿ ਹਾਂਜੀ ਕੁਐਸਚਨ ਦੇ ਵਿੱਚ ਵਰਡਿੰਗ ਨੂੰ ਕਿਵੇਂ ਮੈਨੂਪੂਲੇਟ ਕੀਤਾ ਜਾਂਦਾ ਜੀ ਉੱਧਰ। ਤੇ 10 ਦਿਨਾਂ ਤੋਂ ਬਾਅਦ ਤੁਸੀਂ ਰਿਅਲਾਈਜ਼ ਕਰੋਗੇ, ਤੁਹਾਡਾ ਮਾਈਂਡ ਪਹਿਲਾਂ ਹੀ ਪ੍ਰਪੇਅਰ ਹੋ ਜਾਇਆ ਕਰਨਾ ਵਾ ਕਿ ਜੇ ਕੁਐਸਚਨ ਦੇ ਵਿੱਚ ਡੈਸ਼ਵਰਡ ਲਿਖਿਆ ਵਾ ਤਾਂ ਰੀਡਿੰਗ ਦੇ ਵਿੱਚ ਇਹਦਾ ਸਿਨੋਨਿਮ ਆ ਜਿਹੜਾ ਉਹ ਕੀ ਹੋ ਸਕਦਾ। ਤੁਸੀਂ ਸੋਚ ਰਹੇ ਹੋਵੋਗੇ ਸਰ ਵਰਡ ਤਾਂ ਬਹੁਤ ਜ਼ਿਆਦੇ ਆ ਜੀ, ਮੈਂ ਤੁਹਾਨੂੰ ਕਹਿੰਦਾ ਵਾਂ ਵਰਡ ਬਹੁਤ ਜ਼ਿਆਦੇ ਆ, ਬਟ ਰੀਡਿੰਗ ਦੇ ਵਿੱਚ ਜਿਹੜੇ ਵਰਡਸ ਜੋ ਆਪਾਂ ਕਹਦੇ ਕਿ ਵਰਤੇ ਜਾਂਦੇ ਆ ਉਹਨਾਂ ਦੀ ਇੱਕ ਹਮੇਸ਼ਾ ਲਿਮਿਟ ਹੁੰਦੀ ਹੈ ਜੀ। ਮੈਂ ਤਾਂ ਬਹੁਤ ਟਾਈਮ ਦੇ ਬਾਅਦ ਦੇਖਦਾ ਵਾਂ ਕੋਈ ਨਵਾਂ ਵਰਡ, ਨਹੀਂ ਤਾਂ ਮੈਨੂੰ ਕਮ ਸੇ ਕਮ 4 ਸਾਲ ਹੋ ਚੱਲੇ ਟੀਚ ਕਰਦੇ ਨੂੰ, ਮੈਂ ਡੇਲੀ ਬੇਸਿਸ ਤੇ ਜਿਹੜੇ ਵਰਡ ਦੇਖਦਾ ਉਹ ਡੇਲੀ ਰਿਪੀਟ ਹੀ ਹੋਈ ਜਾਂਦੇ ਆ। ਮੇਰੇ ਹਿਸਾਬ ਨਾਲ ਕੋਈ ਨਵਾਂ ਵਰਡ ਛੇਤੀ ਨਹੀਂ ਆਉਂਦਾ, ਨਵਾਂ ਵਰਡ ਕਦੇ ਕੀ ਕਹਿਣਾ ਕੋਈ 15 ਦਿਨਾਂ ਬਾਅਦ ਕਿਸੇ ਰੀਡਿੰਗ ਦੇ ਵਿੱਚ ਪਾਇਆ ਪਿਆ, ਤੇ ਨਹੀਂ ਤਾਂ ਉਹ ਸਾਰੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਤਾਂ ਰਿਪੀਟ ਹੀ ਹੋਈ ਜਾਂਦੀਆਂ ਜੀ। ਆਹ ਤੁਸੀਂ ਸਿੰਗਲ ਵਰਡ ਹੀ ਲੈ ਲਓ, ਇਹ ਸਿੰਗਲ ਵਰਡ ਤੁਸੀਂ ਟਾਸਕ 2 ਦੇ ਵਿੱਚ ਕਿੰਨੇ ਵਾਰ ਹੁਣ ਤੱਕ ਯੂਜ਼ ਕਰਤਾ ਇਹ ਵਰਡ, ਤੇ ਤੁਸੀਂ ਰੀਡਿੰਗ ਦੇ ਵਿੱਚ ਕਿੰਨੇ ਵਾਰ ਵਰਡ ਤੁਸੀਂ ਦੇਖਿਆ, ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਜੀ ਇੱਥੇ। ਹਾਂਜੀ ਅੱਗੇ ਚੱਲਦੇ ਜੀ, ਆਪਾਂ ਕੀ ਕਹਿੰਦੇ ਹੋ ਅੱਗੇ, ਉਹਨਾਂ ਨੇ ਆਪਾਂ ਨੂੰ 3rd ਨੰਬਰ ਵਾਲੇ ਕੁਐਸਚਨ ਚ ਕੀ ਕਿਹਾ ਜੀ। ਹਾਂਜੀ ਹਾਂਜੀ ਤਾਂ ਇਹਨਾਂ ਨੇ ਆਪਾਂ ਨੂੰ ਕਿਹਾ ਜੀ, ਕਹਿੰਦੇ ਰੋਂਬਾ ਕੀਪਸ ਕਲੀਨਿੰਗ। ਅੱਛਾ ਕੀਪਸ ਧਿਆਨ ਨਾਲ ਦੇਖਿਓ ਤੁਸੀਂ, ਜੇ ਇੱਥੇ ਨੋਟ ਕਰੋ ਜੀ ਤਾਂ ਕੀਪਸ ਇੱਕ ਜੋ ਵਰਬ ਹੁੰਦੀ ਹੈ ਜੀ, ਕੀਪ ਦੇ ਨਾਲ ਜਦੋਂ ਬਾਅਦ ਚੋਂ ਕੋਈ ਨਵੀਂ ਚੀਜ਼ ਆਪਾਂ ਲਿਖਦੇ ਹਾਂ ਉਹ ਜੀਰੰਡ ਫਾਰਮ ਦੇ ਵਿੱਚ ਹੁੰਦੀ ਹੈ। ਕੀਪ ਇੱਕ ਫਸਟ ਫਾਰਮ ਹੈ ਜੀ, ਕੈਪਟ ਇੱਕ ਸੈਕਿੰਡ ਫਾਰਮ ਹੈ ਜੀ, ਤੇ 3rd ਫਾਰਮ ਵੀ ਕੈਪਟ ਆ। ਅੱਛਾ ਕੀਪ ਦਾ ਮਤਲਬ ਹੁੰਦਾ ਵਾ ਕੰਟੀਨਿਊ। ਜੇ ਤੁਸੀਂ ਕੀਪ ਦਾ ਸਿਨੋਨਿਮ ਦੇਖੋ ਨਾ ਧਿਆਨ ਨਾਲ, ਕੀਪ ਦਾ ਮਤਲਬ ਹੁੰਦਾ ਕੰਟੀਨਿਊ। ਇਹਨਾਂ ਦਾ ਮੀਨਿੰਗ ਕੀ ਆ, ਕਹਿੰਦੇ ਰੋਂਬਾ ਕੀਪਸ, ਰੋਂਬਾ ਕੰਟੀਨਿਊ ਰੱਖਦਾ ਵਾ। ਕੀ ਕੰਟੀਨਿਊ ਰੱਖਦਾ ਵਾ? ਕਲੀਨਿੰਗ ਕਰਨੀ। ਤਾਂ ਆਪਾਂ ਨੂੰ ਪਤਾ ਲੱਗ ਗਿਆ ਜੀ ਇੱਥੇ ਇਹਦਾ ਮੀਨਿੰਗ ਕੀ ਹੈ ਜੀ। ਕਹਿੰਦੇ ਜੀ ਰੋਂਬਾ ਜਿਹੜਾ ਹੈਗਾ ਵਾ ਉਹ ਕੰਟੀਨਿਊ ਰੱਖਦਾ ਵਾ, ਜਾਰੀ ਰੱਖਦਾ ਵਾ। ਕੀ ਜਾਰੀ ਰੱਖਦਾ? ਕਲੀਨਿੰਗ ਕਰਨੀ ਜੀ। ਕਿਹਦੇ ਵਿੱਚ? ਵਨ ਪਲੇਸ ਦੇ ਵਿੱਚ। ਜਦੋਂ ਤਿੱਕਰ ਇਹ ਸੋਚਦਾ ਨਹੀਂ ਕਿ ਉਹ ਪਲੇਸ ਡਰਟੀ ਫ੍ਰੀ ਹੋਗੀ। ਧਿਆਨ ਨਾਲ ਦੇਖਿਓ ਜੀ, ਰੋਂਬਾ ਕਹਿੰਦੇ ਜੀ ਜਾਰੀ ਰੱਖਦਾ ਵਾ ਕਲੀਨਿੰਗ ਕਰਨੀ, ਜਿਹੜੀ ਇੱਕ ਪਲੇਸ ਹੈਗੀ ਆ ਜਿੱਥੇ ਕਲੀਨਿੰਗ ਕਰੀ ਜਾਂਦਾ। ਕਦੋਂ ਤਿੱਕਰ ਇਹ ਕੰਮ ਕਰਦਾ ਵਾ? ਜਦੋਂ ਤਿੱਕਰ ਇਹ ਸੋਚਦਾ ਕਿ ਇਹ ਹੁਣ ਡਰਟੀ ਫ੍ਰੀ ਨਹੀਂ ਹੋਗੀ। ਯਾਨੀ ਕਿ ਜਦੋਂ ਇੱਕ ਪਲੇਸ ਡਰਟੀ ਫ੍ਰੀ ਹੋ ਜੂਗੀ ਫੇਰ ਹੀ ਰੋਂਬਾ ਦੂਸਰੀ ਪਲੇਸ ਉੱਪਰ ਜਾ ਕੇ ਸਫਾਈ ਦਾ ਕੰਮ ਕਰੂਗਾ ਜੀ। ਨਹੀਂ ਤਾਂ ਇਹਨੇ ਕੀ ਰੱਖਣਾ ਵਾ? ਉਹ ਕੰਮ ਉਹ ਸੇਮ ਪਲੇਸ ਤੇ ਇਹਨੇ ਕਲੀਨਿੰਗ ਰੱਖਣੀ ਜਾਰੀ ਰੱਖਣੀ ਹੈ ਜੀ। ਜਦੋਂ ਇਹਨੂੰ ਪਤਾ ਲੱਗ ਗਿਆ, ਜਦੋਂ ਇਹਨੇ ਸੋਚਿਆ ਕਿ ਹੁਣ ਇਹ ਡਰਟੀ ਫ੍ਰੀ ਆ, ਫੇਰ ਇਹ ਪਲੇਸ ਨੂੰ ਚੇਂਜ ਕਰੂਗਾ ਜੀ। ਤਾਂ ਠੀਕ ਹੈ ਜੀ, ਮੈਨੂੰ ਕੁਐਸਚਨ ਦਾ ਪਤਾ ਲੱਗ ਗਿਆ ਕਿ ਰੋਂਬਾ ਜੀ ਸਫਾਈ ਕਰਨੀ ਜਾਰੀ ਰੱਖਦਾ ਵਾ। ਕਦੋਂ ਤੱਕ ਜਾਰੀ ਰੱਖਦਾ? ਜਦੋਂ ਤੱਕ ਇਦਾਂ ਨਹੀਂ ਸੋਚਦਾ ਕਿ ਹੁਣ ਉਹ ਪਲੇਸ ਬਾਅਦ ਡਰਟੀ ਫ੍ਰੀ ਹੋਊਗੀ। ਚਲੋ ਜਾ ਕੇ ਦੇਖਦੇ ਹਾਂ ਜੀ।
ਤਾਂ ਇੱਥੇ ਦੇਖੋ ਕਲੀਨਿੰਗ ਲਿਖਿਆ ਪਿਆ ਸੀਗਾ ਜੀ, ਕਲੀਨਿੰਗ ਵਨ ਪਲੇਸ ਜਾਂ ਜਾਰੀ ਰੱਖਣਾ। ਇੱਥੇ ਆਪਾਂ ਨੂੰ ਸਭ ਤੋਂ ਵੱਡੀ ਜੋ ਚੀਜ਼ ਆ ਉਹ ਇਹ ਆ, ਹਾਂਜੀ ਸਭ ਤੋਂ ਵੱਡੀ ਚੀਜ਼ ਕਿਹੜੀ ਹੈ ਕਿ ਆਪਾਂ ਨੂੰ ਪਤਾ ਵਾ ਕਿ ਇਹਦੀ ਜੋ ਲੋਕੇਸ਼ਨ ਉਹ ਨੀਚੇ ਹੀ ਹੋਊਗੀ, ਕਿਉਂਕਿ ਇਹ ਟਰੂ ਫਾਲਸ ਨੋਟ ਗਿਵਨ ਆਪਣੇ ਕੰਮ ਕਰੀ ਜਾਂਦੇ। ਇੱਥੋਂ ਆਪਾਂ ਲੱਭੀ ਸੀਗੀ ਜੀ ਆਪਣਾ ਉੱਪਰ ਵਾਲਾ ਕੁਐਸਚਨ ਸੀਗਾ। ਇੱਥੇ ਆਪਾਂ ਜਾ ਕੇ ਦੇਖਦੇ ਹਾਂ ਜੀ, ਹੁਣ ਇੱਥੇ ਆਂਦੇ ਤੁਸੀਂ ਧਿਆਨ ਨਾਲ ਜਾ ਕੇ ਦੇਖੋ ਜੀ, ਇੱਥੇ ਉਹਨਾਂ ਨੇ ਡਰਟੀ ਫ੍ਰੀ ਕਿਹਾ ਸੀਗਾ, ਇੱਥੇ ਡਰਟ ਦੀ ਗੱਲ ਹੋਈ ਹੈ ਬਿਲਕੁਲ, ਤੇ ਕਲੀਨਿੰਗ ਦੀ ਗੱਲ ਕਿਹਾ ਸੀ, ਇੱਥੇ ਕਲੀਨ ਦੀ ਗੱਲ ਵੀ ਹੋਈ ਹੈ ਜੀ। ਇੱਥੇ ਧਿਆਨ ਨਾਲ ਦੇਖਿਓ ਜੀ, ਤਾਂ ਇਹਦਾ ਮਤਲਬ ਮੈਨੂੰ ਇੱਥੋਂ ਕੁ ਜੇ ਪੜ੍ਹਨਾ ਚਾਹੀਦਾ ਜੀ, ਇੱਥੋਂ ਕੁ ਜਿਹਾ ਦਾ ਮਸ਼ੀਨ, ਦਾ ਮਸ਼ੀਨ ਕਿਹਦੀ ਗੱਲ ਕੀਤੀ ਗਈ ਹੈ ਜੀ? ਇੱਥੇ ਸਾਰੇ ਦੇ ਵਿੱਚ ਰੋਂਬਾ ਦੀ ਗੱਲ ਹੀ ਅਜੇ ਕਰੀ ਜਾਂਦੇ ਆ ਜੀ, ਡੋਮੈਸਟਿਕ ਰੋਬੋਟ ਹੈ ਰੋਂਬਾ। ਤਾਂ ਮੈਨੂੰ ਇੱਥੋਂ ਪੜ੍ਹ ਕੇ ਦੱਸ ਧਿਆਨ ਨਾਲ, ਕਹਿੰਦੇ ਦਾ ਮਸ਼ੀਨ ਹੈਜ਼ ਏ ਡਰਟ ਸੈਂਸਰ। ਕਹਿੰਦੇ ਮਸ਼ੀਨ ਦੇ ਵਿੱਚ ਦਾ ਮਸ਼ੀਨ ਕਿਹਾ ਜੀ, ਜਿਹੜਾ ਆਰਟੀਕਲ ਦਾ ਕਦੋਂ ਲੱਗਦਾ ਹੁੰਦਾ ਵਾ? ਜਦੋਂ ਪਿੱਛੇ ਇਹਦੀ ਗੱਲ ਕੰਟੀਨਿਊ ਹੁੰਦੀ ਆਉਂਦੀ ਹੋ, ਬਾਅਦ ਚੋਂ ਇਹ ਕਨਵਰਟ ਹੋ ਜਾਂਦਾ ਹੁੰਦਾ ਦਾ ਦੇ ਵਿੱਚ। ਹੁਣ ਤੁਹਾਨੂੰ ਮਸ਼ੀਨ ਪਤਾ ਵਾ ਵੀ ਕਿਹੜੀ। ਦਾ ਮਸ਼ੀਨ ਹੈਜ਼ ਏ ਡਰਟ ਸੈਂਸਰ ਜੀ, ਤੇ ਫਲੈਸ਼ਸ ਵੀ ਹੈ ਇਹਦੀਆਂ ਜੀ, ਹਾਂਜੀ ਬਲੂ ਲਾਈਟ ਵੈਨ ਇਟ ਫਾਈਂਡ ਥਿੰਗਸ ਟੂ ਕਲੀਨ ਅਪ। ਕਹਿੰਦੇ ਜੀ ਇਹਦੇ ਵਿੱਚ ਇੱਕ ਡਰਟ ਸੈਂਸਰ ਆ ਤੇ ਇੱਕ ਫਲੈਸ਼ਸ ਆ ਬਲੂ ਲਾਈਟ ਆ। ਜਦੋਂ ਕਹਿੰਦੇ ਇਹਨੂੰ ਇੱਕ ਯਾਨੀ ਕਿ ਚੀਜ਼ਾਂ ਲੱਭਦੀਆਂ ਕਲੀਨ ਕਰਨ ਦੇ ਲਈ, ਤੇ ਕਹਿੰਦੇ ਜੀ ਸਿਰਫ ਓਕੇ ਵੈਨ ਇਟ ਡਿਟੈਕਟ ਨੋ ਮੋਰ ਡਰਟ। ਜਦੋਂ ਕਹਿੰਦੇ ਧਿਆਨ ਨਾਲ ਦੇਖਿਓ ਜੀ, ਕਹਿੰਦੇ ਸਿਰਫ ਜਦੋਂ ਇਹਨੂੰ ਕਹਿੰਦੇ ਪਤਾ ਨਹੀਂ ਲੱਗਦਾ, only when it detect no more dirt does it stop going over the same area and eventually conclude that the whole room is clean। ਇੱਥੇ ਧਿਆਨ ਨਾਲ ਪੜ੍ਹ ਕੇ ਦੱਸਣਾ ਜੀ, ਲੈਂਗੁਏਜ ਨੂੰ ਥੋੜਾ ਜਿਹਾ ਘੁਮਾਇਆ ਪਿਆ ਜੀ। ਧਿਆਨ ਨਾਲ ਪੜ੍ਹਨਾ ਜੀ, ਇਹਨੂੰ ਲੈਂਗੁਏਜ ਨੂੰ ਥੋੜਾ ਜ਼ਿਆਦਾ ਮੈਨੂਪਲੇਟ ਕੀਤਾ ਗਿਆ ਜੀ ਇੱਥੇ। ਹਾਂਜੀ ਕਹਿੰਦੇ ਜੀ ਸਿਰਫ ਜਦੋਂ ਇਹ ਡਿਟੈਕਟ ਕਰਦਾ ਵਾ ਕਿ ਨੋ ਮੋਰ ਡਰਟ, ਵੀ ਡਰਟ ਹੋਰ ਹੈ ਨਹੀਂ ਗੀ ਹੁਣ, ਡਜ਼ ਇਟ ਸਟਾਪ ਗੋਇੰਗ, ਫਿਰ ਇਹ ਕਹਿੰਦੇ ਸਟਾਪ ਹੁੰਦਾ ਵਾ ਗੋਇੰਗ ਜਾਣਾ, ਕਹਿੰਦੇ ਤੇ ਉਹ ਸੇਮ ਪਲੇਸ ਉੱਪਰ ਜਾਣਾ ਜੀ। ਯਾਨੀ ਕਿ ਇਹ ਉਹ ਸੇਮ ਪਲੇਸ ਉੱਪਰ ਕਦੋਂ ਤੱਕ ਜਾਂਦਾ ਰਹਿੰਦਾ ਵਾ? ਮਾੜਾ ਜਿਹਾ ਸਮਝਿਓ ਇੱਥੋਂ ਜੀ। ਕਹਿੰਦੇ ਸਿਰਫ ਜਦੋਂ ਇਹ ਡਿਟੈਕਟ ਕਰ ਲੈਂਦਾ ਵਾ ਨੋ ਮੋਰ ਡਰਟ, ਬਈ ਹੋਰ ਡਰਟ ਇੱਥੇ ਹੈ ਨੀ ਗੀ, ਡਜ਼ ਇਟ ਸਟਾਪ ਗੋਇੰਗ, ਫਿਰ ਇਹ ਸਟਾਪ ਹੋ ਜਾਂਦਾ ਵਾ ਜਾਣਾ। ਕਿੱਥੇ? ਉਹ ਸੇਮ ਏਰੀਏ ਤੇ। ਯਾਨੀ ਕਿ ਜੀ ਸੇਮ ਜਗ੍ਹਾ ਤੇ ਇਹ ਕਦੋਂ ਤੱਕ ਜਾਂਦਾ ਰਹਿੰਦਾ ਵਾ? ਜਦੋਂ ਤੱਕ ਇਹਨੂੰ ਲੱਗਦਾ ਰਹਿੰਦਾ ਵਾ ਕਿ ਉੱਥੇ ਡਰਟ ਹੈਗੀ ਆ, ਇਹ ਉਹ ਸੇਮ ਏਰੀਆ ਤੇ ਜਾਂਦਾ ਹੀ ਰਹਿੰਦਾ, ਜਾਣਾ ਸਟਾਪ ਨਹੀਂ ਕਰਦਾ। ਯਾਨੀ ਕਿ ਜਾਣਾ ਕੀ ਰੱਖਦਾ ਵਾ? ਕੀਪ ਰੱਖਦਾ ਵਾ। ਤੇ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਹੁਣ ਉੱਥੇ ਨੋ ਮੋਰ ਡਰਟ ਆ, ਕੋਈ ਹੋਰ ਹੁਣ ਡਰਟ ਹੈ ਨਹੀਂ ਗੀ, ਫਿਰ ਇਹ ਕੀ ਕਰ ਦਿੰਦਾ ਵਾ? ਫਿਰ ਇਹ ਸਟਾਪ ਗੋਇੰਗ, ਫਿਰ ਨਹੀਂ ਉੱਥੇ ਜਾਂਦਾ। ਤੇ ਤੁਹਾਡਾ ਕੁਐਸਚਨ ਕੀ ਕਹਿ ਰਿਹਾ ਸੀਗਾ? ਕੁਐਸਚਨ ਕਹਿ ਰਿਹਾ ਸੀ ਜੀ ਰੋਂਬਾ ਕੰਟੀਨਿਊ ਰੱਖਦਾ ਵਾ ਇੱਕ ਪਲੇਸ, ਉਹ ਜਿਹੜੀ ਪਾਰਟੀਕੂਲਰ ਪਲੇਸ ਆ ਉਹਨੂੰ ਕਲੀਨ ਰੱਖਣਾ ਜਦੋਂ ਤੱਕ ਇਹਨੂੰ ਪਤਾ ਨਹੀਂ ਲੱਗ, ਜਦੋਂ ਤੱਕ ਇਹਨੂੰ ਇਹ ਸ਼ੋਰ ਹੋ ਜੇ ਕਿ ਉਹ ਡਰਟ ਫ੍ਰੀ ਆ। ਤੇ ਰੀਡਿੰਗ ਨੇ ਵੀ ਕੀ ਕਿਹਾ ਜੀ? ਕਹਿੰਦੇ ਜੀ ਜਦੋਂ ਤੱਕ ਇਹਨੂੰ ਇਹ ਸਾਬਿਤ ਨਹੀਂ ਹੁੰਦਾ, ਇਹਨੂੰ ਪਤਾ ਨਹੀਂ ਲੱਗਦਾ, ਜਦੋਂ ਤੱਕ ਇਹਨੂੰ ਇਹ ਪਤਾ ਲੱਗ ਜਾਏ ਵੀ ਹੁਣ ਉੱਥੇ ਜਮਾਂ ਵੀ ਡਰਟ ਹੈ ਨਹੀਂ ਗੀ, ਫਿਰ ਇਹ ਉੱਥੇ ਜਾਣਾ ਸਟਾਪ ਕਰੂਗਾ, ਨਹੀਂ ਤਾਂ ਇਹਨੇ ਕੀ ਕਰਨਾ ਵਾ? ਉੱਥੇ ਜਾਈ ਜਾਣਾ ਵਾ, ਜਾਈ ਜਾਣਾ। ਤੇ ਕੀ ਲਈਏ ਜੀ ਫਿਰ ਇਹਨੂੰ? ਰੀਡਿੰਗ ਤੇ ਕੁਐਸਚਨ ਸੇਮ ਕਹਿ ਰਹੇ ਆ ਜੀ। ਯੈਸ ਸਰ, ਟਰੂ ਕੀ ਹੋ ਗਿਆ ਜੀ? ਇਹ ਟਰੂ ਹੋ ਗਿਆ। ਹੁਣ ਇੱਥੇ ਤੁਸੀਂ ਇੱਕ ਇਹ ਚੀਜ਼ ਧਿਆਨ ਨਾਲ ਦੇਖੋ ਜੀ, ਇੱਥੇ ਜਦੋਂ ਹੀ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਇੱਕ ਵੱਖਰੀ ਜੀ ਸਟਰਕਚਰ ਦੇਖੀ ਜੋ ਖੁਦ ਦੇ ਵਿੱਚ ਇੱਕ ਹੋਰ ਹੀ ਤਰ੍ਹਾਂ ਨਾਲ ਡਿਜ਼ਾਈਨਿੰਗ ਕੀਤੀ ਗਈ ਆ ਹੁੰਦੀ, ਤੇ ਆਪਣਾ ਬ੍ਰੇਨ ਇਦਾਂ ਦੀ ਸਟਰਕਚਰ ਕਦੇ ਨੋਟ ਕਰਕੇ ਦੇਖਿਓ, ਰਾਈਟਿੰਗ ਦੇ ਵਿੱਚ ਜਾਂ ਸਪੀਕਿੰਗ 'ਚ ਨਹੀਂ ਬਣਾਉਂਦਾ। ਇਦਾਂ ਦੀਆਂ ਸਟਰਕਚਰਾਂ ਤੁਹਾਨੂੰ ਰੀਡਿੰਗ ਦੇ ਵਿੱਚ ਹੀ ਲਿਖੀਆਂ ਹੋਈਆਂ ਮਿਲਣਗੀਆਂ। ਕਹਿੰਦੇ ਜੀ ਸਿਰਫ ਜਦੋਂ ਇਹ ਡਿਟੈਕਟ ਕਰਦਾ ਵਾ ਨੋ ਮੋਰ ਡਰਟ,
ਤਾਂ ਆ ਦੇਖੋ ਇਧਰ ਡਜ਼ ਕਿੱਧਰਲੇ ਪਾਸੇ ਲਾਇਆ ਪਿਆ ਜੀ। ਰੀਡਿੰਗ ਦੇ ਵਿੱਚ ਕਈ ਵਾਰੀ ਏਦਾਂ ਦੇ ਰੂਲ ਦੇਖਣ ਨੂੰ ਮਿਲਦੇ ਆ ਜਿਹੜੇ ਨਾ ਹੀ ਤਾਂ ਕਿਸੇ ਟੈਂਸ ਫਾਰਮੇਸ਼ਨ ਦੇ ਵਿੱਚੋਂ ਹੁੰਦੇ ਆ, ਕਈ ਵਾਰੀ ਉਹ ਚੀਜ਼ ਨੂੰ ਆਪਾਂ ਉਦਾਂ ਫਾਰਮ ਨਹੀਂ ਕਰਦੇ ਜਿੱਦਾਂ ਲੈਂਗੁਏਜ ਆਪਾਂ ਨੂੰ ਥਿਓਰੈਟੀਕਲ ਫਾਰਮੂਲਾ ਦਿੰਦੀ ਹੈ, ਨਾ ਹੀ ਉਹ ਕੋਈ ਵੌਇਸ ਫਾਰਮੇਸ਼ਨ ਚ ਹੁੰਦੇ ਆ, ਉਹ ਕਿਸੇ ਹੋਰ ਹਿਸਾਬ ਨਾਲ ਡਿਜ਼ਾਈਨ ਕੀਤੇ ਹੁੰਦੇ, ਉਹਨਾਂ ਨੂੰ ਕਈ ਵਾਰੀ ਡੀਕੋਡ ਕਰਨਾ ਔਖਾ ਹੋ ਜਾਂਦਾ। ਪਰ ਇੱਥੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਨਾਂ ਨੇ ਆਪਾਂ ਨੂੰ ਕੀ ਕਿਹਾ ਸੀਗਾ, ਕਹਿੰਦੇ ਸਿਰਫ ਜਦੋਂ ਇਹ ਡਿਟੈਕਟ ਕਰਦਾ, ਇੱਥੇ ਉਹਨੂੰ ਤੋੜ ਲਓ। ਤੁਸੀਂ ਇਹ ਚੀਜ਼ਾਂ ਨੂੰ ਕਦੋਂ ਕਿਵੇਂ ਸਮਝ ਸਕਦੇ ਹੋ? ਤੁਸੀਂ ਵਰਬ ਤੇ ਇਹਨੂੰ ਤੋੜ ਸਕਦੇ ਹੋ। ਮੈਂ ਇਹਨੂੰ ਵਰਬ ਉੱਪਰ ਤੋੜ ਲਿਆ ਤੇ ਗਾਂ ਜਾ ਕੇ ਡਜ਼ ਆਇਆ ਤੇ ਗਾਂ ਜਾ ਕੇ ਇੱਕ ਨਵਾਂ ਸਬਜੈਕਟ ਸਟਾਰਟ ਆਇਆ, ਉੱਥੇ ਵੀ ਮੈਂ ਉਹਨੂੰ ਤੋੜ ਲਿਆ ਜੀ। ਹੁਣ ਜੇ ਮੈਂ ਉਹਨੂੰ ਤੋੜ ਕੇ ਪੜੂੰਗਾ ਮੈਨੂੰ ਸਮਝ ਆ ਜਾਊਗਾ। ਸਿਰਫ ਜਦੋਂ ਇਹ ਡਿਟੈਕਟ ਕਰਦਾ ਵਾ, ਕੀ ਡਿਟੈਕਟ ਕਰਦਾ? ਨੋ ਮੋਰ ਡਰਟ। ਦੇਖੋ ਮੈਂ 3 ਵਰਡ ਪੜ੍ਹ ਰਿਹਾ, ਮੈਂ ਡਸ ਤੋਂ ਪਹਿਲਾਂ ਸਲੈਸ਼ ਕਹਿ, ਜਦੋਂ ਇਹ ਡਿਟੈਕਟ ਕਰਦਾ ਕਿ ਨੋ ਮੋਰ ਡਰਟ, ਵੀ ਡਰਟ ਹੋਰ ਹੈ ਨਹੀਂਗੀ, ਡਜ਼ ਇਟ ਸਟਾਪ ਗੋਇੰਗ, ਤਾਂ ਇਹ ਕੀ ਹੁੰਦਾ ਜੀ? ਇਹ ਸਟਾਪ ਗੋਇੰਗ ਕਰ ਦਿੰਦਾ, ਉੱਥੇ ਜਾਣਾ ਬੰਦ ਕਰ ਦਿੰਦਾ ਜੀ। ਇਹ ਚੀਜ਼ਾਂ ਨੂੰ ਆਪਣੇ ਮਾਈਂਡ 'ਚ ਰੱਖਣਾ, ਕਈ ਸਟਰਕਚਰਸ ਹੋਰ ਹੀ ਹਿਸਾਬ ਦੀਆਂ ਹੁੰਦੀਆਂ ਜੀ। ਹਾਂਜੀ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਰੀਡਿੰਗ ਕਈ ਵਾਰੀ ਵਿਦਆਊਟ ਪੰਕਚੁਏਸ਼ਨ ਚੱਲਦੀ ਆ। ਧਿਆਨ ਨਾਲ ਨੋਟ ਕਰੋ, 100 ਦੇ ਮੂਹਰੇ ਕੋਈ ਪੰਕਚੁਏਸ਼ਨ ਇੱਥੇ ਹੈ ਨੀ ਗੀ, ਆ ਸਿੱਧਾ ਸਬਜੈਕਟ ਲਾਇਆ ਪਿਆ, ਇੱਥੇ ਵੀ ਕੋਈ ਪੰਕਚੁਏਸ਼ਨ ਨਹੀਂ ਦੇਖ ਰਹੀ ਤੁਹਾਨੂੰ। ਤਾਂ ਇਹਦੇ ਵਿੱਚ ਕਦੇ ਨਾ ਕਦੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਵਾ ਜੀ, ਕਿ ਜਦੋਂ ਆ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਆ ਹੁਣ ਕਿਹੜੀ ਤਰ੍ਹਾਂ ਦੀ ਪੰਕਚੁਏਸ਼ਨ ਕੀਤੀ ਗਈ ਹੈ ਜੀ। ਇਹਦਾ ਮਤਲਬ ਏਦਾਂ ਨਹੀਂ ਕਿ ਤੁਸੀਂ ਰੀਡਿੰਗ ਦੇ ਵਿੱਚੋਂ ਹਰ ਇੱਕ ਸਟਰਕਚਰ ਨੂੰ ਪਿਕ ਕਰੋਗੇ ਤੇ ਟਾਸਕ 2 ਦੇ ਵਿੱਚ ਲਾ ਦੋਗੇ ਜੀ। ਇਹ ਵੀ ਇੱਕ ਸਟ੍ਰੈਟਜੀ ਰੋਂਗ ਹੈ ਜੀ, ਕਿਉਂਕਿ ਰੀਡਿੰਗ ਦੇ ਵਿੱਚ ਜੋ ਬੰਦੇ ਨੇ ਇਹ ਪੀਸ ਆਫ ਰੀਡਿੰਗ ਲਿਖਿਆ ਵਾ, ਨੈਚੁਰਲ ਜੀ ਗੱਲ ਆ, ਉਹਦੀ ਲੈਂਗੁਏਜ ਦੇ ਉੱਪਰ ਯਾਨੀ ਕਿ ਪ੍ਰੋਫੀਸ਼ੀਐਂਸੀ ਜਿਹੜੀ ਹੈਗੀ ਆ ਉਹ ਥੋੜੀ ਮੋਟੀ ਜ਼ਰੂਰ ਹੋ ਸਕਦੀ ਆ, ਬਟ ਇਹਦੇ ਵਿੱਚ ਪੋਸੀਬਿਲਿਟੀ ਵੀ ਆ ਕਿ ਰੀਡਿੰਗ ਦੇ ਵਿੱਚ ਪੰਕਚੁਏਸ਼ਨ ਕਈ ਵਾਰੀ ਗਲਤ ਹੁੰਦੀ ਹੈ ਜੀ, ਕਈ ਵਾਰੀ ਸਟਰਕਚਰਸ ਹੋਰ ਹਿਸਾਬ ਨਾਲ ਬਣਾਈਆਂ ਪਈਆਂ ਹੁੰਦੀਆਂ, ਉਹਨਾਂ ਨੂੰ ਡੀਕੋਡ ਕਰਨਾ ਬੜਾ ਔਖਾ ਹੋ ਜਾਂਦਾ ਹੈ। ਅੱਗੇ ਚੱਲਦੇ ਹਾਂ ਜੀ, ਆਪਾਂ ਕੁਐਸਚਨ ਦੇਖਦੇ ਹਾਂ ਆਪਾਂ ਨੈਕਸਟ ਕੀ ਆ। ਹਾਂਜੀ, ਤਾਂ ਨੈਕਸਟ ਆਪਣਾ ਕੁਐਸਚਨ ਹੈ ਜੀ, ਇਹਦੇ ਵਿੱਚ ਕਹਿੰਦੇ ਪੀਪਲ, ਹਾਂਜੀ, ਵਨਸ ਫਾਊਂਡ। ਹੁਣ ਇੱਥੇ ਜਦੋਂ ਮੈਨੂੰ ਪਤਾ ਲੱਗਿਆ ਜੀ, ਜਦੋਂ ਹੀ ਮੈਂ ਵਨਸ ਵਰਡ ਦੇਖਿਆ ਤਾਂ ਮੈਂ ਹੁਣ ਤੱਕ ਜਿਹੜੀ ਲੈਂਗੁਏਜ ਪੜ੍ਹੀ ਸੀ ਉਹ ਆਪਾਂ ਇਦਾਂ ਪੜ੍ਹੀ ਹੁੰਦੀ ਸੀ, ਵਨਸ ਸੈਂਟੈਂਸ ਦੇ ਮੂਹਰੇ ਲਿਖਿਆ ਪਿਆ ਹੁੰਦਾ ਸੀਗਾ, ਵਨਸ देयर ਵਾਸ ਅ ਕਿੰਗ। ਆਪਾਂ ਜਿਹੜੀ ਲੈਂਗੁਏਜ ਪੜ੍ਹੀ ਆ ਉਹ ਆਪਾਂ ਇਦਾਂ ਦੀ ਪੜ੍ਹੀ ਆ। ਵਨਸ ਮੋਸਟਲੀ ਆਪਣੀਆਂ ਗਾਈਡਸ ਦੇ ਵਿੱਚ ਮੂਹਰੇ ਲਿਖਿਆ ਪਿਆ ਹੁੰਦਾ, ਜਿਹਦਾ ਮਤਲਬ ਕੀ ਹੁੰਦਾ ਸੀ ਕਿ ਇੱਕ ਵਾਰ ਦੀ ਗੱਲ ਆ ਜੀ, ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਜੀ ਕਹਿੰਦੇ ਇੱਕ ਰਾਜਾ ਹੁੰਦਾ ਸੀਗਾ। ਹੁਣ ਨੈਚੁਰਲ ਜੀ ਗੱਲ ਆ, ਇਹਦਾ ਮੀਨਿੰਗ ਇੱਥੇ ਵੀ ਸੇਮ ਹੀ ਆ, ਇਹਦਾ ਮੀਨਿੰਗ ਇੱਥੇ ਵੀ ਸਿਰਫ ਇੱਕ ਵਾਰ ਦੀ ਗੱਲ ਆ। ਕਹਿੰਦੇ ਕਿ ਲੋਕਾਂ ਨੇ ਫਾਊਂਡ, ਧਿਆਨ ਨਾਲ ਦੇਖਿਓ ਜੀ, ਜੇ ਤੁਸੀਂ ਦੇਖੋ ਤੁਸੀਂ ਆਪਣੇ ਮਾਈਂਡ ਨੂੰ ਸੌਖਾ ਬਣਾਉਣਾ ਜੀ, ਜ਼ਰੂਰੀ ਨਹੀਂ ਜੋ ਤੁਹਾਨੂੰ ਦਿਖ ਰਿਹਾ ਵਾ ਤੁਸੀਂ ਉਹਨੂੰ ਸਿੱਧਾ ਹੀ ਪੜ੍ਹਨਾ ਹੁੰਦਾ। ਜਿਹਨੂੰ ਮੈਂ ਪੜ੍ਹਨਾ ਮੈਂ ਵਨਸ ਮੂਹਰੇ ਲਾ ਕੇ ਪੜੂੰਗਾ, ਕਿਉਂਕਿ ਆਪਣੇ ਬ੍ਰੇਨ ਨੂੰ ਜਿੰਨਾ ਜ਼ਿਆਦਾ ਕੰਫਰਟ ਕਰਵਾਉਂਗੇ ਚੀਜ਼ਾਂ ਦੇ ਵਿੱਚ, ਉਹਨਾਂ ਜ਼ਿਆਦਾ ਉਹ ਜ਼ਿਆਦਾ ਸਿੱਖੂਗਾ ਜੀ। ਮੈਨੂੰ ਜਦੋਂ ਕੋਈ ਚੀਜ਼ ਨਹੀਂ ਸਮਝ ਆਉਂਦੀ ਹੁੰਦੀ ਸੀ, ਮੈਂ ਉਹਨੂੰ ਖੁਦ ਦੇ ਹਿਸਾਬ ਨਾਲ ਡਿਜ਼ਾਈਨਿੰਗ ਕਰ ਲੈਂਦਾ ਸੀ, ਕਿਉਂਕਿ ਮੈਂ ਵਨਸ ਮੂਹਰੇ ਲਿਖਿਆ ਦੇਖਿਆ ਅੱਜ ਤੱਕ, ਤਾਂ ਆਪਾਂ ਇੱਥੇ ਵੀ ਮੂਹਰੇ ਰੱਖ ਸਕਦੇ ਹਾਂ, ਇਹਦੇ ਨਾਲ ਕੋਈ ਫਰਕ ਤਾਂ ਪੈਣਾ ਹੀ ਨਹੀਂ। ਕਹਿੰਦੇ ਇੱਕ ਵਾਰ ਦੀ ਗੱਲ ਹੈ ਜੀ, ਕਹਿੰਦੇ ਹੁਣ ਦੇਖੋ ਹੁਣ ਕਿੰਨੇ ਵਧੀਆ ਤਰੀਕੇ ਨਾਲ ਪਤਾ ਲੱਗ ਰਿਹਾ ਵਾ। ਕਹਿੰਦੇ ਪੀਪਲ ਫਾਊਂਡ ਵਾਸ਼ਿੰਗ ਮਸ਼ੀਨ। ਹੁਣ ਜਦੋਂ ਹੀ ਆਹ ਚੀਜ਼ ਆਪਾਂ ਦੇਖੀ ਜੀ, ਮੈਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਆਹ ਵਾਲੇ ਵਰਡ ਜਿਹੜੇ ਹੁੰਦੇ ਆ ਜੀ, ਇਹਨਾਂ ਦਾ ਮੀਨਿੰਗ ਕੀ ਹੁੰਦਾ ਜੀ? ਇਹਨਾਂ ਦਾ ਮੀਨਿੰਗ ਇਹ ਇੱਕ ਜਾਨੀ ਕੋਰਿਲੇਟਿਵ ਕੰਜੰਕਸ਼ਨ ਆ। ਵੇਟ ਕਰਿਓ, ਰੀਡਿੰਗ ਨੂੰ ਦੁਬਾਰਾ ਖੋਲਦੇ ਹਾਂ। ਇਹ ਇੱਕ ਕੋਰਿਲੇਟਿਵ ਕੰਜੰਕਸ਼ਨ ਆ ਜੀ। ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਕੰਜੰਕਸ਼ਨ ਦਾ ਵੀ ਯੂਜ਼ ਦੱਸਦਾ ਵਾਂ ਵੀ ਇਹਦਾ ਯੂਜ਼ ਕਿੱਥੇ ਹੁੰਦਾ ਜੀ। ਦੇਖੋ ਇਹ ਵਾਲੀ ਕੰਜੰਕਸ਼ਨ ਯੂਜ਼ ਹੁੰਦੀ ਹੈ ਜਦੋਂ ਕੰਪੈਰੀਜ਼ਨ ਕਰਨਾ ਹੁੰਦਾ ਜੀ। ਇਹ ਕੋਰਿਲੇਟਿਵ ਕੰਜੰਕਸ਼ਨ ਕੰਪੇਅਰ ਕਰਨ ਦੇ ਲਈ ਯੂਜ਼ ਹੁੰਦੀ ਹੈ ਜੀ। ਇਹਦੇ ਵਿੱਚ ਹਮੇਸ਼ਾ ਇੱਕ ਐਡਜੈਕਟਿਵ ਹੀ ਲੱਗਾ ਹੁੰਦਾ ਵਾ ਜੀ। ਮੰਨ ਕੇ ਚੱਲੋ ਮੈਂ ਇੱਥੇ ਕਹਿ ਦਵਾਂ USA has rich has Japan, ਇਹਦਾ ਮੀਨਿੰਗ ਕੀ ਨਿਕਲਿਆ ਜੀ? ਇਹਦਾ ਮੀਨਿੰਗ USA ਕਹਿੰਦੇ ਉਨੀ ਹੀ ਰਿਚ ਆ ਜਿੰਨੀ ਕਿ ਕਹਿੰਦੇ ਜਾਪਾਨ, ਯਾਨੀ ਕਿ USA ਤੇ ਜਾਪਾਨ ਬਰਾਬਰ ਹੈ ਜੀ। ਕਹਿੰਦੇ ਇਹਦਾ ਮੀਨਿੰਗ ਹੋ ਗਿਆ ਜੀ, ਯਾਨੀ ਕਿ ਜੇ ਤੁਸੀਂ ਇਹਨੂੰ ਯੂਜ਼ ਕਰਨਾ ਹੋਵੇ ਤਾਂ ਇਹਦੇ ਵਿੱਚ ਐਡਜੈਕਟਿਵ ਤੁਹਾਨੂੰ ਰੱਖਣਾ ਪੈਣਾ ਜੀ। ਤਾਂ ਕਹਿੰਦੇ ਲੋਕਾਂ ਨੇ
ਇੱਕ ਵਾਰ ਕਹਿੰਦੇ ਜੀ ਵਾਸ਼ਿੰਗ ਮਸ਼ੀਨ ਨੂੰ ਕਿਹੜੀ ਨਿਗਾਹ ਨਾਲ ਦੇਖਿਆ, ਕਿਵੇਂ ਫਾਊਂਡ ਕੀਤਾ, ਕਹਿੰਦੇ ਉਹ ਨਹੀਂ ਜ਼ਿਆਦਾ ਫੈਸੀਨੇਟਿੰਗ ਲੱਗੀ ਉਹ ਉਹਨਾਂ ਨੂੰ। ਫੈਸੀਨੇਟਿੰਗ ਦਾ ਮਤਲਬ ਕੀ ਹੁੰਦਾ, ਵਧੀਆ, ਜਿੰਨੇ ਕਿ ਕਹਿੰਦੇ ਰੋਬੋਟ, ਯਾਨੀ ਕਿ ਲੋਕਾਂ ਨੇ ਵਾਸ਼ਿੰਗ ਮਸ਼ੀਨ ਨੂੰ ਕਿੰਨਾ ਫੈਸੀਨੇਟਿੰਗ ਸਮਝਿਆ, ਜਿੰਨੇ ਕਿ ਰੋਬੋਟ। ਜਾ ਕੇ ਦੇਖਦੇ ਹਾਂ ਜੀ ਆਪਾਂ, ਧਿਆਨ ਨਾਲ ਦੇਖਿਓ ਜੀ। ਕਹਿੰਦੇ ਇੱਕ ਵਾਰ ਦੀ ਗੱਲ ਆ ਜੀ, ਲੋਕਾਂ ਨੇ ਵਾਸ਼ਿੰਗ ਮਸ਼ੀਨ ਨੂੰ ਓਨਾ ਹੀ ਫੈਸੀਨੇਟਿੰਗ ਦੇਖਿਆ ਜਿੰਨੇ ਕਿ ਉਹ ਰੋਬੋਟ ਨੂੰ ਦੇਖਦੇ ਹੁੰਦੇ ਸੀਗੇ ਜੀ। ਚਲੋ ਜਾ ਕੇ ਦੇਖਦੇ ਹਾਂ ਕਿ ਆਪਾਂ ਨੂੰ ਰੀਡਿੰਗ ਦਾ ਇਦਾਂ ਕਹਿਣਾ ਵਾ ਜੀ। ਵਾਸ਼ਿੰਗ ਮਸ਼ੀਨ ਤੁਹਾਡਾ ਇੱਥੇ ਕੀਵਰਡ ਹੋ ਸਕਦਾ ਜੀ। ਤੁਸੀਂ ਇੱਕ ਚੀਜ਼ ਦਾ ਇੱਥੇ ਖਿਆਲ ਰੱਖਿਓ ਕਿ ਮੈਂ ਹਰ ਇੱਕ ਕੁਐਸਚਨ ਦੇ ਨਾਲ ਗ੍ਰਾਮੈਟੀਕਲ ਰੂਲ ਵੀ ਸਿੱਖ ਰਿਹਾ ਵਾਂ ਕਿ ਹੈਵ ਟੂ ਬੀ ਦੇ ਨਾਲ ਥਰਡ ਫਾਰਮ ਕਿੱਥੇ ਆਈ, ਆਹ ਦੋ ਚੀਜ਼ਾਂ ਦਾ ਮਤਲਬ ਕੀ ਆ। ਇਹ ਚੀਜ਼ਾਂ ਕਰਨ ਤੇ ਮੈਨੂੰ ਕੀ ਲੱਗਿਆ ਸੀ, 1 ਵੀਕ ਤਾਂ ਮੈਨੂੰ ਇਦਾਂ ਲੱਗਿਆ ਸੀਗਾ ਕਿ ਮੈਂ ਜਿਹੜੀਆਂ ਚੀਜ਼ਾਂ ਸਿੱਖ ਰਿਹਾ ਵਾਂ ਵੀ ਕੀ ਇਹ ਵਾਕਈ ਮੇਰੀ ਹੈਲਪ ਕਰਨਗੀਆਂ ਜਾਂ ਨਹੀਂ। ਬਟ 1 ਵੀਕ ਤੋਂ ਬਾਅਦ ਚੋਂ ਜਦੋਂ ਰੀਡਿੰਗ ਨੂੰ ਦੇਖਦੇ ਹੁੰਦੇ ਸੀਗੇ, ਮੈਂ ਜਦੋਂ ਰੀਡਿੰਗ ਨੂੰ ਪੜ੍ਹਦਾ ਹੁੰਦਾ ਸੀਗਾ, ਉਹ ਚੀਜ਼ਾਂ ਵਿੱਚ ਫਿੱਟ ਹੁੰਦੀਆਂ ਸੀਗੀਆਂ। ਤਾਂ ਉਹਨਾਂ ਦਾ ਬੈਨੀਫਿਟ ਕੀ ਹੋਇਆ, ਮੇਰੀ ਟ੍ਰਾਂਸਲੇਸ਼ਨ ਸਕਿੱਲ ਬਾਅਦ ਚੋਂ ਬਹੁਤ ਜ਼ਿਆਦਾ ਵਧੀਆ ਹੋਣ ਲੱਗੀ ਸੀ। ਕਿਉਂ? ਕਿਉਂਕਿ ਮੈਂ ਇੱਕ ਨਿੱਕੀ ਨਿੱਕੀ ਚੀਜ਼ ਨੂੰ ਉਦੋਂ ਸਮਝ ਰਿਹਾ ਸੀ। ਜ਼ਿਆਦਾਤਰ ਮੈਂ ਸਮਝ ਰਿਹਾ ਸੀਗਾ ਕਿ ਸਟਰਕਚਰਸ ਕੰਮ ਕਿਵੇਂ ਕਰਦੀਆਂ, ਉਹਨਾਂ ਦਾ ਮੀਨਿੰਗ ਕੀ ਹੁੰਦਾ, ਤੇ ਨਾਲੇ ਵੀ ਮੈਂ ਕਿ ਪ੍ਰੈਕਟੀਕਲੀ ਵੇਖਦਾ ਹੁੰਦਾ ਸੀ। ਮੈਂ ਜਦੋਂ ਹੀ ਹੈਵ ਟੂ ਤੋਂ ਬਾਅਦ ਚੋਂ ਫਸਟ ਫਾਰਮ ਲਾਉਣੀ ਸਿੱਖੀ ਤਾਂ ਬਾਅਦ ਚੋਂ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਹੈਵ ਟੂ ਬੀ ਇਹਦਾ ਵੌਇਸ ਫਾਰਮੇਸ਼ਨ ਹੁੰਦਾ, ਤੇ ਇਹਨੂੰ ਮੈਂ YouTube ਤੇ ਸਰਚ ਕਰਕੇ ਦੇਖਿਆ ਕਿ ਹੈਵ ਟੂ ਬੀ ਕਿਵੇਂ ਯੂਜ਼ ਹੋਊਗਾ, ਕਿੱਥੇ ਕਿੱਥੇ ਯੂਜ਼ ਹੋਊਗਾ ਜੀ। ਤਾਂ ਥੋੜਾ ਜਿਹਾ ਇਹਦੇ ਵਿੱਚ ਯਾਨੀ ਕਿ 10 ਮਿੰਟ ਦੇ ਲਈ ਹਰ ਇੱਕ ਪਰਸਨ ਕਨਫਿਊਜ਼ ਹੋ ਸਕਦਾ ਵਾ, ਬਟ 10 ਮਿੰਟਾਂ ਤੋਂ ਬਾਅਦ ਚੋਂ ਤੁਸੀਂ ਇੱਕ ਨਿਊ ਸਟਰਕਚਰ ਬਣਾ ਸਕਦੇ ਹੋ ਜਿਹੜੀ ਬਾਕੀਆਂ ਨੂੰ ਸਟਰਕਚਰ ਨਹੀਂ ਪਤਾ ਹੁੰਦੀ। ਤੇ ਜੇ ਤੁਸੀਂ ਸਟਰਕਚਰ ਨਹੀਂ ਬਣਾਉਣੀ ਗੀ, ਤੇ ਜੇ ਤੁਹਾਡੇ ਸਾਹਮਣੇ ਕਮ ਸੇ ਕਮ ਜੋ ਸਟਰਕਚਰ ਕਦੇ ਪਤਾ ਜੇ ਲਿਖੀ ਪਈ ਹੋਵੇ ਤਾਂ ਤੁਹਾਨੂੰ ਉਹਦਾ ਮੀਨਿੰਗ ਪਤਾ ਹੋਊਗਾ ਵੀ ਇਹ ਕਾਹਤੋਂ ਲਿਖੀ ਗਈ ਹੈ ਜੀ। ਤੇ ਬਾਕੀ ਇਹਦੇ ਵਿੱਚ ਕੀ ਹੁੰਦਾ ਸੀ, ਜਦੋਂ ਹੀ ਤੁਸੀਂ ਕੋਈ ਚੀਜ਼ ਸਿੱਖਣੀ ਸ਼ੁਰੂ ਕਰਦੇ ਹੋ ਤਾਂ ਉਦੋਂ ਬਾਅਦ ਚੋਂ ਨਾਲ ਇੱਕ ਆਪਾਂ ਕਹਿੰਦੇ ਵੀ ਕਨੈਕਟੀਵਿਟੀ ਜੁੜਦੀ ਜਾਂਦੀ ਹੈ ਜੀ, ਨਾਲ ਕਨੈਕਟੀਵਿਟੀ। ਇਹਦੇ ਨਾਲ ਕੀ ਹੁੰਦਾ ਸੀਗਾ ਕਿ ਜਦੋਂ ਇਹ ਪਤਾ ਲੱਗਿਆ ਕਿ ਆਹ ਵਾਲੀਆਂ ਕੰਜੰਕਸ਼ਨਾਂ ਹਮੇਸ਼ਾ ਇਕੱਠੀਆਂ ਹੀ ਯੂਜ਼ ਹੁੰਦੀਆਂ ਵਾ, ਇਹ ਦੋਨੇ ਇਹਨਾਂ ਨੂੰ ਯਾਨੀ ਕਿ ਕੋਰਿਲੇਟਿਵ ਜੀ, ਕੋਰਿਲੇਟਿਵ ਕੰਜੰਕਸ਼ਨ ਕਹਿੰਦੇ ਆ। ਇਹਦੇ ਤੋਂ ਬਾਅਦ ਚੋਂ ਪਤਾ ਲੱਗਿਆ ਵੀ ਇਹਦੇ ਨਾਲ ਦੀਆਂ ਕੀ ਹੋਰ ਵੀ ਕੋਈ ਹੈ, ਤਾਂ ਪਤਾ ਲੱਗਿਆ ਵੀ ਆਹ ਵਾਲੀਆਂ ਜਿਹੜੀਆਂ ਕੰਜੰਕਸ਼ਨਸ ਹੈ, ਜਿਹੜੀਆਂ ਹਮੇਸ਼ਾ ਹੀ ਇੱਕ ਪੇਅਰ ਦੇ ਵਿੱਚ ਯੂਜ਼ ਹੁੰਦੀਆਂ, ਇਹ ਸਾਰੀਆਂ ਨੂੰ ਇੰਗਲਿਸ਼ ਨੇ ਇੱਕ ਹਾਂਜੀ ਸਿੰਗਲ ਕੈਟਾਗਰੀ ਦੇ ਵਿੱਚ ਰੱਖਿਆ ਜੀ। ਆ ਜਿੰਨੀਆਂ ਵੀ ਮੈਂ ਤੁਹਾਨੂੰ ਲਿਖੀ ਜਾਂਦਾ, ਸੱਚ ਦੈਟ, ਆ ਸਾਰੀਆਂ ਜੀ। ਇਹਦਾ ਮਤਲਬ ਚੀਜ਼ ਇੱਕ ਸਿੰਗਲ ਸਿੱਖਣ ਲੱਗੇ ਸੀਗੇ, ਨਾਲ ਉਹਦੇ ਪਤਾ ਲੱਗ ਗਿਆ ਕਿ ਹੋਰ ਵੀ ਚੀਜ਼ਾਂ ਕਿਵੇਂ ਯੂਜ਼ ਹੁੰਦੀਆਂ ਤੇ ਕਿੱਥੇ ਕਿੱਥੇ ਯੂਜ਼ ਹੁੰਦੀਆਂ। ਤੇ ਜਦੋਂ ਹੀ ਇਹ ਕਿਤੇ ਨਾ ਕਿਤੇ ਚੀਜ਼ ਪਤਾ ਲੱਗਦੀ ਹੈ ਕਿ ਆਹ ਸਾਰੀਆਂ ਚੀਜ਼ਾਂ ਹਮੇਸ਼ਾ ਪੇਅਰ ਦੇ ਰੂਪ ਵਿੱਚ ਯੂਜ਼ ਹੁੰਦੀਆਂ ਜੀ, ਇਹ ਉਹਨਾਂ ਨੇ ਕੈਟਾਗਰੀ ਇੱਕ ਵੱਖਰੀ ਬਣਾਈ। ਕੁਝ ਕੰਜੰਕਸ਼ਨਸ ਹੁੰਦੀਆਂ ਜਿਹੜੀਆਂ ਕੱਲੀਆਂ ਯੂਜ਼ ਹੁੰਦੀਆਂ ਜੀ, ਜਿਵੇਂ ਕਿ ਧਿਆਨ ਨਾਲ ਦੇਖਿਓ, ਇਸ ਤੋਂ ਬਾਅਦ ਚੋਂ ਥੋੜੀ ਜਿਹੀ ਇੱਕ ਸਰਚ ਹੁੰਦੀ ਸੀਗੀ ਬਸ। ਇਹ ਸਰਚ ਏਦਾਂ ਨਹੀਂ ਕਿ ਮੈਂ ਕਹਿ ਦੇਵਾਂ ਕਿ 6 ਮਹੀਨਿਆਂ ਤੱਕ ਚੱਲੂਗੀ, ਨਹੀਂ, ਇਹ ਸਰਚ 5 ਮਿੰਟ ਦੀ ਹੁੰਦੀ ਸੀ ਜਸਟ। 5 ਮਿੰਟ ਦੇ ਵਿੱਚ ਇੱਕ ਨਵੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਹੁੰਦੀਆਂ ਸੀ। 5 ਮਿੰਟਾਂ 'ਚ ਪਤਾ ਲੱਗ ਗਿਆ ਕਿ ਇਹ ਕੰਜੰਕਸ਼ਨ ਕੋਰਿਲੇਟਿਵ ਕੰਜੰਕਸ਼ਨ ਆ। ਕਿਤੇ ਨਾ ਕਿਤੇ ਵੈਬਸਾਈਟ 'ਚ ਜਿੱਥੋਂ ਵੀ ਸਿੱਖਣ ਜਾਂਦੇ ਹੁੰਦੇ ਸੀ ਜਾਂ YouTube ਦੀ ਜਿਹੜੀ ਵੀ ਵੀਡੀਓ ਪਲੇ ਕਰਦੇ ਸੀ, ਉਹਦੇ ਵਿੱਚ ਜਦੋਂ ਟ੍ਰੇਨਰ ਬੋਲਦਾ ਹੁੰਦਾ ਸੀ ਕਿ ਇਹ ਇੱਕ ਕੋਰਿਲੇਟਿਵ ਕੰਜੰਕਸ਼ਨ ਆ, ਤਾਂ ਉਹਦੀ ਸਰਚ ਮਾਰ ਲਈਦਾ ਸੀਗਾ ਕਿ ਹੋਰ ਕੋਰਿਲੇਟਿਵ ਕੰਜੰਕਸ਼ਨਸ ਕਿਹੜੀਆਂ ਹੁੰਦੀਆਂ। ਤੇ ਜਦੋਂ ਹੀ ਤੁਹਾਡੇ ਸਾਹਮਣੇ ਉਹ ਸਾਰੀ ਪਿਕਚਰ ਬਣੀ ਆ ਗਈ ਤਾਂ ਪਤਾ ਲੱਗ ਜਾਂਦਾ ਹੁੰਦਾ ਸੀ ਆਹ ਸਾਰੀਆਂ ਕੋਰਿਲੇਟਿਵ ਕੰਜੰਕਸ਼ਨ। ਤਾਂ ਫਿਰ ਹੀ ਮਾਈਂਡ ਨੂੰ ਇੱਕ ਹੋਰ ਕੁਐਸਚਨ ਹੁੰਦਾ ਕਿ ਇਹ ਕੋਰਿਲੇਟਿਵ ਕੰਜੰਕਸ਼ਨ ਆ ਤੇ ਕੀ ਹੋਰ ਵੀ ਕੰਜੰਕਸ਼ਨ ਹੁੰਦੀਆਂ। ਤਾਂ ਉਦੋਂ ਪਤਾ ਲੱਗਿਆ ਕਿ ਲੈਂਗੁਏਜ ਦੇ ਵਿੱਚ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਹੁੰਦਾ, ਲੈਂਗੁਏਜ ਖੁਦ ਦੇ ਵਿੱਚ ਇੱਕ ਬੜੀ ਸੀਮਤ ਜੀ ਚੀਜ਼ ਆ। ਤਾਂ ਇਸ ਤੋਂ ਬਾਅਦ ਚੋਂ ਪਤਾ ਲੱਗਿਆ ਕਿ ਸਾਰੀਆਂ ਕੰਜੰਕਸ਼ਨ ਹੁੰਦੀਆਂ ਹੀ ਸਿਰਫ 3 ਤਰ੍ਹਾਂ ਦੀਆਂ, ਜਿਹਦੇ ਵਿੱਚ ਹਾਂਜੀ ਕੈਟਾਗਰੀ ਇੱਕ ਤਾਂ ਹੁਣੀ ਸਿੱਖੀ ਆ ਕੋਰਿਲੇਟਿਵ ਕਿਹੜੀਆਂ ਹੁੰਦੀਆਂ, ਜਿਹਦੇ ਵਿੱਚ ਪੇਅਰ ਦੇ ਰੂਪ ਦੇ ਵਿੱਚ ਕੰਮ ਕਰਦੀਆਂ, ਜਿਨ੍ਹਾਂ ਦੇ ਵਿੱਚ ਜੋੜੇ ਬਣੇ ਹੁੰਦੇ ਆ, ਜਿਵੇਂ ਨੋਟ ਓਨਲੀ ਬਟ ਆਲਸੋ, ਤੇ ਨਾਲ ਪਤਾ ਲੱਗਿਆ ਇੱਕ ਹੁੰਦੀਆਂ ਕੰਜੰਕਸ਼ਨ ਕੋਆਰਡੀਨੇਟ। ਇਹ ਕਿਹੜੀਆਂ ਹੁੰਦੀਆਂ ਵਾ, ਜਿਨ੍ਹਾਂ ਨਾਲ ਤੁਸੀਂ ਕੰਪਾਊਂਡ ਸੈਂਟੈਂਸ ਬਣਾਉਂਦੇ ਹੋ ਜੀ, ਉਹ 7। ਤੇ ਨਾਲ ਪਤਾ ਲੱਗਿਆ ਹੋਰ ਕਿਹੜੀ ਕੈਟਾਗਰੀ ਹੁੰਦੀ ਆ, ਸਬੋਰਡੀਨੇਟ ਕੰਜੰਕਸ਼ਨ। ਸਬੋਰਡੀਨੇਟ ਕਿਹੜੀਆਂ, ਜਿਨ੍ਹਾਂ ਨਾਲ ਤੁਸੀਂ ਕੰਪਲੈਕਸ ਸੈਂਟੈਂਸ ਬਣਾਉਂਦੇ ਹੋ ਜੀ। ਸਾਰੇ ਕੰਪਲੈਕਸ ਕਿਹੜੇ ਜੀ, ਆਹ ਸਾਰੀਆਂ ਕੰਜੰਕਸ਼ਨਸ ਜਿਹੜੀਆਂ ਹੈਗੀਆਂ ਵਾ ਇਹ ਕਿਹਨਾਂ ਵਿੱਚ ਆਉਂਦੀਆਂ ਜੀ, ਇਹ ਸਾਰੀਆਂ ਹੁੰਦੀਆਂ ਸਬੋਰਡੀਨੇਟ ਦੇ ਵਿੱਚ।
ਤਾਂ ਇਹਦਾ ਮੀਨਿੰਗ ਕੀ ਉਹਨੂੰ ਪਤਾ ਲੱਗਿਆ ਜੀ ਕਿ ਜਸਟ ਲੈਂਗੁਏਜ ਦੇ ਵਿੱਚ ਜੇ ਕੰਜੰਕਸ਼ਨਸ ਟੌਪਿਕ ਨੂੰ ਸਿੱਖ ਲਈਏ ਤਾਂ ਆਪਾਂ ਨੂੰ ਟਾਈਪਸ ਆਫ ਸੈਂਟੈਂਸ ਪਤਾ ਲੱਗ ਜਾਂਦੇ ਆ ਸਾਰੇ। ਜਿਵੇਂ ਕਈ ਵਾਰੀ ਫਿਰ ਪਰਸਪੈਕਟਿਵ ਚੇਂਜ ਹੋ ਗਿਆ ਤੇ ਬੱਚਾ ਕਹਿੰਦਾ ਕਿ ਸਰ ਟਾਈਪਸ ਆਫ ਸੈਂਟੈਂਸ ਸਿਖਾਇਓ। ਟਾਈਪਸ ਆਫ ਸੈਂਟੈਂਸ ਨਹੀਂ ਸਿੱਖਣੇ, ਸਿੱਖਣੀਆਂ ਹੁੰਦੀਆਂ ਕੰਜੰਕਸ਼ਨਸ। ਕੰਜੰਕਸ਼ਨਸ ਪਤਾ ਲੱਗੂਗਾ ਕਿੰਨੇ ਤਰ੍ਹਾਂ ਦੀਆਂ, 3 ਤਰ੍ਹਾਂ ਦੀਆਂ ਜੀ। ਸਬੋਰਡੀਨੇਟ, ਫਿਰ ਜਾਨੀ ਕੋਆਰਡੀਨੇਟ ਹੋ ਗਈਆਂ, ਫਿਰ ਕੋਰਿਲੇਟਿਵ ਹੋ ਗਈਆਂ। ਤੇ ਬਾਅਦ ਚੋਂ ਪਤਾ ਲੱਗਦਾ ਕਿ ਜਿਹੜੀਆਂ ਜੋ ਸਬੋਰਡੀਨੇਟ ਹੈਗੀਆਂ ਇਹ ਕੰਪਲੈਕਸ ਬਣਾਉਂਦੀਆਂ ਵਾ ਜੀ, ਜੋ ਕੋਆਰਡੀਨੇਟ ਹੈਗੀਆਂ ਉਹ ਕੰਪਾਊਂਡ ਬਣਾਉਂਦੀਆਂ ਵਾ, ਜਿਹੜੀਆਂ ਕੋਰਿਲੇਟਿਵ ਹੈਗੀਆਂ ਵਾ ਉਹ ਡਿਪੈਂਡ ਕਰਦਾ, ਸਿੰਪਲ ਸੈਂਟੈਂਸ ਵੀ ਬਣਾ ਸਕਦੀਆਂ, ਕੰਪਾਊਂਡ ਵੀ ਬਣਾ ਸਕਦੀਆਂ, ਕੰਪਲੈਕਸ ਵੀ ਬਣਾ ਸਕਦੀਆਂ ਜੀ। ਤੇ ਕਮ ਸੇ ਕਮ ਜੇ ਇਹਦੇ ਉੱਪਰ ਰਿਸਰਚ ਕਰਨੀ ਪੈ ਗਈ ਥੋੜੀ ਜੀ, ਮੰਨ ਕੇ ਚੱਲੋ ਇੱਕ ਦਿਨ ਦੇ ਵਿੱਚ ਇਹਨਾਂ ਉੱਪਰ 2 ਤੋਂ ਇਹ ਮੈਂ ਗੱਲ ਕਦੋਂ ਦੀ ਦੱਸ ਰਿਹਾ, ਜਦੋਂ ਅਸੀਂ ਸਟੂਡੈਂਟਸ ਹੁੰਦੇ ਸੀਗੇ। ਕਿਉਂਕਿ ਜਦੋਂ ਕਿਸੇ ਚੀਜ਼ ਨੂੰ ਸਿੱਖਣ ਲੱਗਦੇ ਹੋ ਨਾ, ਫਿਰ ਤੁਸੀਂ ਸਿਰਫ ਫਾਈਨਲ ਨੂੰ ਹੀ ਟਾਰਗੇਟ ਵਿੱਚ ਰੱਖ ਕੇ ਨਹੀਂ ਪੜ੍ਹਨਾ ਹੁੰਦਾ। ਐਕਚੁਅਲ ਦੇ ਵਿੱਚ ਜਿਹੜੀਆਂ ਤੁਸੀਂ ਇਹ ਚੀਜ਼ਾਂ ਕਰਦੇ ਹੋ ਇਹਦੇ ਨਾਲ ਕਲੈਰਿਟੀਆਂ ਜ਼ਿਆਦਾ ਹੁੰਦੀਆਂ ਜੀ। ਰੋਜ਼ ਨਿਊ ਰੂਲ ਸਿੱਖਣਾ ਹੀ ਇਹਦੇ ਵਿੱਚ ਬਿਹਤਰ ਹੋਣਾ ਵਾ। ਜਦੋਂ ਨਵੀਆਂ ਸਟਰਕਚਰਸ, ਨਵੀਆਂ ਚੀਜ਼ਾਂ ਸਿੱਖੋਗੇ। ਮੇਰੇ ਹਿਸਾਬ ਨਾਲ ਸਿਰਫ 2 ਤੋਂ 3 ਘੰਟੇ ਲੱਗੇ ਸੀਗੇ ਇੱਕ ਦਿਨ ਦੇ ਵਿੱਚ, ਬਟ ਉਹਦੇ ਸਾਰੀ ਪ੍ਰੋਬਲਮ ਸੌਰਟ ਆਊਟ ਹੋ ਗਈ ਸੀਗੀ ਕਿ ਦੁਨੀਆ ਤੇ ਲੈਂਗੁਏਜ ਦੇ ਵਿੱਚ ਕਿੰਨੇ ਤਰ੍ਹਾਂ ਦੇ ਸੈਂਟੈਂਸ ਪੋਸੀਬਲ ਹੋ ਸਕਦੇ ਆ ਤੇ ਕਿਹੜੇ ਸੈਂਟੈਂਸ ਨੂੰ। ਫਿਰ ਨਾਲ ਹੀ ਇੱਕ ਟੌਪਿਕ ਨਿਕਲਿਆ ਸੀਗਾ ਕਿ ਰਨ ਔਨ ਸੈਂਟੈਂਸ ਕੀ ਹੁੰਦਾ ਵਾ। ਰਨ ਔਨ ਸੈਂਟੈਂਸ ਕੀ ਸੀਗਾ ਕਿ ਹਰ ਇੱਕ ਸੈਂਟੈਂਸ ਨੂੰ ਕੰਟਰੋਲ ਕਰਨਾ ਪੈਂਦਾ। ਕੰਪਾਊਂਡ ਦੀ ਵੀ ਇੱਕ ਹੱਦ ਹੁੰਦੀ ਹੈ, ਕੰਪਲੈਕਸ ਦੀ ਵੀ ਇੱਕ ਹੱਦ ਆ। ਕੰਪਾਊਂਡ ਕੰਪਲੈਕਸ ਨੂੰ ਜੋੜ ਸਕਦੇ ਆ, ਬਟ ਹੁਣ ਜੇ ਇਹਦੇ ਵਿੱਚ ਫਰਦਰ ਕੰਜੰਕਸ਼ਨ ਪਾਈ ਹੋਈ ਜਾਵਾਂਗੇ ਤਾਂ ਉਹ ਬਣ ਜਾਊਗਾ ਇੱਕ ਰਨ ਔਨ ਸੈਂਟੈਂਸ। ਤੇ ਫਿਰ ਬਾਅਦ ਚੋਂ ਪਤਾ ਲੱਗਿਆ ਕਿ ਰਨ ਔਨ ਸੈਂਟੈਂਸ ਤੋਂ ਪਤਾ ਲੱਗਦਾ ਵਾ ਕਿ ਇੱਕ ਬੰਦੇ ਨੂੰ ਲਿਖਣਾ ਨਹੀਂ ਆਉਂਦਾ। ਤੇ ਫਿਰ ਪਤਾ ਲੱਗਿਆ ਕਿ ਰਾਈਟਿੰਗ ਦੇ ਵਿੱਚ ਜੇ ਰਨ ਔਨ ਸੈਂਟੈਂਸ ਨਿਕਲ ਜੇ ਤਾਂ ਉਹਦੇ GRA ਚੋਂ ਬੈਂਡ ਕੱਟੇ ਜਾਣੇ। ਇਹ ਚੀਜ਼ਾਂ ਗਾਂਧੀਆਂ ਜਿਹੜੀਆਂ ਹੈਗੀਆਂ ਇਹ ਬਾਅਦ ਕੜੀ ਨਾਲ ਜੁੜੀਆਂ ਸੀਗੀਆਂ। ਸਭ ਤੋਂ ਪਹਿਲੇ ਕੀ ਸਿੱਖਣਾ ਪਿਆ, ਸ਼ੁਰੂਆਤ ਉਹਦੀ ਇੱਕ ਨਿੱਕੀ ਜਿਹੀ ਚੀਜ਼ ਤੋਂ ਹੋਈ ਸੀ ਵੀ ਆਹ ਚੀਜ਼ ਕੀ ਹੈ ਜਦੋਂ ਦੋਵਾਂ ਥਾਵਾਂ ਤੇ ਲੱਗੀ ਪਈ ਹੁੰਦੀ। ਉਹ ਬਾਅਦ ਚੋਂ ਕੰਜੰਕਸ਼ਨਸ ਤੇ ਲੈ ਗਈ, ਕੰਜੰਕਸ਼ਨ ਤੋਂ ਬਾਅਦ ਚੋਂ ਟਾਈਪ ਆਫ ਸੈਂਟੈਂਸ, ਟਾਈਪ ਆਫ ਸੈਂਟੈਂਸ ਤੋਂ ਬਾਅਦ ਚੋਂ ਸੈਂਟੈਂਸ ਕੰਟਰੋਲ ਕਿਵੇਂ ਕਰੀਦੇ ਆ, ਤੇ ਬਾਅਦ ਚੋਂ ਰਨ ਔਨ ਸੈਂਟੈਂਸ। ਤੇ ਇਹਦੇ ਵਿੱਚ GRA ਰਾਈਟਿੰਗ ਦੀ ਜਿਹੜੀ ਆ ਉਹ ਸਾਰੀ ਸੋਲਵਡ ਹੋ ਗਈ ਸੀ। ਪਤਾ ਲੱਗ ਗਿਆ ਸੀ ਕਿ ਕਿੰਨੇ ਤਰ੍ਹਾਂ ਦੇ ਸੈਂਟੈਂਸ ਹੁੰਦੇ ਆ, ਕਿੱਦਾਂ ਬਣਾਈਦੇ ਆ, ਕਿਵੇਂ ਪੰਕਚੁਏਸ਼ਨ ਹੁੰਦੀ ਆ। ਕਿਉਂਕਿ ਜਿਹੜੀ ਪੰਕਚੁਏਸ਼ਨ ਜੋ ਕਨਸੈਪਟ ਆ ਉਹ ਸਾਰਾ ਕੰਜੰਕਸ਼ਨ ਦੇ ਵਿੱਚ ਕਵਰ ਹੁੰਦਾ ਵਾ। ਕੰਜੰਕਸ਼ਨ ਦੇ ਵਿੱਚ ਹੀ ਪਤਾ ਲੱਗਦਾ ਕਿ ਜੇ ਤੁਸੀਂ ਸਬੋਰਡੀਨੇਟ ਕੰਜੰਕਸ਼ਨ ਯੂਜ਼ ਕਰ ਰਹੇ ਹੋ ਤਾਂ ਕੋਮਾ ਤੁਹਾਨੂੰ ਕਿੱਥੇ ਲਾਉਣਾ ਪੈਣਾ। ਅੱਗੇ ਚੱਲਦੇ ਹਾਂ ਜੀ, ਨੈਕਸਟ ਧਿਆਨ ਨਾਲ ਦੇਖਿਓ ਜੋ ਆਪਣਾ ਸੀਗਾ ਕੁਐਸਚਨ ਜਿਹਦੇ ਤੇ ਆਪਾਂ ਹੁਣੀ ਸੀਗੇ। ਤਾਂ 4th ਨੰਬਰ ਵਿੱਚ ਇਹਨਾਂ ਨੇ ਆਪਾਂ ਨੂੰ ਕਿਹਾ ਜੀ, ਪੀਪਲ ਕਹਿੰਦੇ ਜਿਹੜੇ ਹੈਗੇ ਜੀ ਕਵਾਦੀ ਵਾਸ਼ਿੰਗ ਮਸ਼ੀਨ ਉਹਨਾਂ ਨੂੰ ਕਿੱਦਾਂ ਦੀ ਉਹਨਾਂ ਨੂੰ ਲੱਗੀ ਵੀ ਕਿੱਦਾਂ ਦੀ ਫਾਊਂਡ ਕੀਤੀ, ਉਨੀ ਹੀ ਫੈਸੀਨੇਟਿੰਗ ਲੱਗੀ ਜਿੰਨੇ ਕਿ ਰੋਬੋਟ। ਜਾ ਕੇ ਦੇਖਦੇ ਹਾਂ ਜੀ ਕਿ ਲੋਕਾਂ ਨੇ ਇੱਕ ਵਾਰ ਇਹ ਚੀਜ਼ ਨੂੰ ਇੱਕ ਸੇਮ ਪਰਸਪੈਕਟਿਵ ਤੋਂ ਦੇਖਿਆ ਸੀਗਾ ਜੀ ਕਿ ਉਹ ਉਹਨਾਂ ਨੂੰ ਫੈਸੀਨੇਟਿੰਗ ਦੋਨੇ ਜਾਨੀ ਕਿ ਬਰਾਬਰ ਹੀ ਲੱਗੇ। ਤਾਂ ਇੱਥੇ ਆਪਣਾ ਜੋ ਕੀਵਰਡ ਕੰਮ ਕਰ ਰਿਹਾ ਜੀ, ਉਹ ਆਪਣਾ ਕੀਵਰਡ ਕੰਮ ਕਰੂਗਾ ਜੀ ਇੱਥੇ ਵਾਸ਼ਿੰਗ ਮਸ਼ੀਨ। ਇੱਥੋਂ ਤੱਕ ਆਪਾਂ ਪੜਿਆ ਜੀ ਉਹਨਾਂ ਡਰਟ ਸੈਂਸਰ ਵਾਲੇ ਜਿਹੜੇ ਹੈਗੇ ਆ। ਆਪਾਂ ਇੱਥੋਂ ਤੱਕ ਆਪਣਾ ਡਨ ਹੋ ਗਿਆ। ਅੱਗੇ ਜਾਂਦੇ ਹਾਂ ਜੀ ਆਪਾਂ ਵਾਸ਼ਿੰਗ ਮਸ਼ੀਨ। ਤਾਂ ਵਾਸ਼ਿੰਗ ਮਸ਼ੀਨ ਜੋ ਕੀਵਰਡ ਹੈ ਜੀ ਆ ਪਿਆ ਜੀ ਤੁਹਾਡਾ ਵਾਸ਼ਿੰਗ ਮਸ਼ੀਨ। ਵਾਸ਼ਿੰਗ ਮਸ਼ੀਨ ਮੈਨੂੰ ਧਿਆਨ ਨਾਲ ਪੜ੍ਹ ਕੇ ਦੱਸੋ ਜੀ, ਤੁਹਾਡਾ ਕੁਐਸਚਨ 'ਚ ਉਹਨਾਂ ਨੇ ਕਿਹਾ ਸੀ ਇੱਕ ਵਾਰ ਲੋਕਾਂ ਨੂੰ ਵਾਸ਼ਿੰਗ ਮਸ਼ੀਨ ਵੀ ਕਿੱਦਾਂ ਦੀ ਫੈਸੀਨੇਟਿੰਗ ਲੱਗੀ ਜਿੱਦਾਂ ਦੇ ਰੋਬੋਟ ਲੱਗਦੇ ਹੁੰਦੇ ਸੀ ਉਹਨਾਂ ਨੂੰ। ਮੈਂ ਤੁਹਾਨੂੰ ਚੀਜ਼ ਕਹਿ ਹੀ ਦਿੱਤੀ, ਇਹ ਚੀਜ਼ ਦੋਨਾਂ ਚੀਜ਼ਾਂ ਨੂੰ ਬਰਾਬਰ ਸ਼ੋ ਕਰਦੀ। ਤੇ ਰੀਸੈਂਟਲੀ ਇਹਦੇ ਤੇ ਆਪਾਂ ਇੱਕ ਟਰੂ ਫਾਲਸ ਕੀਤਾ ਵਾ। ਮੈਂ ਤੁਹਾਨੂੰ ਹੁਣੀ ਸਮਝਾਉਣਾ ਕਿ ਇਹ ਚੀਜ਼ਾਂ ਜਦੋਂ ਮਾਈਂਡ 'ਚ ਰੱਖਣੀਆਂ ਸ਼ੁਰੂ ਕਰ ਲਈਏ ਆਪਾਂ, ਉਹਦਾ ਬੈਨੀਫਿਟ ਕੀ ਹੁੰਦਾ। ਪਹਿਲਾਂ ਮੈਨੂੰ ਇੱਕ ਬਈ ਦੱਸ ਦਿਓ ਨਾ ਸਹੀ ਆਨਸਰ ਕੀ ਹੋਊਗਾ ਜੀ। ਕਹਿੰਦੇ ਜਿਹੜੀ ਫਸਟ ਆਬਜ਼ਰਵੇਸ਼ਨ ਸੀਗੀ ਜੀ ਲਾਈਫ ਦੀ ਡੋਮੈਸਟਿਕ ਰੋਬੋਟ ਦੇ ਨਾਲ, ਉਹ ਕੀ ਸੀ ਜੀ। ਕਹਿੰਦੇ ਯੂ ਵਿਲ ਕੀਪ ਵਾਚਿੰਗ ਇਟ, ਵੀ ਤੁਸੀਂ ਇਹਨੂੰ ਦੇਖੀ ਹੋਈ ਜਾਓਗੇ। ਜਦੋਂ ਪਹਿਲੀ ਵਾਰ ਰੋਬੋਟ ਡੋਮੈਸਟਿਕ ਰੋਬੋਟ ਨੂੰ ਇੱਕ ਵਾਰੀ ਦੇਖਿਆ ਜੀ ਤਾਂ ਉਹ ਜਿਹੜੀ ਉਹ ਚੀਜ਼ ਕਿੱਦਾਂ ਦੀ ਸੀਗੀ, ਯੂ ਵਿਲ ਕੀਪ ਵਾਚਿੰਗ। ਹੁਣ ਇੱਥੇ ਵੀ ਤੁਹਾਨੂੰ ਵੈਰੀਫਾਈ ਹੋਗਾ ਕੀਪ ਤੋਂ ਬਾਅਦ ਚੋਂ ਹਮੇਸ਼ਾ ਜੀਰਨ ਫਾਰਮ ਹੁੰਦੀ ਹੁੰਦੀ। ਤੁਸੀਂ ਉਹਨੂੰ ਦੇਖੀ ਹੋਈ ਜਾਓਗੇ, ਦੇਖਣਾ ਕੰਟੀਨਿਊ ਕਰੋਗੇ ਜੀ। ਕਦੋਂ ਤੱਕ ਜੀ,
ਬਿਫੋਰ ਯੂ ਟਰਸਟ ਇਟ ਕੰਪਲੀਟਲੀ, ਜਦੋਂ ਤੁਹਾਨੂੰ ਇਹਦੇ ਤੇ ਟਰਸਟ ਨਾ ਹੋ ਜੇ ਪੂਰਾ, ਉਹਨਾਂ ਟਾਈਮ ਤੁਸੀਂ ਦੇਖੀ ਹੋ ਜਾਓਗੇ। ਪਰਹੈਪਸ, ਤੇ ਕਹਿੰਦੇ ਅਸਲ ਦੇ ਵਿੱਚ ਜੇ ਦੇਖੀਏ ਤਾਂ ਆਪਾਂ that is not surprising, ਕਹਿੰਦੇ ਜੀ ਕੋਈ ਇਹ ਸਰਪ੍ਰਾਈਜ਼ਿੰਗ ਹੋਣ ਵਾਲੀ ਗੱਲ ਨਹੀਂ ਗੀ ਜੀ। ਕਹਿੰਦੇ ਆਫਟਰ ਆਲ ਕਹਿੰਦੇ when, ਜਦੋਂ ਕਹਿੰਦੇ ਆਟੋਮੈਟਿਕ ਵਾਸ਼ਿੰਗ ਮਸ਼ੀਨ ਨੂੰ ਪਹਿਲੀ ਵਾਰੀ ਦੇਖਿਆ ਗਿਆ ਤਾਂ ਲੋਕਾਂ ਨੇ ਕੀ ਕੀਤਾ, used to draw up a chair, ਇੱਕ ਚੇਅਰ ਲੈ ਲਈ ਉਹਨਾਂ ਨੇ and sit, ਤੇ ਬੈਠ ਗਏ ਉਹਦੇ ਤੇ ਜੀ and watch them, ਤੇ ਉਹ ਵਾਸ਼ਿੰਗ ਮਸ਼ੀਨ ਨੂੰ ਦੇਖੀ ਗਏ complete their wash, rinse, spin cycle, ਬਈ ਉਹਨੂੰ ਪੂਰੇ ਧਿਆਨ ਨਾਲ ਦੇਖੀ ਗਏ ਵੀ ਉਹ ਕਿਵੇਂ ਉਹ ਵਾਸ਼ ਕਰਦੀ ਹੈ, ਕਿਵੇਂ ਉਹ ਰਿੰਸ ਕਰਦੀ ਹੈ, ਕਿਵੇਂ ਉਹ ਸਾਈਕਲ ਉਹਦੇ ਸਪਿਨ ਹੁੰਦੇ ਆ ਜੀ। ਤੁਹਾਡਾ ਕੁਐਸਚਨ ਇਹ ਹੈ ਜੀ, ਇੱਕ ਵਾਰ ਦੀ ਗੱਲ ਆ, ਲੋਕਾਂ ਨੇ ਵਾਸ਼ਿੰਗ ਮਸ਼ੀਨ ਨੂੰ ਵੀ ਕਿਵੇਂ ਸਮਝਿਆ, ਕਿਵੇਂ ਦੇਖਿਆ, ਕਿੰਨਾ ਫੈਸੀਨੇਟਿੰਗ ਸਮਝਿਆ, ਜਿੰਨੇ ਕਿ ਰੋਬੋਟ। ਤਾਂ ਮੈਨੂੰ ਪੜ੍ਹ ਕੇ ਦੱਸੋ ਜੀ, ਕੀ ਲੋਕੀ ਔਰ ਰੋਬੋਟ ਤੇ ਵਾਸ਼ਿੰਗ ਮਸ਼ੀਨ ਨੂੰ ਜਿਹੜਾ ਫਾਊਂਡ ਕੀਤਾ ਉਹਨਾਂ ਨੇ ਇੱਕ ਤਰ੍ਹਾਂ ਦਾ, ਉਹ ਸੇਮ ਤਰੀਕੇ ਨਾਲ ਹੀ ਕੀਤਾ ਜੀ। ਰੋਬੋਟ ਨੂੰ ਕਿੱਦਾਂ ਕੀਤਾ ਸੀ ਉਹਨਾਂ ਨੇ? ਰੋਬੋਟ ਨੂੰ ਤਾਂ ਦੇਖੀ ਹੋਈ ਗਏ ਸੀਗੇ ਜੀ। ਚਲੋ ਮੈਨੂੰ ਧਿਆਨ ਨਾਲ ਦੱਸੋ ਵੀ ਵਾਸ਼ਿੰਗ ਮਸ਼ੀਨ ਨਾਲ ਵੀ ਸੇਮ ਚੀਜ਼ ਹੀ ਹੈਪਨ ਹੋਈ ਹੈ ਕਿ ਇਹਨੂੰ ਹੋਰ ਨਜ਼ਰੀਏ ਦੇ ਨਾਲ ਫਾਊਂਡ ਕੀਤਾ ਗਿਆ ਜੀ? ਹਾਂਜੀ True. True, sir. True as well. True. ਕਹਿੰਦਾ ਟਰੂ ਹੈ ਜੀ ਉਹ। ਤੇ ਜੇ ਹੁਣ ਧਿਆਨ ਨਾਲ ਦੇਖਿਓ, ਆਪਾਂ ਜਿਹੜਾ ਰੀਸੈਂਟਲੀ ਕੁਐਸਚਨ ਕੀਤਾ, ਅੱਛਾ ਜੇ ਮੈਂ ਇਹਦੇ ਵਿੱਚ ਜੇ ਕੁਐਸਚਨ ਦੇ ਵਿੱਚ ਏਦਾਂ ਲਾ ਦਿੰਦਾ ਕਿ ਵਾਸ਼ਿੰਗ ਮਸ਼ੀਨ ਮੋਰ ਫੈਸੀਨੇਟਿੰਗ ਸੀਗੀ ਰੋਬੋਟਸ ਦੇ ਕੰਪੈਰੀਜ਼ਨ, ਫਿਰ ਇਹ ਕੀ ਹੋ ਗਿਆ ਜੀ? So false. False, sir. ਫਾਲਸ ਹੋ ਗਿਆ ਜੀ ਇਹ, ਕਿਉਂਕਿ ਕੁਐਸਚਨ ਕੀ ਕਹਿ ਰਿਹਾ ਵਾ, ਜਾਨੀ ਕਿ ਕੁਐਸਚਨ ਦੇ ਵਿੱਚ ਸਾਈਨ ਕਿਹੜਾ ਵਾ? ਉਹਦੇ ਵਿੱਚ ਕਹਿੰਦੇ ਆ ਵੀ Sir. ਦੋਨਾਂ ਦਾ ਸੇਮ ਹੀ ਕਹਿ ਰਹੇ ਸਰ ਵੀ ਉਨੀ ਉਹ। ਹਾਂ ਹੁਣ ਧਿਆਨ ਨਾਲ ਦੇਖਿਓ, ਜੇ ਤੁਸੀਂ ਇਹਨੂੰ ਜਾਨੀ ਕਿ ਨਜ਼ਰੀਏ ਨਾਲ ਦੇਖੋ, ਇਹਦਾ ਮੀਨਿੰਗ ਮੈਂ ਕੀ ਨੋਟ ਕਰਾਇਆ, ਇਹਦਾ ਮੀਨਿੰਗ ਹੈਗਾ As to. ਇਕੁਅਲ ਟੂ। ਇਹਦਾ ਮੀਨਿੰਗ ਕੀ ਹੁੰਦਾ ਵਾ? ਇਹਦਾ ਮੀਨਿੰਗ ਹੁੰਦਾ ਆ ਵਾਲਾ, ਯੈਸ অর ਨੋ? ਹਾਂਜੀ। ਅੱਛਾ ਤੁਹਾਨੂੰ ਕੁਐਸਚਨ ਕਹਿ ਰਿਹਾ ਰੋਬੋਟ ਇਜ਼ ਇਕੁਅਲ ਟੂ ਵਾਸ਼ਿੰਗ ਮਸ਼ੀਨ, ਤੁਹਾਡੀ ਰੀਡਿੰਗ ਤੁਹਾਨੂੰ ਕਹਿ ਰਹੀ ਆ ਰੋਬੋਟ ਲੈਸ ਦੈਨ ਵਾਸ਼ਿੰਗ ਮਸ਼ੀਨ, ਤਾਂ ਹੁਣ ਇਹ ਕੀ ਹੈ ਜੀ? ਇਹ ਕੰਟਰਾਡਿਕਟ ਨਹੀਂ ਸਾਈਨ ਕਰੀ ਜਾਂਦੇ ਜੀ? ਸਰ ਇਹਦੀ ਐਗਜ਼ਾਮਪਲ ਇਹ ਵੀ ਬਣ ਸਕਦੀ ਹੈ ਨਾ ਕਿ ਰਾਮ ਇਜ਼ ਐਜ਼ ਲੌਂਗ ਐਜ਼ ਆਈ ਐਮ, ਵੀ ਮੇਰੇ ਹਾਂਜੀ। ਜਿੰਨਾ ਹੀ, ਹਨਾ? ਬਿਲਕੁਲ ਬਿਲਕੁਲ ਜੀ। ਤਾਂ ਇਹਦੇ ਵਿੱਚ ਹੁਣ ਦੇਖੋ ਧਿਆਨ ਨਾਲ, ਇਹ ਚੀਜ਼ਾਂ ਦਾ ਆਪਣੇ ਮਾਈਂਡ ਚ ਰੱਖਣਾ, ਆ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਸਾਈਨਿੰਗ ਦੇ ਵਿੱਚ ਵੀ ਕਨਵਰਟ ਆ ਦੇਖੋ ਜੀ ਆਪਾਂ ਕਰ ਲਈਏ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਉਂ ਕੰਟਰਾਡਿਕਟਰੀ ਬਣੇ। ਫਿਰ ਬੱਚਾ ਕਹਿੰਦਾ ਸਰ ਇਹ ਕੰਟਰਾਡਿਕਟਰੀ ਕਿਵੇਂ ਬਣੇ? ਇਹਦਾ ਮਤਲਬ ਹੁੰਦਾ ਦੋਨੇ ਚੀਜ਼ਾਂ ਬਰਾਬਰ ਆ, ਇਹਦਾ ਮਤਲਬ ਕਿ ਇੱਕ ਚੀਜ਼ ਉਹਨਾਂ ਵਿੱਚੋਂ ਜ਼ਿਆਦਾ ਆ, ਦੂਜੀ ਘੱਟ ਆ ਜੀ। ਕੋਈ ਚੀਜ਼ਾਂ ਨੂੰ ਸਿੱਖਣ ਦੇ ਨਾਲ ਤੁਹਾਨੂੰ ਹੁਣ ਜੇ ਕੋਈ ਵੀ ਕੁਐਸਚਨ ਮੰਨ ਕੇ ਚੱਲੋ ਹੋਊਗਾ ਜਿਹਦੇ ਵਿੱਚ ਮੋਹਰ ਲੱਗਿਆ ਪਿਆ ਹੋਇਆ, ਤਾਂ ਤੁਹਾਨੂੰ ਪਤਾ ਲੱਗਿਆ ਕਿ ਮੋਰ ਇੱਕ ਕੰਪੈਰੀਟਿਵ ਡਿਗਰੀ ਆ, ਤੁਸੀਂ ਉਹ ਰੀਡਿੰਗ ਦੇ ਉੱਪਰ ਗਏ, ਉਹਦੇ ਵਿੱਚ ਉਹ ਕਹਿ ਰਹੇ ਕਿ ਜੀ ਦੋਨੇ ਚੀਜ਼ਾਂ ਕੀ ਆ, ਆਹ ਵਾਲਾ ਜਾਨੀ ਕਿ ਲੈਂਗੁਏਜ ਲਿਖੀ ਪਈ ਆ, ਨੈਚੁਰਲ ਜੀ ਗੱਲ ਆ ਜੀ, ਇਹ ਕੰਟਰਾਡਿਕਟ ਕਰੀ ਜਾਂਦਾ ਕਿਉਂਕਿ Sir, ਇਹਦੇ ਇੱਕ ਵਿੱਚ ਮਿੰਟ, ਆਹ ਲੈਂਗੁਏਜ ਇੱਕ ਦੂਜੇ ਦੱਸਿਓ। ਨਾਲ ਕੰਟਰਾਡਿਕਟ ਹੋ ਗਈ। ਸਰ ਹਾਂਜੀ ਜਿਵੇਂ ਕੁਐਸਚਨ ਦੇ ਵਿੱਚ ਸੁਪਰਲੇਟਿਵ ਡਿਗਰੀ ਹੈ ਨਾ, ਤੇ ਪੈਸੇਜ ਵਿੱਚ ਵੀ ਆਪਾਂ ਨੂੰ ਸੁਪਰਲੇਟਿਵ ਡਿਗਰੀ ਮਿਲਦੀ ਆ, ਤਾਂ ਫਿਰ ਆਨਸਰ ਟਰੂ ਆ, ਹਨਾ? ਇਹ ਤਾਂ ਟਰੂ ਆ ਨਾ, ਕਿਉਂਕਿ ਦੋਨੇ ਜਗ੍ਹਾ ਤੇ ਹਾਂਜੀ, ਤੇ ਜੇ ਆਪਾਂ ਨੂੰ ਕੁਐਸਚਨ ਚ ਸੁਪਰਲੇਟਿਵ ਦੇ ਉਹਦੇ ਕੰਪੈਰੀਜ਼ਨ ਫਿਰ ਫਾਲਸ ਆਨਸਰ। ਜੇ ਕੁਐਸਚਨ ਦੇ ਵਿੱਚ ਸੁਪਰਲੇਟਿਵ ਡਿਗਰੀ ਲਾਈ ਪਈ ਆ ਤੇ ਰੀਡਿੰਗ ਦੇ ਵਿੱਚ ਲਾਈ ਪਈ ਆ, ਮੰਨ ਕੇ ਚੱਲੋ ਕੰਪੈਰੀਟਿਵ ਹਾਇਰ। ਹਾਂਜੀ ਹਾਇਰ, ਠੀਕ ਹੈ। ਇਹ ਹਾਇਰ ਤੁਹਾਨੂੰ ਹੁਣ ਚੈੱਕ ਕਰਨਾ ਪੈਣਾ ਵਾ ਕਿ ਹਾਇਰ ਇੱਕ ਸਿੰਗਲ ਚੀਜ਼ ਨਾਲ ਕੰਪੇਅਰ ਕੀਤਾ ਗਿਆ ਵਾ। ਜੇ ਤਾਂ ਇੱਕ ਸਿੰਗਲ ਚੀਜ਼ ਨਾਲ ਕੰਪੇਅਰ ਕੀਤਾ ਹੋਇਆ ਫਿਰ ਤਾਂ ਇਹ ਨੋਟ ਗਿਵਨ ਆ, ਕਿਉਂਕਿ ਆਪਾਂ ਨੂੰ ਸਾਰਿਆਂ ਨਾਲ ਥੋੜੀ ਪਤਾ ਵੀ ਇਹ ਕਿੱਦਾਂ ਦਾ ਹੋਊਗਾ। ਹਾਂਜੀ। ਤੇ ਜੇ ਇਹਨਾਂ ਨੇ ਮੰਨ ਕੇ ਚੱਲੋ ਹਾਇਰ ਨੂੰ ਤੋਂ ਬਾਅਦ ਚੋਂ ਹਾਇਰ ਹਾਂਜੀ ਕਿਹਾ ਕਿਹਦੇ ਤੋਂ ਆ? ਸਾਰੀਆਂ ਚੀਜ਼ਾਂ ਤੋਂ, ਫਿਰ ਇਹ ਕੀ ਹੋ ਗਿਆ? ਸਰ ਉੱਥੇ ਤਾਂ ਫਿਰ ਹਾਈਐਸਟ, ਉੱਥੇ ਹਾਈਐਸਟ ਉਹਦੇ ਵਿੱਚ ਕੀ ਹੁੰਦਾ? ਉੱਥੇ ਸੁਪਰਲੇਟਿਵ ਡਿਗਰੀ ਨਹੀਂ, ਫਿਰ ਤੇ ਜੀ ਮਤਲਬ ਕਿ ਚੇਂਜ ਕਰਨਗੇ। ਹਾਇਰ ਤਾਂ ਆਪਾਂ ਇੱਕ ਚੀਜ਼ ਨੂੰ ਦੂਸਰੀ ਚੀਜ਼ ਨਾਲ ਕੰਪੇਅਰ ਕਰਾਂਗੇ ਉੱਥੇ ਹੋਊ ਸਰ। ਜੇ ਸੁਪਰਲੇਟਿਵ ਦੇ ਲੱਗ ਡਿਗਰੀ ਹਾਇਰ ਲੈ ਕੇ ਬਾਅਦ ਚੋਂ ਸਾਰੀਆਂ ਚੀਜ਼ਾਂ ਨੂੰ ਮੈਂਸ਼ਨ ਕਰ ਜਾਂਦੇ ਆ। ਹੁਣ ਇੱਥੇ ਹਾਇਰ ਕਿਹਦੇ ਤੌਰ ਤੇ ਕੰਮ ਕਰ ਰਿਹਾ? ਸਾਰੀਆਂ ਸੁਪਰਲੇਟਿਵ ਡਿਗਰੀ ਦੇ ਤੌਰ ਤੇ ਕੰਮ ਕਰਨ ਲੱਗ ਬਿਲਕੁਲ। ਹੁਣ ਫਿਰ ਕੀ ਹੋ ਗਿਆ?
on on true ਸਰ ਜੇ ਯਾਨੀ on ਕਿ ਲੱਗਿਆ ਤੁਸੀਂ ਹੋਇਆ ਵੈਸੇ ਨਹੀਂ ਹਾਈਐਸਟ ਨੂੰ ਹਾਇਰ ਵੇਖ ਕੇ ਨੋਟ ਗਿਵਨ ਲਾ ਰਹੇ ਨਾ, ਤੁਸੀਂ ਉਹ ਹਾਇਰ ਜਾ ਕੇ ਵੈਰੀਫਾਈ ਕਰੋ ਵੀ ਦੇਖੋ ਹਾਇਰ ਦਾ ਸਹੀ ਯੂਜ਼ ਲੈਂਗੁਏਜ ਦੇ ਵਿੱਚ ਹੁੰਦਾ ਇੱਕ ਸਿੰਗਲ ਚੀਜ਼ ਨਾਲ ਹੀ ਕੰਪੇਅਰ ਕਰਦਾ ਹੈ, ਬਸ ਦੋ ਚੀਜ਼ਾਂ ਹੀ ਹੁੰਦੀਆਂ। ਬਟ ਰੀਡਿੰਗ ਕਈ ਵਾਰੀ ਬੱਚੇ ਨੂੰ ਚੱਕਮਾ ਦੇ ਜਾਂਦੀ ਹੈ ਜੀ, ਰੀਡਿੰਗ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਰੀਡਿੰਗ ਦੇ ਵਿੱਚ ਹਾਇਰ ਪਾ ਕੇ ਬਾਅਦ ਚੋਂ ਕੀ ਕਹਿਣਗੇ, ਦੇਣ ਤੋਂ ਬਾਅਦ ਚੋਂ ਸਾਰੀਆਂ ਚੀਜ਼ਾਂ ਨੂੰ ਹੀ ਗਿਣ ਜਾਣਗੇ। ਹੁਣ ਜੇ ਜਿਹੜੀ ਚੀਜ਼ ਸਾਰਿਆਂ ਤੋਂ ਹੀ ਹਾਇਰ ਹੋ ਗਈ ਇਹਦਾ ਮਤਲਬ ਉਹ ਖੁਦ ਵਿੱਚ ਫਿਰ ਕੀ ਹੈ ਜੀ, ਉਹ ਹਾਈਐਸਟ ਹੀ ਹੈ ਖੁਦ। ਹਾਂਜੀ ਹਾਂਜੀ ਇਹ ਲੱਗੀ ਨਾ ਜੀ, ਇਹ ਹਾਂਜੀ। ਨਿੱਕੀਆਂ ਨਿੱਕੀਆਂ ਬਰੀਕੀਆਂ ਨੂੰ ਬਸ ਤੁਸੀਂ ਥੋੜਾ ਜਿਹਾ ਆਪਣੇ ਮਾਈਂਡ ਦੇ ਵਿੱਚ ਰੱਖ ਲਿਆ, ਸਾਰੀਆਂ ਚੀਜ਼ਾਂ ਸੌਰਟ ਆਊਟ ਹੋਣ ਲੱਗ ਜਾਣੀਆਂ ਜੀ। ਤਾਂ ਮੈਨੂੰ ਹੁਣ ਇੱਕ ਵਾਰੀ ਯੈਸ ਔਰ ਨੋ ਦੱਸ ਦਿਓ ਕਿ ਜਦੋਂ ਦੇਖੋ ਸਾਰਾ ਟਰਾਂਸਲੇਟ ਭਾਵੇਂ ਨਾ ਹੀ ਕਰੋ ਜੀ, ਟਰਾਂਸਲੇਟ ਕੀ ਕਰੋ, ਤੁਸੀਂ ਜਸਟ ਸਿੱਖਣਾ ਸ਼ੁਰੂ ਕਰ ਦਿਓ ਕਿ ਕੁਐਸਚਨਸ ਦੇ ਵਿੱਚ ਮੇਰੀ ਜਿਹੜੀ ਲੈਂਗੁਏਜ ਜਿਹੜੇ ਵਰਡ ਹੈਗੇ ਆ ਉਹਨਾਂ ਨੂੰ ਉਹ ਲੋਕੇਸ਼ਨ ਤੇ ਜਾ ਕੇ ਮੈਨੂਪਲੇਟ ਕਿਵੇਂ ਕਰ ਦਿੰਦੀ ਹੈ ਰੀਡਿੰਗ, ਬਸ ਕਿਹੜੇ ਵਰਡ ਨੂੰ ਕਿਵੇਂ ਬਦਲ ਕੇ ਲਿਖ ਦਿੰਦੀ ਹੈ ਜੀ। ਕਲੀਅਰ ਹੈ ਜੀ ਸਾਰਿਆਂ ਨੂੰ ਚੀਜ਼? ਹਾਂਜੀ ਸਰ। ਇਹਦੇ ਨਾਲ ਤੁਹਾਨੂੰ ਵਿਦਿਨ 15 Sir, days ਮੇਰੇ ਨਾ- ਮਿਲਣ ਦੀ ਸੰਭਾਵਨਾ ਹੁੰਦੀ ਹੈ। ਸਰ ਮੇਰੇ ਲਿਸਟ